ਲਓ ਜੀ, ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ ਤੇ ਪ੍ਰੋਗਰਾਮ ਪ੍ਰਾਈਮ ਫੋਕਸ ਲੈ ਕੇ ਹਾਜ਼ਰ ਹਾਂ ਜੀ। ਇਸ ਵਕਤ ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ, ਗੁੱਡ ਨਾਈਟ ਸਾਰਾ ਕੁਝ ਅਸੀਂ ਇਕੱਠਾ ਕਰ ਲਈਦਾ, ਕਿਉਂਕਿ ਕਈ ਥਾਵਾਂ 'ਤੇ ਕਈ ਤਰ੍ਹਾਂ ਦਾ ਟਾਈਮ ਆ। ਅਤੇ ਵੈਸੇ ਵੀ ਇਹ ਪ੍ਰੋਗਰਾਮ ਸਾਡਾ ਇੱਕ ਤਰ੍ਹਾਂ ਦਾ ਗਲੋਬਲੀ ਬਣ ਗਿਆ, ਕਿਉਂਕਿ ਨਾਲ ਦੇ ਮੇਰੇ ਸਾਥੀ ਵੀਰ ਪਰਮਵੀਰ ਬਾਠ ਹੋਰੀ ਉਹ ਅੱਜ ਕੱਲ੍ਹ ਦੁਨੀਆ ਭ੍ਰਮਣ 'ਤੇ ਨੇ, ਅਤੇ ਕੱਲ੍ਹ ਕਿਸੇ ਹੋਰ ਦੇਸ਼ 'ਚ ਸੀਗੇ, ਅੱਜ ਕਿਸੇ ਹੋਰ ਦੇਸ਼ 'ਚ ਨੇ, ਇਸ ਵਕਤ ਕਿੱਥੇ ਨੇ ਅਤੇ ਕੀ ਕਰਦੇ ਪਏ, ਸਾਰਾ ਕੁਛ ਆਪਾਂ ਜਾਣਦੇ ਹਾਂ। ਕੀ ਹਾਲ ਨੇ ਬਾਠ ਸਾਹਿਬ? ਚੜ੍ਹਦੀ ਕਲਾ ਸੰਧਾਲੀਆ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣਾਓ, ਕੀ ਹਾਲ ਚਾਲ ਨੇ ਜੀ? ਸਤਿ ਸ੍ਰੀ ਅਕਾਲ ਮਹਾਰਾਜ, ਹਾਲ ਚਾਲ ਬਹੁਤ ਵਧੀਆ ਨੇ, ਮੌਜਾਂ ਨੇ, ਨਜ਼ਾਰੇ ਨੇ। ਤੁਸੀਂ ਸੁਣਾਉਣਾ ਕਿੱਦਾਂ ਗੱਲਾਂ ਬਾਤਾਂ ਜੀ? ਇੱਥੇ ਕਿੱਥੇ ਪਹੁੰਚੇ ਜੇ ਅਤੇ ਕੀ ਪ੍ਰੋਗਰਾਮ ਆ ਹੁਣ ਆਉਣ ਵਾਲੇ ਦਿਨਾਂ ਦਾ? ਸੰਧਾਲੀਆ ਸਾਹਿਬ, ਅੱਜ ਨਿਊਜ਼ੀਲੈਂਡ ਦੇ ਵਿੱਚ ਆ ਜੀ, ਆਕਲੈਂਡ ਦੇ ਵਿੱਚ, ਕਿਉਂਕਿ ਨਿਊਜ਼ੀਲੈਂਡ ਦੀਆਂ ਸਿੱਖ ਖੇਡਾਂ ਜਿਹੜੀਆਂ ਕਿ 2 ਦਿਨ ਚੱਲਣੀਆਂ, ਅੱਜ 26 ਤਰੀਕ ਭਲਕੇ 27 ਤਰੀਕ, ਅਤੇ ਅੱਜ ਪੌਣੀਆਂ ਕੁ ਖੇਡਾਂ ਅੱਜ ਦੇ ਦਿਨ ਦੀਆਂ ਮੁਕੰਮਲ ਹੋ ਚੁੱਕੀਆਂ। ਅਤੇ ਉਹਨਾਂ ਖੇਡਾਂ ਦੇ ਵਿੱਚ ਪੌਣਾ ਕੁ ਕੰਮ ਦੇਖ ਕੇ ਮੈਂ ਕਿਹਾ ਹੁਣ ਭਾਈ ਭੱਜ ਕੇ ਜਾ ਕੇ ਪਹਾੜ ਈਕਦਾ ਹੋਣਾ ਆ, ਅਤੇ ਪ੍ਰਾਈਮ ਫੋਕਸ ਕਰੀਏ, ਅਤੇ ਉਹਦੇ ਤੋਂ ਬਾਅਦ ਮੈਂ ਫੇਰ ਉੱਥੇ ਚਲੇ ਜਾਣਾ। ਬਹੁਤ ਸਾਰੇ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰ ਜਿਹੜੇ ਨੇ ਉੱਥੇ ਮਿਲੇ ਨੇ, ਕੁਝ ਨੇ ਕੱਲ੍ਹ ਨੂੰ ਮਿਲਣਾ। ਛੁੱਟੀ ਦੇ ਕੰਮ ਕਰਦੇ ਹਿਸਾਬ ਦੇ ਨਾਲ ਰੌਣਕਾਂ ਲੱਗੀਆਂ ਪਈਆਂ, ਪਰਿਵਾਰਕ ਮਾਹੌਲ ਹੈ ਪੂਰਾ। ਐਤਕੀ ਵੈਸੇ ਇੱਥੇ ਵਾਲੇ ਸੱਜਣ ਵੀ ਕਹਿੰਦੇ ਕਿ ਗਰਮੀ ਥੋੜ੍ਹੀ ਲੇਟ ਹੈ, ਥੋੜ੍ਹੀ ਠੰਡ ਹੈ, ਅਤੇ ਸਾਰਾ ਕੁਛ ਵਧੀਆ ਜੀ। ਜਦੋਂ ਦੁਨੀਆ ਦੇ ਵਿੱਚ ਰੰਗ ਭਾਗ ਪੰਜਾਬੀਆਂ ਨੇ ਲਾਏ ਹੁਣ, 7 ਸਮੁੰਦਰੋਂ ਪਾਰ, ਐਨ ਸਮੁੰਦਰ ਦੇ ਵਿਚਾਲੇ ਘਿਰਿਆ ਹੋਇਆ ਦੇਸ਼ ਹੈ, ਪ੍ਰਦੂਸ਼ਣ ਹੈ ਨਹੀਂ। ਮੈਂ ਸੋਚ ਰਿਹਾ ਸੀ ਸੰਧਾਲੀਆ ਸਾਹਿਬ, ਜਦੋਂ 3 ਦਿਨ ਪਹਿਲਾਂ ਮੈਂ ਤੁਰਿਆ ਸੀ ਪੰਜਾਬ ਵਾਲੇ ਪਾਸਿਓਂ, ਅਤੇ ਉੱਥੇ ਅਖਬਾਰਾਂ ਦੇ ਵਿੱਚ ਸਭ ਤੋਂ ਵੱਧ ਖਬਰਾਂ, TV ਦੇ ਉੱਤੇ ਆਪਣੀ ਡਿਸਕਸ਼ਨ ਸਭ ਤੋਂ ਵੱਧ ਇਸੇ ਗੱਲ ਦੇ ਉੱਤੇ ਚੱਲਦੀ ਸੀ ਕਿ ਭਾਈ ਪਰਾਲੀ ਕਿਉਂ ਸਾੜੀ ਗਈ, ਵਾਹਨਾਂ ਦਾ ਪ੍ਰਦੂਸ਼ਣ ਕਿਉਂ ਹੁੰਦਾ, 15 ਸਾਲ 20 ਸਾਲ ਪੁਰਾਣੇ ਵਾਹਨ ਜਿਹੜੇ ਆ ਉਹ ਬੰਦ ਕਰ ਦਿੱਤੇ ਜਾਣੇ ਆ ਜੀ। ਦਿੱਲੀ ਵਾਲੇ ਕਹਿੰਦੇ ਸੀ ਕਿ ਭਾਈ ਪੰਜਾਬ ਵਾਲੇ ਪ੍ਰਦੂਸ਼ਣ ਕਰਦੇ ਆ, ਹਰਿਆਣੇ ਵਾਲੇ ਕਹਿੰਦੇ ਸੀ ਪੰਜਾਬ ਵਾਲੇ ਪ੍ਰਦੂਸ਼ਣ ਕਰਦੇ ਆ, ਆਪਣੇ ਵਾਲੇ ਕਹਿੰਦੇ ਸੀ ਕਿ ਪ੍ਰਦੂਸ਼ਣ ਇਕੱਲਾ ਪਰਾਲੀ ਤੋਂ ਹੁੰਦਾ। ਅਤੇ ਨਾਲ ਹੀ ਨਾਸਾ ਦੀਆਂ ਤਸਵੀਰਾਂ ਆਉਂਦੀਆਂ ਸੀ ਕਿ ਆਹ ਦੇਖੋ ਜੀ, ਇੱਥੇ ਅੱਗ ਲੱਗਣ ਦੇ ਕਰਕੇ ਜਾਂ ਪ੍ਰਦੂਸ਼ਣ ਦੇ ਕਰਕੇ ਕਿੰਨਾ ਜ਼ਿਆਦਾ ਜਿਹੜਾ ਉਹ ਕੰਮ ਖਰਾਬ ਹੋਇਆ ਫਿਰਦਾ, ਇਸ ਇਲਾਕੇ 'ਚ ਪ੍ਰਦੂਸ਼ਣ ਬੜਾ। ਅਤੇ ਸੰਧਾਲੀਆ ਸਾਹਿਬ, ਨਿਊਜ਼ੀਲੈਂਡ ਦੇ ਵਿੱਚ ਤਾਂ ਸਾਹ ਆਪਣੇ ਆਪ ਹੀ ਆਉਂਦਾ ਹੈ, ਸ਼ੁੱਧ ਸਾਫ਼ ਹਵਾ, ਵਾਤਾਵਰਣ ਦੇ ਪੱਖੋਂ ਕਹਾਣੀ ਕੋਈ ਨਹੀਂ, ਜਾਣੀ ਹਰਾ ਕਚੂਰ ਦੇਸ਼ ਹੈ। ਐਂ ਲੱਗਦਾ ਕਿ ਭਾਈ ਉਹੀ ਧਰਤੀ ਹੈ, ਉਹੀ 2022 ਦਾ ਸਮਾਂ ਹੈ, ਉਹੀ ਨਵੰਬਰ ਮਹੀਨਾ ਹੈ। ਇੱਕ ਪਾਸੇ ਦੇਸ਼ ਇੰਨਾ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਮੇਨਟੇਨ ਕੀਤਾ, ਅਤੇ ਦੂਸਰੇ ਪਾਸੇ ਸਾਨੂੰ ਅਜੇ ਆਪਸ ਵਿੱਚ ਲੜਨ ਤੋਂ ਹੀ ਵੇਲ ਨਹੀਂ ਕਿ ਭਾਈ ਪ੍ਰਦੂਸ਼ਣ ਦੇ ਲਈ ਕਸੂਰ ਕਿਹਦਾ ਹੈ। ਨਹੀਂ, ਕੋਈ ਗੱਲ ਨਹੀਂ, ਇਹ ਕਿਤੇ ਦਿਓ ਤੁਸੀਂ ਮੌਕਾ ਸਾਨੂੰ ਖੁੱਲ੍ਹਾ ਜਿਹਾ। ਇੱਕ ਤੇ ਇਹਨਾਂ ਨੂੰ ਕਹੋ ਵੀ ਆਟੋ ਥੋੜ੍ਹੇ ਜਿਹੇ ਸ਼ੁਰੂ ਕਰਾਉਣ ਉੱਥੇ, ਇਹਨਾਂ ਦਾ ਪਬਲਿਕ ਟਰਾਂਸਪੋਰਟ ਮੈਨੂੰ ਪਤਾ ਨਿਊਜ਼ੀਲੈਂਡ ਦਾ ਢਿੱਲਾ, ਐਵੇਂ ਉਹ ਰੇਲਾਂ ਰੂਲਾਂ ਜਾਂ ਬੱਸਾਂ ਬੁੱਸਾਂ ਨਾਲ ਜਾਂ ਕਾਰਾਂ ਨਾਲ ਸਾਡਾ ਸਰਦਾ ਨਹੀਂ। ਦੂਜਾ ਮੋਟਰਸਾਈਕਲ ਦੀ ਇਜਾਜ਼ਤ ਦਬਾਓ ਜਰਾ, ਫਿਰ ਅਸੀਂ ਦੱਸਾਂਗੇ ਵੀ ਇੱਕ ਤਰ੍ਹਾਂ। ਵੈਸੇ ਇੱਕ ਦਿਨ ਮੈਂ ਪੜ੍ਹ ਰਿਹਾ ਸੀ, ਬੜਾ ਹੁੱਬ ਕੇ ਦੱਸਿਆ ਗਿਆ ਜੀ ਵੀ ਇੰਡੀਆ ਦੀਆਂ ਜਿਹੜੀਆਂ ਕੁਝ ਕੁ 2 ਵੀਲਰ ਕੰਪਨੀਜ਼ ਨੇ, ਉਹ ਦੁਨੀਆ ਦੀਆਂ ਜਿਹੜੀਆਂ 2 ਵੀਲਰ ਕੰਪਨੀਜ਼ ਨੇ, ਬਣਾਉਣ ਵਾਲੀਆਂ 2 ਵੀਲਰ ਬਣਾਉਣ ਵਾਲੀਆਂ ਕੰਪਨੀਆਂ, ਉਹਨਾਂ ਦੇ ਵਿੱਚ ਸ਼ੁਮਾਰ ਨੇ। ਅਤੇ ਮੈਂ ਉਦੋਂ ਹੀ ਅੰਦਾਜ਼ਾ ਲਾ ਰਿਹਾ, ਮੈਂ ਕਿਹਾ ਵੀ ਉਹ ਤਾਂ ਡੈਫੀਨੇਟਲੀ ਹੋਣੇ, ਜਦੋਂ ਕੋਈ ਰੋਕਣ ਪੁੱਛਣ ਵਾਲਾ ਜਾਂ ਨਹੀਂ ਗਾ ਵੀ ਹਾਂ ਭਾਈ ਸਾਹਿਬ ਕਿੰਨੇ ਸੜਕ 'ਤੇ ਵਾਹਨ ਚਾਹੀਦੇ ਆ ਅਤੇ ਕਿੰਨੇ ਆਪਾਂ ਬਣਾ ਸਕਦੇ ਹਾਂ। ਇਸ ਕਰਕੇ ਸਾਰਿਆਂ ਨੂੰ ਖੁੱਲ੍ਹ ਹੋਣੀ ਚਾਹੀਦੀ। ਆਹ 2 ਚੀਜ਼ਾਂ ਤੁਸੀਂ ਆਟੋ ਅਤੇ 2 ਵੀਲਰ ਵਾਲਾ ਕੰਮ ਸ਼ੁਰੂ ਕਰਾਓ, ਉਦੋਂ ਬਾਅਦ ਤੇਲ ਅਸੀਂ ਆਪਣੇ ਹਿਸਾਬ ਨਾਲ ਫਿੱਟ ਕਰ ਲਿਆ ਕਰਨਾ ਵੀ ਕਿਹੜਾ ਪਾਉਣਾ ਕਿਹੜਾ ਨਹੀਂ ਪਾਉਣਾ। ਪੋਲਿਊਸ਼ਨ ਵਾਲੀ ਪਰਚੀ ਵੀ ਬਣ ਜਾਂਦੀ ਆ, 6 ਮਹੀਨੇ ਕੋਈ ਨਹੀਂ ਪੁੱਛਦਾ। ਫਿਰ ਇੱਕ ਤਰ੍ਹਾਂ ਥੋੜ੍ਹੀ ਬਹੁਤ ਇੰਡਸਟਰੀ 'ਤੇ ਤੁਸੀਂ ਜੇ ਕਿਹਾ ਵੀ ਹਾਂਜੀ ਅਸੀਂ ਜ਼ਰੂਰ ਇੱਦਾਂ ਕਰਨਾ ਉੱਦਾਂ ਕਰਨਾ, ਇਹੋ ਜਿਹਾ ਤਾਂ ਸਾਡੇ ਕੋਲੋਂ ਹੋਣਾ ਨਹੀਂ। ਫੈਕਟਰੀ ਲਵਾ ਦਿਓ ਬਸ, ਉਦੋਂ ਬਾਅਦ ਤੁਸੀਂ ਵੇਖੋਗੇ ਵੀ ਪਾਣੀ ਚਾਹੇ ਥੱਲੇ ਵਾਲਾ ਅਤੇ ਭਾਵੇਂ ਉੱਤੇ ਵਾਲਾ ਧੂੰਆਂ ਜਾਂ ਹਵਾ ਸਭ ਐ ਪੱਧਰਾ ਕਰ ਦੇਂਗੇ। ਮਤਲਬ ਨਿਊਜ਼ੀਲੈਂਡ ਦੀਆਂ ਚੀਕਾਂ ਕਢਾ ਦੇਂਗੇ ਤੁਸੀਂ, 10 ਸਾਲ ਦਬਾਓ ਸਹੀ ਇੱਦਾਂ। ਹਾਂ, ਨਹੀਂ ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਠੀਕ ਆ ਕਿ 10 ਸਾਲਾਂ ਦੇ ਵਿੱਚ ਕੀ, ਮੈਨੂੰ ਲੱਗਦਾ ਕਿ ਪਹਿਲੇ 2 ਸਾਲਾਂ ਦੇ ਵਿੱਚ ਹੀ ਚੀਕਾਂ ਕਢਾ ਦੇਣੀਆਂ, ਜਿੱਦਾਂ ਦਾ ਆਪਣੇ ਲੀਡਰਾਂ ਦਾ ਕੰਮ ਕਰਨ ਦਾ ਹਿਸਾਬ ਕਿਤਾਬ ਆ। ਦੂਸਰਾ ਇੱਕ ਮੇਰੇ ਮਨ ਦੇ ਵਿੱਚ ਬਹੁਤ ਵੱਡਾ ਹੋਰ ਦੱਸਦਾ ਤੁਹਾਨੂੰ ਜੀ ਵੀ, ਇੱਕ ਮੈਂ ਮਾਫੀ ਚਾਹੁੰਦਾ, ਜਿੱਦਾਂ ਤੁਸੀਂ ਕਿਹਾ ਸਮੁੰਦਰ 'ਚ ਘਿਰਿਆ ਦੇਸ਼ ਆ, ਅਤੇ ਮੈਨੂੰ ਪਤਾ ਆਸੇ ਪਾਸੇ ਐਂ ਸਾਫ਼ ਪਾਣੀ ਹੈ ਨਾ, ਹੋ ਸਕਦਾ ਕਈ ਥਾਵਾਂ 'ਤੇ ਮੈਂ ਸੁਣਿਆ ਵੀ ਪਾਣੀ ਦੇ ਥੱਲੇ ਵਾਹਵਾ ਡੂੰਘੇ ਚੀਜ਼ਾਂ ਵੀ ਉੱਦਾਂ ਹੀ ਦਿਸ ਪੈਂਦੀਆਂ, ਉਹ ਵੀ ਦਿਸਣੋਂ ਢਾਹ ਦਿਆਂਗੇ, ਤੁਸੀਂ ਚਿੰਤਾ ਨਾ ਕਰੋ ਬਾਈ ਸਾਹਿਬ। ਜਦੋਂ ਇੱਕ ਵਾਰ ਸਮੁੰਦਰ ਦੇ ਵਿੱਚੋਂ ਵੀ ਲਿਫਾਫੇ ਅਤੇ ਬੋਤਲਾਂ ਆਈਆਂ ਨਾ ਘੁੰਮ ਪਛਾਣ ਨੂੰ। ਹਾਂ ਸੰਧਾਲੀਆ ਸਾਹਿਬ, ਮੈਂ ਇੱਕ ਵਾਰੀ ਬੰਬੇ ਗਿਆ ਸੀ, 10 12 15 ਸਾਲ ਪੁਰਾਣੀ ਗੱਲ ਹੀ ਹੋਣੀ ਹੈ, ਕਈ ਮਹੀਨੇ ਉੱਥੇ ਰਹਿਣ ਦਾ ਮੌਕਾ ਮਿਲਿਆ। ਉਹ ਆਦਤ ਦੇ ਮੁਤਾਬਕ ਤੜਕੇ ਕਹਿੰਦਾ ਚਲੋ ਯਾਰ ਸਵੇਰੇ ਨਾਲੇ ਸੈਰ ਕਰਕੇ ਆਉਂਦੇ ਆ ਅਤੇ ਨਾਲੇ ਸਮੁੰਦਰ ਦੇਖ ਕੇ ਆਉਂਦੇ ਆ। ਉਹ ਸਮੁੰਦਰ ਕਾਹਦਾ ਹੁੰਦਾ ਸੀ? ਸਾਰੇ ਦਿਨ ਦਾ ਲਿਫਾਫਾ, ਬੋਤਲਾਂ, ਪਲਾਸਟਿਕ,
ਜਿੰਨੀ ਲੋਕਾਂ ਨੇ ਗੰਦ ਜਿਹੜਾ ਸਮੁੰਦਰ ਦੇ ਸੁੱਟਿਆ ਹੁੰਦਾ ਸੀ, ਰਾਤ ਨੂੰ ਉਹ ਅੱਧੀ ਕੁ ਰਾਤ ਨੂੰ ਐ ਸਮੁੰਦਰ ਛੱਲਾਂ ਦੇ ਨਾਲ ਹੀ ਕੰਢੇ ਤੇ ਲੈ ਆਉਂਦਾ ਸੀ, ਢੇਰ ਲੱਗੇ ਹੁੰਦੇ ਸੀ। ਹੁਣ ਇੱਕ ਪਾਸੇ ਉਹ ਸਮੁੰਦਰ, ਦੂਜੇ ਪਾਸੇ ਆਹ ਸਮੁੰਦਰ ਹੈ ਜਿੱਥੇ ਤੁਹਾਨੂੰ ਜਾਣੀ ਇੱਕ ਛੋਟਾ ਜਿਹਾ ਵੀ ਕਚਰਾ ਨਜ਼ਰ ਹੀ ਨਹੀਂ ਆਉਣਾ। ਐਂ ਲੱਗਦਾ ਕਿ ਭਾਈ ਉਹੀ ਮਨੁੱਖ ਨੇ। ਚਲੋ ਠੀਕ ਹੈ, ਆਪਣੀ ਆਬਾਦੀ ਵੱਧ ਹੈ, ਆਪਾਂ ਉਸ ਗੱਲ ਨੂੰ ਜਿਹੜਾ ਉਹ ਮੰਨਦੇ ਆ, ਉਸ ਗੱਲ ਤੋਂ ਇਨਕਾਰ ਨਹੀਂ ਕਰਦੇ ਕਿ ਆਬਾਦੀ ਬਹੁਤ ਜ਼ਿਆਦਾ, ਪਰ ਕਿਤੇ ਨਾ ਕਿਤੇ ਸਾਡੇ ਦਿਮਾਗ ਤੇ ਹੱਥਾਂ ਦਾ ਵੀ ਕਸੂਰ ਹੈ ਕਿ ਅਸੀਂ ਜਿਹੜੀ ਚੀਜ਼ ਜਿੱਥੇ ਸੁੱਟਣੀ ਹੈ ਉੱਥੇ ਸੁੱਟਦੇ ਨਹੀਂ। ਹੁਣ ਮੈਂ ਜਲੰਧਰ ਦੇ ਵਿੱਚ ਹੀ ਇੱਕ ਦਿਨ ਦੇਖਿਆ ਕਿ ਉਹ ਗ੍ਰਿਲ ਦੇ ਨਾਲ ਨਾ ਉਹਨਾਂ ਨੇ ਵੱਡੀ ਸਾਰੀ ਬੋਰੀ ਟੰਗੀ ਕਿ ਕਚਰਾ ਇਹ 'ਚ ਪਾਓ, ਲਿਖ ਕੇ ਲਾਇਆ। ਉਹ ਬੋਰੀ ਪੌਣੀ ਕੁ ਖਾਲੀ ਸੀ, ਆਲੇ ਦੁਆਲੇ 2 ਬੋਰੀਆਂ ਜਿੰਨੇ ਕਚਰੇ ਦਾ ਢੇਰ ਲੱਗਾ ਸੀ। ਹੁਣ ਆਪਾਂ ਇਹ ਨਹੀਂ ਕਹਿੰਦੇ ਕੋਈ ਬੰਦਾ ਆਖੇ ਕਿ ਭਾਈ ਦੇਸ਼ ਨੂੰ ਨਹੀਂ ਮਾੜਾ ਕਹਿੰਦੇ, ਮਾੜੀ ਆਦਤ ਜ਼ਰੂਰ ਛੱਡਣੀ ਚਾਹੀਦੀ ਹੈ। ਇੱਕ ਸੰਧਾਲੀਆ ਸਾਹਿਬ, ਥੋੜਾ ਜਿਹਾ ਸਮਝਣਾ ਪਊਗਾ ਕਹਾਣੀ ਨੂੰ। ਜਿੱਥੇ ਤੁਸੀਂ ਬੈਠੇ ਹੋ ਕੈਨੇਡਾ ਦੇ ਵਿੱਚ, ਹਰ ਤੀਸਰੀ ਚੌਥੀ ਦੁਕਾਨ ਦੇ ਮੂਹਰੇ, ਕਾਰੋਬਾਰ ਦੇ ਮੂਹਰੇ ਸ਼ੀਸ਼ੇ ਦੇ ਉੱਤੇ ਨਾ ਇੱਕ ਉਹਨਾਂ ਨੇ ਪ੍ਰਿੰਟ ਕੱਢ ਕੇ ਚਿੱਟੇ ਰੰਗ ਦਾ ਕਾਗਜ਼ ਲਾਇਆ ਹੁੰਦਾ ਕਿ ਇੱਥੇ ਬੰਦਾ ਭਰਤੀ ਕੀਤਾ ਜਾਂਦਾ, ਇੱਥੇ ਕਾਮੇ ਦੀ ਲੋੜ ਹੈ। ਚਾਹੇ ਉਹ ਰੈਸਟੋਰੈਂਟ ਹੈ, ਚਾਹੇ ਉਹ ਫੈਕਟਰੀ ਹੈ, ਚਾਹੇ ਕੋਈ ਹੋਰ ਕੰਮ ਕਰ, ਹਰ ਬੰਦਾ ਕਹਿੰਦਾ ਜੀ ਮੈਨੂੰ ਕਾਮੇ ਦੀ ਲੋੜ ਹੈ ਕੈਨੇਡਾ ਦੇ ਵਿੱਚ। ਇਸ ਗੱਲ ਨੂੰ ਤੁਸੀਂ ਮੰਨੋਗੇ। ਮੈਂ ਆਸਟ੍ਰੇਲੀਆ 1.5 ਕੁ ਦਿਨ ਰਹਿ ਕੇ ਆਇਆ ਤੇ ਜਿੰਨਾ ਕੁ ਉੱਥੇ ਬਾਹਰ ਨਿਕਲਣ ਦਾ ਮੌਕਾ ਮਿਲਿਆ, ਉੱਥੇ ਵੀ ਬਹੁਤੀ ਜਗ੍ਹਾ ਦੇ ਉੱਤੇ ਲਿਖਿਆ ਹੋਇਆ ਕਿ ਭਾਈ ਸਾਨੂੰ ਕਾਮਿਆਂ ਦੀ ਲੋੜ ਹੈ। ਨਿਊਜ਼ੀਲੈਂਡ ਅੱਧੀ ਕੁ ਰਾਤ ਨੂੰ ਆਪਣਿਆਂ ਤੇ ਜਿੱਥੇ ਮੜ ਜਾ ਢਿੱਡ ਭਰਨ ਦੇ ਲਈ ਕੋਈ ਚੀਜ਼ ਖਾਣ ਨੂੰ ਰੁਕਿਆ, ਉੱਥੇ ਵੀ ਬੋਰਡ ਲੱਗਾ ਕਿ ਭਾਈ ਇੱਥੇ ਉਹਨਾਂ ਨੇ ਰੈਸਟੋਰੈਂਟ ਵਾਲੇ ਕੀ ਲਿਖਿਆ, ਰਸੋਈ ਦੇ ਅੰਦਰ ਕੰਮ ਕਰਨ ਵਾਲਾ, ਸਫਾਈ ਕਰਨ ਵਾਲਾ, ਚੀਜ਼ਾਂ ਲੋਕਾਂ ਨੂੰ ਵਰਤਾਉਣ ਵਾਲਾ, ਜਾਣੀ ਕਿ 3 ਹੀ ਪੋਰਸ਼ਨ ਹੁੰਦੇ ਆ ਕਿਸੇ ਰੈਸਟੋਰੈਂਟ। 3 ਪੋਰਸ਼ਨਾਂ ਦੇ ਵਿੱਚ ਹੀ ਕਹਿੰਦੇ ਜੀ ਬੰਦੇ ਚਾਹੀਦੇ ਆ ਸਾਨੂੰ। ਤੇ ਮੈਂ ਜਦੋਂ ਸਾਥੀ ਨਵਜੋਤ ਕਹਿਲੇ ਭਾਜੀ ਸੀਗੇ, ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਮੈਨੂੰ 3 ਦਿਨ ਹੋ ਗਏ ਆਏ ਨੂੰ, ਇਹਨਾਂ 3 ਦਿਨਾਂ ਦੇ ਵਿੱਚ ਮੈਂ ਜਿੱਥੇ ਗਿਆ ਹਰ ਜਗ੍ਹਾ ਦੇ ਉੱਤੇ ਬੋਰਡ ਲੱਗੇ ਆ। ਪਿੱਛੇ ਖਬਰਾਂ ਆਸਟ੍ਰੇਲੀਆ ਦੀਆਂ ਤੇ ਇਦਾਂ ਦੀਆਂ ਆਉਂਦੀਆਂ ਸੀ ਕਿ ਬਹੁਤਾ ਫਰੂਟ, ਜਿਸ ਆਸਟ੍ਰੇਲੀਆ ਦੇ ਜਿਹੜੇ ਇਲਾਕੇ ਦੇ ਵਿੱਚ ਫਲ ਫਰੂਟ ਹੈ, ਉਹ ਬਹੁਤੇ ਬਾਗਾਂ ਦੇ ਵਿੱਚੋਂ ਸੰਧਾਲੀਆ ਸਾਹਿਬ ਫਰੂਟ ਨਹੀਂ ਟੁੱਟ ਸਕਿਆ। ਕਿਉਂ? ਕਿਰਤੀ ਬੰਦੇ ਨਹੀਂ ਲੱਭਦੇ, ਲੇਬਰ ਨਹੀਂ ਲੱਭਦੀ, ਮਨੁੱਖ ਥੋੜੇ ਨੇ। ਹੁਣ ਇੱਕ ਪਾਸੇ ਤਾਂ ਦੁਨੀਆ ਦੀ ਆਬਾਦੀ ਵਧੀ ਜਾਂਦੀ ਆ। ਮੈਂ ਸੋਚ ਰਿਹਾ ਸੀ ਕਿ ਭਾਈ ਇਹ ਕਿਤੇ ਕੈਨੇਡਾ ਵਾਲਿਆਂ ਨੂੰ, ਆਸਟ੍ਰੇਲੀਆ ਵਾਲਿਆਂ ਨੂੰ, ਨਿਊਜ਼ੀਲੈਂਡ ਵਾਲਿਆਂ ਨੂੰ ਕੋਈ ਭੁਲੇਖਾ ਹੈ ਭਾਈ, ਅਸੀਂ ਹੋਰ 2-4-20 ਸਾਲਾਂ ਤੱਕ ਦੁਨੀਆ ਦੇ ਨੰਬਰ 1 ਦੇ ਜਿਹੜੇ ਆਬਾਦੀ ਦੇ ਵਿੱਚ ਦੇਸ਼ ਤੇ ਬਣ ਜਾਣਾ। ਤੁਸੀਂ ਜਿੰਨੇ ਬੰਦੇ ਤੁਹਾਨੂੰ ਚਾਹੀਦੇ ਆ, ਅਸੀਂ ਤੁਹਾਨੂੰ ਅਪਣਾਉਣ ਨੂੰ ਤਿਆਰ ਆ ਭਾਈ। ਉੱਥੇ ਬੰਦੇ ਵਿਹਲੇ ਤੁਰੇ ਫਿਰਦੇ ਆ, ਕੰਮ ਕਾਰ ਭਾਲਦੇ ਆ, ਤੁਹਾਨੂੰ ਬੰਦੇ ਚਾਹੀਦੇ। ਐਡਜਸਟਮੈਂਟ ਕਰੋ ਥੋੜੀ ਜਿਹੀ, ਸਾਡੇ ਨਾਲ ਸਿੱਧਾ ਮੁਕਤ ਸਮਝੌਤਾ ਕਰੋ ਜਿਹਦੇ ਵਿੱਚ ਕੋਈ ਸ਼ਰਤ ਸ਼ੁਰਤ ਨਾ ਹੋਵੇ। ਜਹਾਜ਼ ਭੇਜੋ, ਅਸੀਂ ਭਰ ਕੇ ਭੇਜਾਂਗੇ। ਨਹੀਂ, ਮੈਂ ਤਾਂ ਕਹਿਣ ਡਿਆ ਕਰਾਓ। ਜੇ ਤੁਸੀਂ ਇੰਨਾ ਕਰਾ ਦਿਓ ਫਿਰ ਤੇ ਨਜ਼ਾਰਾ ਆ ਜਾਵੇ। ਕਿ ਤੁਸੀਂ ਇਹ ਦੇਖੋ, ਨਜ਼ਾਰਾ ਇਦਾਂ ਦਾ ਆਉਣਾ ਵੀ ਮੁੜ ਕੇ ਹੋ ਸਕਦਾ ਜੀ ਜਿਹੜੀ ਤੁਸੀਂ ਇਸ ਵੇਲੇ ਆਨੇ ਵੀ ਬੁਰਜੀਆਂ ਦੇ ਨਾਲ ਸੜਕ ਦੇ ਨਾਲ ਰੰਗ ਚਿੱਟਾ ਕੀਤਾ ਤੇ ਚਿੱਟਾ ਹੀ ਹੈ, ਥੋੜਾ ਜਿਹਾ ਲਾਲ ਹੋ ਜਾਣਾ ਜੇ ਤੁਹਾਨੂੰ ਇਤਰਾਜ਼ ਕੋਈ ਨਹੀਂ ਦੇ, ਅਸੀਂ ਬੰਦੇ ਭੇਜ ਦਿਆਂਗੇ। ਤੇ ਬਾਕੀ ਇਦਾਂ ਵੀ ਜਿਹੜੀ ਟ੍ਰੇਨ ਤੁਸੀਂ ਕਹਿੰਦੇ ਵੀ ਉਹ ਬੱਤੀ ਤੇ ਚੱਲਦੀ ਆ, ਇਦਾਂ ਵੀ ਨਹੀਂ ਚੱਲਣਾ ਨਾ। ਹੁਣ ਵੀ ਉਹਦੀਆਂ ਬਾਰੀਆਂ ਬੂਰੀਆਂ ਬੰਦ ਕਰਕੇ ਨਹੀਂ ਚਲਾ ਸਕਦੇ, ਥੋੜ੍ਹੀਆਂ ਬਹੁਤ ਬਾਰੀਆਂ ਜੇ ਖੋਲ ਕੇ ਚਲਾ ਲੈਣਗੇ ਟ੍ਰੇਨ, ਫਿਰ ਅਸੀਂ ਬੰਦੇ ਭੇਜ ਦਿੰਦੇ ਹਾਂ। ਕੋਈ ਰੌਲਾ ਨਹੀਂ, ਟੈਨਸ਼ਨ ਵਾਲੀ ਗੱਲ ਕੋਈ ਨਹੀਂ ਹੈਗੀ, ਸਾਡੇ ਕੋਲ ਪ੍ਰਬੰਧ ਪੂਰਾ। ਤੇ ਜੇ ਉਦੋਂ ਬਾਅਦ ਇਹ ਵੀ ਇਤਰਾਜ਼ ਕਰਨਾ ਵੀ ਹਾਂ ਵੀ ਇਹ ਹੁਣ ਜਿਹੜੀ ਫਰੂਟ ਵਾਲੀ ਦੁਕਾਨ ਹੈ ਅੰਦਰ ਹੀ ਹੋਊਗੀ ਸ਼ੀਸ਼ੇ ਦੇ, ਇਹ ਆ ਜਿਹੜਾ ਫੁੱਟਪਾਥ ਹੈ ਇਹ ਲੋਕਾਂ ਦੇ ਤੁਰਨ ਲਈ ਰੱਖਣਾ, ਉਹ ਨਹੀਂ ਫਿਰ ਗੱਲ ਬਣਨੀ। ਉਹ ਫਿਰ ਉੱਥੇ ਵੀ ਕੁਛ ਨਾ ਕੁਛ ਅਸੀਂ ਫਿਰ ਆਪਣੇ ਹਿਸਾਬ ਨਾਲ ਸੈਟਿੰਗ ਕਰਾਂਗੇ। ਜੇ ਤੇ ਆਹ ਚੀਜ਼ਾਂ ਕਰਾਉਣੀਆਂ ਤੇ ਫਿਰ ਕੋਈ ਚੱਕਰ ਨਹੀਂ, ਅਸੀਂ ਤਿਆਰ ਹਾਂ। ਆਵਾਜ਼ ਦੇਵੇ ਕਿ ਨਾ ਤੁਸੀਂ ਇਹਨੇ 10 ਸਾਲਾਂ ਚੀਕਾਂ, 10 ਮਹੀਨਿਆਂ ਚੀਕਾਂ ਕਢਾ ਦਾਂਗੇ ਵੀਰ ਜੀ। ਸੰਧਾਲੀਆ ਸਾਹਿਬ, ਆਵਾਜ਼ ਕੀ ਕਰਾਉਣੀ ਆ, ਪਰ ਕੁਛ ਆਦਤਾਂ ਦੇ ਲੀੜੇ ਲਾ ਕੇ ਆਉਣਾ ਪੈਣਾ। ਕੁਛ ਆਦਤਾਂ ਦੇ ਜਿਹੜੇ ਝੁੱਲ ਅਸੀਂ ਲੈ ਆ ਉਹ ਲਾ ਕੇ ਆਉਣਾ ਪੈਣਾ। ਹੁਣ ਪਿਛਲੇ ਮੈਨੂੰ ਲੱਗਦਾ ਕਿ 15 ਦਿਨਾਂ ਤੋਂ ਆਪਾਂ ਦੋਨੋਂ ਭਾਈ ਜਦੋਂ ਪ੍ਰੋਗਰਾਮ ਕਰਦੇ ਹਾਂ, ਸਭ ਤੋਂ ਪਹਿਲਾਂ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਜੀ, ਸਰਕਾਰ ਨੇ, ਪ੍ਰਸ਼ਾਸਨ ਨੇ ਮਨਾਹੀ ਕਰਤੀ, ਮਨਾ ਕਰ ਦਿੱਤਾ ਕਿ ਬਿਲਕੁਲ ਕੋਈ ਹਥਿਆਰ ਮੈਰਿਜ ਪੈਲੇਸ 'ਚ ਲੈ ਕੇ ਨਹੀਂ ਜਾਣਾ, ਕੋਈ ਸਮਾਜਿਕ ਥਾਂ ਤੇ ਹਥਿਆਰ ਲੈ ਕੇ ਨਹੀਂ ਜਾਣਾ, ਕੋਈ ਜਿੱਥੇ ਵੱਡਾ ਇਕੱਠ ਹੈ ਉੱਥੇ ਹਥਿਆਰ ਲੈ ਕੇ ਨਹੀਂ ਜਾਣਾ, ਕੋਈ ਸੋਸ਼ਲ ਮੀਡੀਆ ਦੇ ਉੱਤੇ ਹਥਿਆਰ ਵਾਲੀ ਜਿਹੜੀ ਉਹ ਫੋਟੋ ਨਹੀਂ ਪਾਉਣੀ। ਪਰ ਨਾ, ਫਿਰੋਜ਼ਪੁਰ ਦੇ ਇੱਕ ਮੈਰਿਜ ਪੈਲੇਸ ਦੇ ਵਿੱਚ ਸੰਧਾਲੀਆ ਸਾਹਿਬ ਆਦਤਾਂ ਤੋਂ ਬਾਜ਼ ਨਹੀਂ ਨਾ ਆਉਂਦੇ। ਸਾਨੂੰ ਜਾਣੀ ਸੰਤੁਸ਼ਟੀ ਨਹੀਂ ਹੁੰਦੀ ਜਿੰਨੀ ਦੇਰ ਮਾੜੀ ਮੋਟੀ ਠਾਠੂ ਨਾ ਹੋਵੇ। ਫਿਰੋਜ਼ਪੁਰ ਦੇ ਮੈਰਿਜ ਪੈਲੇਸ ਦੇ ਵਿੱਚ ਵਿਆਹ ਸੀ, ਗੋਲੀ ਚੱਲੀ, ਮੂੰਹ ਨਾਲ ਚੱਲ ਨਹੀਂ ਗਈ ਸੰਧਾਲੀਆ ਸਾਹਿਬ, ਉਂਗਲੀ ਨਾਲ ਤਾਂ ਐਂ ਕਰ ਨਹੀਂ ਦਿੱਤਾ ਠਾ, ਜਿੱਦਾਂ ਆਪਾਂ ਨਿਆਣੇ ਨੂੰ ਕਰੀਦਾ, ਜਾਂ ਪਿੱਛੋਂ ਧੱਫਾ ਮਾਰ ਕੇ ਕਰੀਦਾ ਠਾ ਨਾ। ਕੋਈ ਹਥਿਆਰ ਮੈਰਿਜ ਪੈਲੇਸ ਦੇ ਅੰਦਰ ਗਿਆ, ਇਹਦਾ ਮਤਲਬ ਕਾਨੂੰਨ ਭੰਗ ਕੀਤਾ। ਦੂਸਰਾ, ਉਹਦੇ ਤੋਂ ਬਾਅਦ ਫਿਰ ਲੜੇ, ਫਿਰ ਗੋਲੀ ਚੱਲੀ ਤੇ ਸੰਧਾਲੀਆ ਸਾਹਿਬ ਜ਼ਖਮੀ ਪਤਾ ਕੌਣ ਹੋਇਆ ਗੋਲੀ ਲੱਗ ਕੇ? ਜਿਹੜਾ ਕਿਰਤੀ ਬੰਦਾ ਉੱਥੇ ਕੰਮ ਕਰਦਾ ਸੀ, ਜਿਹੜਾ ਵੇਟਰ ਸੀ, ਜਿਹੜਾ ਬੰਦਾ ਉੱਥੇ ਚੀਜ਼ਾਂ ਵਰਤਾਉਂਦਾ ਸੀ। ਉਹ ਭਾਈ ਉਹਦਾ ਕੀ ਕਸੂਰ ਹੈ? ਉਹ ਤਾਂ ਸਗੋਂ ਪੰਜਾਬ ਦੇ ਉਹਨਾਂ ਗਿਣਤੀ ਦੇ ਨੌਜਵਾਨਾਂ ਦੇ ਵਿੱਚ ਸ਼ਾਮਲ ਆ
ਜਿਹੜਾ ਕਹਿੰਦਾ ਨਾ ਮੈਂ ਚੀਨੀ ਲਾਉਣੀ, ਨਾ ਮੈਂ ਨਸ਼ਾ ਵੇਚਣਾ, ਨਾ ਮੈਂ ਨਸ਼ਾ ਕਰਨਾ, ਨਾ ਮੈਂ ਕਾਨੂੰਨ ਦੀ ਉਲੰਘਣਾ ਕਰਨੀ, ਨਾ ਮੈਂ ਨਿਰਾਸ਼ ਹੋਣਾ, ਨਾ ਮੈਂ ਘਰੇ ਬੈਠੇ ਝੂਰੀ ਜਾਣਾ, ਨਾ ਮੈਂ ਘਰਦਿਆਂ ਨਾਲ ਕੁੱਟ ਕਟਾਪਾ ਹੋਈ ਜਾਣਾ, ਨਾ ਮੈਂ ਮੰਗ ਕੇ ਖਾਣਾ, ਨਾ ਮੈਂ ਉਧਾਰ ਲੈ ਕੇ ਖਾਣਾ, ਮੈਂ ਕੰਮ ਕਰਕੇ ਖਾਣਾ। ਮੈਂ ਕਿਰਤੀ ਬੰਦਾ ਭਾਈ, ਮੈਂ ਕਿਉਂ ਕਿਸੇ ਅੱਗੇ ਝੁਕਾਂ, ਮੈਂ ਕੰਮ ਕਰੂੰਗਾ ਭਾਵੇਂ ਕੋਈ ਕੰਮ ਮਿਲ ਜੇ। ਤੇ ਜਿਹੜਾ ਕੰਮ ਕਰਨਾ ਚਾਹੁੰਦਾ ਉਹਨੂੰ ਇਦਾਂ ਦੇ ਲੱਕੜੀ ਫਾਕੜੀ ਜਾਂ ਹਥਿਆਰਾਂ ਵਾਲੇ ਨਹੀਂ ਛੱਡਦੇ। ਹੁਣ ਸੰਧਾਲੀਆ ਸਾਹਿਬ, ਜੇ ਇੰਨੀ ਜ਼ਿਆਦਾ ਸਖਤੀ 'ਚ ਜਦੋਂ ਨਿੱਤ ਪਰਚੇ ਤੇ ਪਰਚਾ ਠਾਹ ਪਰਚਾ ਹੋਈ ਜਾਂਦਾ, ਉਦੋਂ ਵੀ ਅਕਲ ਨਹੀਂ ਆਉਂਦੀ ਕਿ ਅਸੀਂ ਮੈਰਿਜ ਪੈਲਸਾਂ ਦੇ ਵਿੱਚ ਹਥਿਆਰ ਲੈ ਕੇ ਜਾਂਦੇ ਹਾਂ ਤੇ ਹਥਿਆਰ ਲਿਜਾ ਕੇ ਉੱਥੇ ਆਪਸ ਵਿੱਚ ਲੜਦੇ ਹਾਂ, ਝਗੜਦੇ ਹਾਂ, ਗੋਲੀਆਂ ਚਲਾਉਂਦੇ ਹਾਂ ਤੇ ਮੁੜ ਕੇ ਕਿਰਤੀ ਬੰਦੇ ਦੇ ਆਰ ਪਾਰ ਕਰ ਦਿੰਦੇ ਆ ਗੋਲੀ। ਮਾੜਾ ਮੋਟਾ ਤਾਂ ਅਕਲ ਨੂੰ ਹੱਥ ਮਾਰਨਾ ਚਾਹੀਦਾ ਨਾ। ਮੁੜ ਕੇ ਕਹਿਣਾ ਪਤਾ ਨਹੀਂ ਯਾਰ ਤਰੱਕੀ ਨਹੀਂ ਹੁੰਦੀ, ਮਹਾਰਾਜ ਪਤਾ ਨਹੀਂ ਕਿਉਂ ਕ੍ਰੋਧਿਤ ਹੋ ਗਿਆ, ਮਹਾਰਾਜ ਨੂੰ ਪਤਾ ਨਹੀਂ ਸਾਡੇ ਤੇ ਕੀ ਗੁੱਸਾ, ਆਹੀ ਗੁੱਸਾ ਹੈ। ਨਹੀਂ, ਬਿਲਕੁਲ ਸਹੀ ਗੱਲ ਹੈ। ਇਹਦੇ 'ਚ ਇੱਕ ਗੱਲ ਤੇ ਬੜੀ ਹੈਰਾਨੀ ਵਾਲੀ ਹੈ ਕਿ ਜਿੰਨੀ ਤੇਜ਼ੀ ਦੇ ਨਾਲ ਪੁਲਿਸ ਪ੍ਰਸ਼ਾਸਨ ਪਰਚਿਆਂ ਵਾਲਾ ਕੰਮ ਕਰ ਰਿਹਾ, ਜਾਂ ਜਿੰਨੀ ਤੇਜ਼ੀ ਦੇ ਨਾਲ ਹਰ ਰੋਜ਼ ਵੱਡੇ ਵੱਡੇ ਪੁਲਿਸ ਆਫੀਸਰਸ ਦੇ ਬਿਆਨ ਆਉਂਦੇ ਆ ਕਿ ਵੀ ਸਾਡੇ ਏਰੀਏ, ਸਾਡੇ ਹਲਕੇ ਜੇ ਭਾਈ ਸਾਹਿਬ ਕੋਈ ਵੀ ਸਾਡੇ ਕਾਬੂ ਆ ਗਿਆ, ਚਾਹੇ ਕੋਈ ਇਸ ਤਰ੍ਹਾਂ ਦਾ ਹਥਿਆਰਾਂ ਦੀ ਨੁਮਾਇਸ਼ ਕਰਦਾ ਜਾਂ ਗੋਲੀਆਂ ਚਲਾਉਂਦਾ ਜਾਂ ਕਿਤੇ ਕੋਈ ਭੜਕਾਊ ਭਾਸ਼ਣ ਦਿੰਦਾ ਜਾਂ ਇਸ ਤਰ੍ਹਾਂ ਹਥਿਆਰਾਂ ਨੂੰ ਪ੍ਰਮੋਟ ਕਰਦਾ, ਤੇ ਉੱਤੇ ਪਰਚਾ ਹੋਊਗਾ, ਫਿਰ ਭਾਈ ਕਿਉਂ ਨਾ। ਉਹਦੇ 'ਚ ਇੱਕ ਗੱਲ ਬੜੀ ਹੈਰਾਨੀ ਵਾਲੀ ਹੈ ਵਾਟ ਸਾਹਿਬ ਕਿ ਵੀ ਮੈਂ ਵੈਸੇ ਤਾਂ ਬੜੀ ਹੈਰਾਨੀ ਹੁੰਦੀ ਹੈ, ਮੈਨੂੰ ਸਮਝ ਨਹੀਂ ਆਉਂਦੀ ਵੀ ਯਾਰ ਰਾਜਨੀਤੀ ਦਾ ਵੀ ਥੋੜ੍ਹਾ ਬਹੁਤ ਆਪਾਂ ਪੱਧਰ ਰੱਖ ਲਈਏ ਨਾ। ਲਗਭਗ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਿੰਨੀਆਂ ਵਿਰੋਧੀ ਪਾਰਟੀਆਂ ਦੇ ਲੀਡਰ ਸਾਹਿਬਾਨ ਨੇ ਉਹ ਸਾਰੇ ਇਸੇ ਕੰਮ ਦੇ ਉੱਪਰ ਲੱਗੇ। ਇਹ ਕਿੱਦਾਂ ਕਰ ਦਿੱਤਾ ਇਹਨਾਂ ਨੇ, ਲੈ ਇਹ ਹੁਣ ਸਰਕਾਰਾਂ ਪਰਚੇ ਕਿੱਦਾਂ ਕਰ ਦੇਣਗੀਆਂ, ਇਹ ਹੁਣ ਹਥਿਆਰਾਂ 'ਤੇ ਕਿਵੇਂ ਰੋਕ ਲਾ ਦੇਣੀ। ਮਤਲਬ ਮੈਨੂੰ ਸਮਝ ਨਹੀਂ ਆਈ ਵੀ ਯਾਰ ਜੇ ਕੋਈ ਕੰਮ ਰੁਕ ਰਿਹਾ ਆਪਾਂ ਘੱਟੋ ਘੱਟ ਉਹਦੇ 'ਤੇ ਸਿਆਸਤ ਕਰਨੀ ਛੱਡ ਦਈਏ। ਵੀ ਤੁਸੀਂ ਇਹ ਕਹਿ ਦਿਓ ਵੀ ਯਾਰ ਜੇ ਸਰਕਾਰ ਕਹਿੰਦੀ ਹੈ ਤਾਂ ਆਪਾਂ ਇਹ ਕੰਮ ਨਾ ਕਰੀਏ। ਹੁਣ ਜੇ ਆਸ ਕੇਸ ਦੇ ਵਿੱਚ ਮੰਨ ਲਓ ਜੋ ਉਹ ਬੰਦਾ ਜੇ ਜ਼ਖਮੀ ਹੋਇਆ, ਜੇ ਕੋਈ ਜਾਂਦੀ ਹੋ ਜਾਂਦੀ ਤੇ ਫਿਰ ਮੁੜ ਕੇ ਵਿਰੋਧੀ ਪਾਰਟੀਆਂ ਉਹ ਉਹਨਾਂ ਨੂੰ ਮੁੰਡਾ ਦੇ ਦਿੰਦੀਆਂ ਬਣਾ ਕੇ ਵੀ ਹਾਂਜੀ ਆਹ ਲਓ ਜੀ ਅਸੀਂ ਜਿਉਂਦਾ ਕਰ ਦਿੱਤਾ ਤੁਹਾਡਾ, ਕੋਈ ਗੱਲ ਨਹੀਂ ਅਸੀਂ ਹੈਗੇ ਹਾਂ, ਤੁਸੀਂ ਭਾਵੇਂ ਸਵੇਰੇ ਫਿਰ ਗੋਲੀਆਂ ਚਲਾ ਕੇ ਮਾਰ ਦਿਓ, ਕੋਈ ਗੱਲ ਨਹੀਂ, ਤੇ ਅਸੀਂ ਤਾਂਤਰਿਕ ਵਿਦਿਆ ਨਾਲ ਜਾ ਕੇ ਜਿਉਂਦਾ ਕਰਕੇ ਤੁਹਾਨੂੰ ਬੰਦਾ ਦੇ ਦਿਆ ਕਰਾਂਗੇ, ਪਰ ਸਰਕਾਰ ਇਹ ਕੰਮ ਰੋਕੇ ਨਾ। ਮਤਲਬ ਕਿਤੇ ਨਾ ਕਿਤੇ ਤੇ ਕੋਈ ਮਿਆਰ ਰੱਖ ਲਈਏ ਵੀ ਯਾਰ ਇੱਥੇ ਵਿਰੋਧ ਕਰਨਾ ਤੇ ਇੱਥੇ ਆਪਾਂ ਨੂੰ ਮਾੜੀ ਮੋੜ ਮੰਨਣੀ ਵੀ ਪੈਣੀ। ਨਹੀਂ, ਬੜਾ ਜ਼ਰੂਰੀ ਹੈ ਸੰਧਾਲੀਆ ਸਾਹਿਬ। ਮੈਨੂੰ ਐਂ ਲੱਗਦਾ ਕਿ ਇਹ ਹੁਣ ਸਰਕਾਰਾਂ ਤੋਂ ਵੀ ਵੱਧ ਸਾਡੇ ਹਿੱਸੇ ਆਉਂਦਾ ਕੰਮ, ਸਾਡੇ ਆਮ ਲੋਕਾਂ ਦੇ ਹਿੱਸੇ ਆਉਂਦਾ ਕੰਮ, ਕਿ ਭਾਈ ਜਿਹੜੇ ਬੰਦੇ ਦੇ ਕੋਲੇ ਹਥਿਆਰ ਹੈ ਤੇ ਹਥਿਆਰ ਉਹਦਾ ਨਜ਼ਰ ਆਉਂਦਾ ਹੈ, ਉਹ ਪੈਲਸ ਦੇ ਵਿੱਚ ਲੈ ਕੇ ਤੁਰਿਆ ਫਿਰਦਾ, ਉਹਦੇ ਵੱਲ ਦੇਖਣਾ ਨਹੀਂ, ਉਹਨੂੰ ਇੰਨਾ ਇਗਨੋਰ ਕਰਨਾ ਬੰਦਾ ਆਪੇ ਵਿਆਹ ਛੱਡ ਕੇ ਭੱਜੇ। ਉਹਨੂੰ ਐਂ ਲੱਗੇ ਕਿ ਭਾਈ ਫੁੱਫੜ ਨੇ ਵੀ ਮੈਨੂੰ ਸਤਿ ਸ੍ਰੀ ਅਕਾਲ ਤਾਂ ਬੁਲਾਉਣੀ ਹੈ, ਮੈਂ ਜੇ ਜਾ ਕੇ ਗੋਡੀਆਂ ਥਲਾ ਵੀ ਦਿੱਤਾ ਤਾਂ ਮਾਸੜ ਨੇ ਵੀ ਪਿੱਠ ਦੇ ਉੱਤੇ ਥਾਪੜਾ ਫੇਰ ਦੇਣਾ ਜੇ ਮੇਰਾ ਪਿਸਤੌਲ ਨਹੀਂ ਦੀਦਾ। ਤੇ ਜੇ ਮੇਰਾ ਪਿਸਤੌਲ ਮੈਂ ਦਿਖਾਉਣਾ ਤਾਂ ਮੇਰੇ ਤੋਂ ਛੋਟੀ ਉਮਰ ਦਾ ਬੰਦਾ ਵੀ ਮੈਨੂੰ ਆ ਕੇ ਸਤਿ ਸ੍ਰੀ ਅਕਾਲ ਨਹੀਂ ਬੁਲਾਉਂਦਾ। ਅਗਲੇ ਬੰਦੇ ਨੂੰ ਲੱਗੇ, ਹੁਣ ਆ ਵੀ ਹੁੰਦਾ ਨਾ ਕਈ ਵਾਰੀ ਬੰਦੇ ਨੂੰ ਹੁੰਦਾ ਯਾਰ ਵੀ ਮੈਂ ਨਸ਼ਾ ਨਹੀਂ ਕਰਨਾ, ਕੀ ਗੱਲ ਹੋਈ, ਸਮਾਜ ਦੇ ਵਿੱਚ ਇੱਜ਼ਤ ਨਹੀਂ ਰਹਿੰਦੀ, ਆਹ ਨਹੀਂ ਰਹਿੰਦਾ। ਬੰਦਾ ਲੁੱਕ ਕੇ ਕਰਦਾ ਨਾ ਚੋਰੀ, ਸਾਹਮਣੇ ਕੋਈ ਬੰਦਾ ਚੋਰੀ ਥੋੜੀ ਕਰਦਾ, ਦੱਸੋ ਸਾਹਮਣੇ ਕੋਈ ਚੋਰੀ ਕਰਦਾ ਨਾ, ਉਹਨੂੰ ਪਤਾ ਹੈ ਕਿ ਭਾਈ ਮੈਨੂੰ ਚੋਰ ਕਹਿਣਗੇ ਸਾਰੇ, ਮੈਨੂੰ ਇਗਨੋਰ ਕਰਨਗੇ ਸਾਰੇ, ਮੇਰੀ ਸਮਾਜ ਦੇ ਵਿੱਚ ਬਦਨਾਮੀ ਹੋਊ, ਮੈਨੂੰ ਕੋਈ ਠੀਕ ਨਹੀਂ ਸਮਝੂ। ਇਹ ਮੈਨੂੰ ਲੱਗਦਾ ਸੰਧਾਲੀਆ ਸਾਹਿਬ ਤੁਸੀਂ ਸਹਿਮਤੀ ਆਪਣੀ ਦੇ ਦਿਓ ਕਿ ਜਿਹੜੇ ਬੰਦੇ ਦੇ ਕੋਲੇ ਜਿੱਡਾ ਵੱਡਾ ਮੋਟਰਸਾਈਕਲ ਹੈ, ਜਿੱਡਾ ਵੱਡਾ ਦਿਖਾਵਾ ਕਰਦਾ, ਜਿੰਨਾ ਜ਼ਿਆਦਾ ਉਹ ਪਟਾਕੇ ਵਜਾਉਂਦਾ, ਅਸੀਂ ਉਧਰ ਦੇਖਦੇ ਹਾਂ, ਉਹਨੂੰ ਐਂ ਲੱਗਦਾ ਦੇਖਿਆ ਮੈਂ ਕੇਂਦਰ ਬਿੰਦੂ ਬਣ ਗਿਆ। ਜੇ ਕੋਈ ਬੰਦਾ ਪਿਸਤੌਲ ਲੈ ਕੇ ਬੰਦੂਕ ਲੈ ਕੇ ਜਾਂਦਾ ਹੈ, ਗੋਲੀਆਂ ਚਲਾਉਂਦਾ ਹੈ, ਉਹਨੂੰ ਲੱਗਦਾ ਉਹ ਲੋਕਾਂ ਦਾ ਧਿਆਨ ਖਿੱਚਣ ਨੂੰ ਚਲਾਉਂਦਾ, ਹੋਰ ਉਹ ਕਿਤੇ ਭਾਰਤ ਦੀ ਜਿਹੜੀ ਖੋਈ ਹੋਈ ਜ਼ਮੀਨ ਪ੍ਰਾਪਤ ਕਰਨ ਨੂੰ ਚਲਾਉਂਦਾ ਹੈ, ਜਾਂ ਉਹਨੇ ਕਿਤੇ ਦੁਨੀਆ ਜਿੱਤਣੀ ਆ ਤਾਂ ਚਲਾਉਂਦਾ ਨਾ। ਇੱਕੋ ਕੋਈ ਹੋਰ ਕਾਰਨ ਦੱਸ ਦਿਓ, ਕੋਈ ਕਾਰਨ ਨਹੀਂ, ਉਹ ਸਿਰਫ ਧਿਆਨ ਖਿੱਚਣਾ ਚਾਹੁੰਦਾ, ਤੁਸੀਂ ਧਿਆਨ ਨਹੀਂ ਦੇਣਾ। ਇੱਕ ਗੋਲੀ ਹੋਊ, 2 ਹੋਣਗੀਆਂ, 4 ਹੋਣਗੀਆਂ, 6 ਹੋਣਗੀਆਂ, ਔਰ ਪਿਛਲੇ ਪਾਸੇ ਕੁਰਸੀ ਤੇ ਇਕੱਲਾ ਹੀ ਬੈਠਾ, ਉਹਦੇ ਨਾਲ ਟੇਬਲ ਵੀ ਨਾ ਸਾਂਝਾ ਕਰੋ। ਅਗਲਿਆਂ ਨੂੰ ਕਹਿਣਾ ਯਾਰ ਇਹਦਾ ਕੀ ਫਾਇਦਾ, ਇਹਨੂੰ ਪਰੇ ਰੱਖੋ, ਇੱਧਰਲੇ ਪਾਸੇ ਤੇ ਲੋਕ ਕੋਈ ਦੇਖਦਾ ਹੀ ਨਹੀਂ, ਕਿਸੇ ਪਾਸੇ ਕੋਈ ਗੱਲ ਹੁੰਦੀ ਹੋਈ ਨਹੀਂ। ਤੇ ਦੂਸਰਾ ਮੈਨੂੰ ਇਹ ਲੱਗਦਾ ਬਾਰ-ਬਾਰ ਆਪਾਂ ਕਹਿੰਦੇ ਹੁੰਦੇ ਆ ਕਿ ਭਾਈ ਜਿਹੜੇ ਵੀ ਡੀਜੇ ਵਾਲੇ ਸੱਜਣ ਨੂੰ ਐਡਵਾਂਸ ਦੇਣ ਜਾਂਦੇ ਹੋ ਕਿ ਭਾਈ ਡੀਜੇ ਵਜਾਉਣਾ ਹੀ, ਆਪਾਂ 3-4 ਗੱਲਾਂ ਉਹਨੂੰ ਜ਼ਰੂਰ ਕਹਿੰਦੇ ਆ। ਗਾਣੇ ਫਿਰ ਵਧੀਆ ਲੈ ਕੇ ਆਈ, ਫਲੋਰ ਫਿਰ ਵੱਡਾ ਲੈ ਕੇ ਆਈ, ਆਪਣੀ ਫਿਰ ਰਿਸ਼ਤੇਦਾਰੀ ਕਾਫੀ ਆ, ਸੱਜਣ ਮਿੱਤਰ ਵਾਹਵਾ ਆਉਣੇ ਆ, ਫਿਰ ਨੱਚਣ ਨੂੰ ਫਲੋਰ ਵੱਡਾ ਖੁੱਲਾ ਹੋਵੇ ਤਾਂ ਹੀ ਚੰਗਾ ਲੱਗਦਾ, 4 ਨਾ ਐਵੇਂ ਫੱਟੇ ਜਿਹਾ ਲੈ ਕੇ ਆ ਜੀ। ਆਪਾਂ ਉਹਨੂੰ ਕਹਿੰਦੇ ਆ ਨਾ ਇਹ ਸਾਰੀਆਂ ਚੀਜ਼ਾਂ। ਗਾਣੇ ਫਿਰ ਨਵੇਂ ਹੋਣੇ ਚਾਹੀਦੇ ਆ, ਉਹ ਲਾਗੇ ਉਹ ਜਿਹੜੇ ਇੱਕ ਪੀਪਿਆਂ ਜਿਹਾਂ ਦੇ ਵਿੱਚੋਂ ਅੱਗ ਜੀ ਨਿਕਲਦੀ ਹੁੰਦੀ ਹੈ ਤਾਂ ਨੂੰ ਉਹ ਵੀ ਫਿਰ ਲੈ ਕੇ ਆਉਣੀ ਆ, ਧੂੰਆਂ ਜਿਹਾ ਕੱਢਣ ਵਾਲਾ ਵੀ ਉਹ ਸਿਸਟਮ ਜਿਹਾ ਨਾਲ ਲੈ ਕੇ ਆਉਣਾ ਜਿਹਨਾਂ ਧੂੰਆਂ ਜਿਹਾ ਹੁੰਦਾ। ਜੇ ਅਸੀਂ ਉਹਨੂੰ 4 ਹਦਾਇਤਾਂ ਦੇ ਸਕਦੇ ਹਾਂ, ਸਾਨੂੰ ਪਤਾ ਹੈ ਕਿ ਆਹ ਚੀਜ਼ਾਂ ਸਾਨੂੰ ਚਾਹੀਦੀਆਂ, 5ਵੀਂ ਹਦਾਇਤ ਕਿਉਂ ਨਹੀਂ ਦੇ ਸਕਦੇ ਕਿ ਭਾਈ ਜੇ ਕੋਈ ਹਥਿਆਰ ਵਾਲਾ ਗੀਤ ਉੱਥੇ ਚੱਲਿਆ ਤਾਂ ਰੁਪਈਏ ਜਿਹੜੇ ਤੇਰੇ ਅੱਧੇ ਦੇ ਚੱਲੇ ਆ, ਬੱਧੇ ਬਾਕੀ ਆ, ਮਿਲਣੇ ਮੁਲਣੇ ਕੁਛ ਨਹੀਂ, ਫੇ ਨਾ ਕਹੀਂ। ਇਹ ਹਦਾਇਤ ਸਭ ਤੋਂ ਪਹਿਲਾਂ ਦਿਓ।
ਜੀ ਤੇ ਜੇ ਇਦਾਂ ਕਿਤੇ ਹੋ ਜਾਵੇ ਤਾਂ ਕੰਮ ਸ਼ਾਇਦ ਥੋੜਾ ਬਹੁਤ ਸੂਤਰ ਆ ਜਾਵੇ ਸੰਧਾਲੀਆ ਸਾਹਿਬ। ਇਹਨੇ ਪੂਰਾ ਸੂਤਰ ਆਊਗਾ। ਦੇਖੋ ਜੀ, ਗੱਲ ਇਹ ਆ ਵੀ ਇੱਥੇ ਕੋਈ ਕੁਛ ਮਰਜ਼ੀ ਆਖੀ ਜਾਵੇ, ਜੇ ਇਸ ਚੀਜ਼ ਦੇ ਤੁਸੀਂ ਸਾਥ ਅੱਜ ਨਹੀਂ ਦਿੰਦੇ ਹੋ ਤੇ ਕੱਲ ਨੂੰ ਮੁੜ ਕੇ ਨਾ ਆਖਿਓ ਵੀ ਭਾਈ ਸਾਹਿਬ ਇਹ ਚੀਜ਼ ਤੁਹਾਨੂੰ ਤੰਗ ਕਰੇ। ਇੱਕ ਹੋਰ ਬੜੀ ਚਰਚਾ 'ਚ ਖਬਰ ਸੀ ਕਿ ਕੋਈ ਸ਼ਾਇਦ ਮਜੀਠੀ ਹਲਕੇ ਦੀ ਗੱਲ, ਕਿ ਇੱਕ ਛੋਟਾ ਜਿਹਾ ਜਵਾਕ ਹੈ, ਉਹਦੀ ਵੀਡੀਓ ਪੈ ਗਈ ਸੋਸ਼ਲ ਮੀਡੀਆ ਤੇ, ਉਹਦੇ ਮੋਢੇ ਤੇ ਪਟਾ ਪਾਇਆ, ਹੱਥ 'ਚ ਉਹਦੇ ਗਾਨਿਆ, ਚਲੋ ਮਾਂ ਪਿਓ ਨੇ ਜਾਂ ਫੋਟੋ ਖਿੱਚ ਕੇ ਪਾ ਦਿੱਤੀ ਹੋਊਗੀ ਤੇ ਉਹਦੇ ਤੇ ਕਹਿੰਦੇ ਜੀ ਪਰਚਾ ਹੋ ਗਿਆ। ਵਿਰੋਧੀ ਪਾਰਟੀਆਂ ਦੇ ਕਾਫੀ ਲੀਡਰ ਸਾਹਿਬਾਨਾਂ ਦੇ ਮੈਂ ਨਾਮ ਬਿਆਨ ਸੁਣੇ, ਹਾਂਜੀ ਹਾਂਜੀ ਆਹ ਦੇਖ ਲਓ ਜੀ, ਆਹ ਦੇਖ ਲਓ, ਆਮ ਆਦਮੀ ਪਾਰਟੀ ਵਾਲੇ ਹੁਣ ਨਿਆਣਿਆਂ ਤੇ ਵੀ ਪਰਚੇ ਕਰੀ ਜਾਂਦੇ ਨੇ, ਇਹ ਕਰੀ ਜਾਂਦੇ ਨੇ, ਉਹ ਕਰੀ ਜਾਂਦੇ ਨੇ। ਅਸ਼ਵਨੀ ਸ਼ਰਮਾ ਸਾਹਿਬ ਬੀਜੇਪੀ ਦੇ ਪ੍ਰਧਾਨ ਨੇ, ਲੀਡਰ ਨੇ, ਉਹਨਾਂ ਦਾ ਬਿਆਨ ਮੈਨੂੰ ਚੰਗਾ ਲੱਗਾ। ਉਹ ਕਹਿੰਦੇ ਵੀ ਉਹ ਤਾਂ ਚਲੋ ਜੋ ਵੀ ਹੈ ਕੇਸ, ਉਹਦੇ ਬਾਰੇ ਮੈਂ ਕਹਿਣਾ ਕੁਝ ਨਹੀਂ ਆ, ਪਰ ਇੱਕ ਗੱਲ ਤੇ ਵੇਖੋ ਨਾ ਵੀ ਜੇ ਉਹ ਜਵਾਕ ਜਿਹੜਾ ਉਹਦੀ ਫੋਟੋ ਲੱਥੀ, ਉਹਨੂੰ ਕਿਸੇ ਨੇ ਕਿਹੜਾ ਵੀ ਪਟਾ ਕੋਲੋਂ ਪਾਤਾ, ਉਹ ਕਿਸੇ ਨਾ ਕਿਸੇ ਦੀ ਤੇ ਗਲਤੀ ਹੋਊਗੀ। ਸੋ ਜਿਨ੍ਹਾਂ ਨੇ ਕੀਤੀ ਹੈ ਗਲਤੀ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਫਿਰ ਕਹਿੰਦੇ ਵੀ ਮਜੀਠੇ ਦੇ ਡੀਐਸਪੀ ਸਾਹਿਬ ਨੂੰ ਮੀਡੀਆ ਵਾਲਿਆਂ ਪੁੱਛਿਆ, ਉਹ ਕਹਿੰਦੇ ਦੇਖੋ ਗੱਲ ਇਹ ਆ ਕਿ ਵੀ ਅਸਲ ਦੇ ਵਿੱਚ ਉਹ FIR ਦੇ ਵਿੱਚ ਉਹ ਜਿਸ ਤਰ੍ਹਾਂ ਤਰਤੀਬ ਲਿਖੀ ਗਈ, ਉਹਦੇ ਤੋਂ ਤੁਹਾਨੂੰ ਲੱਗਿਆ ਵੀ ਹਾਂ ਉਹ ਜਿਹਦਾ ਹਥਿਆਰ ਸੀ ਸ਼ਾਇਦ ਉਹਦੇ ਕੋਈ ਪਿਤਾ ਦੀ ਗੱਲ ਚੱਲਦੀ ਸੀ, ਉਹਨਾਂ ਨੇ ਉਹਦੀ ਯਾਨੀ ਕਿ ਫੋਟੋ ਆਪਣੇ ਜਵਾਕ ਦੇ ਗਲ 'ਚ ਪਾ ਕੇ ਤੇ ਆਹ ਫੋਟੋ ਪਾਈ। ਸੋ FIR ਜਿਹੜੀ ਹੈ ਉਹ ਜਵਾਕ ਤੇ ਨਹੀਂ ਹੈ, ਜਵਾਕ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਉਹ ਜਿਹਨੇ ਸਾਰਾ ਕੁਝ ਜਿਨ੍ਹਾਂ ਦਾ ਹਥਿਆਰ ਸੀਗਾ ਉਹਨਾਂ ਦੇ ਖਿਲਾਫ ਉਹ ਸਾਰੀ FIR ਹੈ। ਤੇ ਉਹ ਕਾਹਲੀ ਦੇ ਵਿੱਚ ਜਿਹੜੀ ਉਹ ਕਹਿੰਦੇ ਵੀ ਹੋ ਸਕਦਾ ਇਸ ਤਰ੍ਹਾਂ ਖਬਰ ਜਿਹੜੀ ਉਹ ਸਾਹਮਣੇ ਚੱਲ ਗਈ ਹੋਵੇ ਕਿ ਜਵਾਕ ਤੇ FIR ਹੋਊਗੀ, ਜਦ ਕਿ ਜਿਨ੍ਹਾਂ ਨੇ ਸਾਰਾ ਕੰਮ ਕੀਤਾ ਉਹਨਾਂ ਦੇ ਖਿਲਾਫ ਉਹ ਕਾਰਵਾਈ। ਹੁਣ ਮੈਂ ਸੋਚਦਾ ਸੀ ਵੀ ਇਹ ਕਿਹੜਾ ਚਾਅ ਹੋਇਆ ਵੀ ਤੁਹਾਡਾ ਆਪਣਾ ਛੋਟਾ ਜਿਹਾ ਜਵਾਕ ਹੈ ਤੇ ਤੁਸੀਂ ਉਹਦੇ ਗਲ 'ਚ ਰਫਲਾਂ ਪਾ ਪਾ ਕੇ ਤੇ ਫੋਟੋਆਂ ਲਵਾਓ। ਜਾਂ ਤੇ ਹੋਏ ਨਾ ਵੀ ਇਸ ਤੋਂ ਪਹਿਲਾਂ ਆਪਾਂ ਕੋਈ ਮਾੜੀ ਘਟਨਾ ਸੁਣੀ ਗਿਣੀ ਨਹੀਂ। ਮੇਰੇ ਖਿਆਲ ਚੰਦ ਸਾਲ ਪਹਿਲਾਂ ਦੀ ਗੱਲ ਆ, ਇੱਥੇ ਪੰਜਾਬ ਦੀ ਘਟਨਾ ਸੀ ਕਿ ਵੀ ਉਹ ਕਾਰ ਦੇ ਵਿੱਚ ਜਵਾਕ ਬੈਠਾ, ਅੱਗੇ ਉਹਦੀ ਮਾਂ ਬੈਠੀ ਆ ਤੇ ਪਿਓ ਦਾ ਉਤਰ ਕੇ ਤੇ ਉਹ ਕੁਛ ਦੁਕਾਨ ਤੋਂ ਲੈਣ ਗਿਆ, ਇੰਨੇ 'ਚ ਉਹਨੂੰ ਕਾਰ ਦੇ ਵਿੱਚੋਂ ਠਾਹ ਦੀ ਆਵਾਜ਼ ਸੁਣਦਾ ਤੇ ਪਤਾ ਇਹ ਲੱਗਦਾ ਵੀ ਉਹ ਜਿਹੜੀ ਰਫਲ ਜਾਂ ਜਿਹੜੀ ਗਨ ਸੀਗੀ ਉਹ ਕਾਰ 'ਚ ਪਈ ਸੀ, ਉਹ ਜਵਾਕ ਨੇ ਪਿੱਛੇ ਚੱਕ ਲਈ, ਉਹਦੇ ਕੋਲੋਂ ਘੋੜਾ ਦੱਬਿਆ ਗਿਆ ਤੇ ਵਿੱਚ ਜਿਹੜੀ ਬੈਠੀ ਉਹਦੀ ਆਪਣੀ ਮਾਂ ਸੀ ਉਹ ਉਹਨੇ ਮਾਰ ਦਿੱਤੀ। ਹੁਣ ਗੱਲ ਇਹ ਆ ਵੀ ਉਹ ਜਵਾਕ ਨੂੰ ਥੋੜ੍ਹਾ ਪਤਾ ਵੀ ਇਹ ਕੀ ਚੀਜ਼ ਹੈ ਕੀ ਨਹੀਂ ਚੀਜ਼ ਹੈ। ਜੇ ਆਪਾਂ ਉਹ ਸਾਰੇ ਕੁਛ ਨੂੰ ਇੱਦਾਂ ਪ੍ਰਮੋਟ ਕਰਾਂਗੇ ਤਾਂ ਅਗਲੇ ਨੂੰ ਲੱਗੂਗਾ ਵੀ ਪਤਾ ਨਹੀਂ ਬਾਪੂ ਮੇਰੇ ਨੇ ਮੈਨੂੰ ਆਹ ਚੀਜ਼ਾਂ ਦਿੱਤੀਆਂ ਤੇ ਇਹਦੇ 'ਚ ਪਤਾ ਨਹੀਂ ਕੀ ਖਾਸ ਗੱਲ ਆ ਤੇ ਇਹ ਮੈਨੂੰ ਜ਼ਰੂਰ ਕਰਨੀ ਚਾਹੀਦੀ ਹੈ। ਸੋ ਮੈਨੂੰ ਇਹ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਆਪਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇਹਨਾਂ ਨੂੰ ਥੋੜ੍ਹਾ ਜਿਹਾ ਸਮਝ ਲਈਏ ਵੀ ਜੇ ਜਵਾਕਾਂ ਨੂੰ ਆਪਾਂ ਅੱਜ ਪ੍ਰਮੋਟ ਕਰਾਂਗੇ, ਜਵਾਕਾਂ ਨੂੰ ਅੱਜ ਆਪਾਂ ਆਖਾਂਗੇ ਕਿ ਹਾਂ ਪੁੱਤ ਆਹ ਲੈ ਫੜ ਤੂੰ ਇੱਦਾਂ ਕਰਕੇ ਖਾ, ਤੇ ਜਵਾਕ ਨੂੰ ਲੱਗਣਾ ਵੀ ਹਾਂ ਇਹ ਕਰੀਦਾ ਹੀ ਹੈ, ਇੱਦਾਂ ਹੁੰਦਾ ਹੀ ਆ। ਸੋ ਜੇ ਇੱਥੇ ਇਹ ਜਵਾਕਾਂ ਨੂੰ ਇਸ ਤਰ੍ਹਾਂ ਦੀਆਂ ਫੋਟੋਆਂ ਜਾਂ ਵੀਡੀਓਜ਼ ਦੇ ਵਿੱਚ ਅਸੀਂ ਆਪਣਾ ਟੌਰ ਬਣਾਉਣ ਦੇ ਲਈ ਸਾਰਾ ਕੁਝ ਕਰਦੇ ਹਾਂ ਤੇ ਇਟ ਮੀਨਸ ਕਿ ਤੁਸੀਂ ਹੱਥੀਂ ਜ਼ਹਿਰ ਦੇਣ ਵਾਲਾ ਕੰਮ ਕਰ ਰਹੇ ਹੋ ਆਪਣੇ ਜਵਾਕਾਂ ਨੂੰ। ਕਦੀ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ। ਬਾਕੀ ਚਲੋ ਜੇ ਇਹਨਾਂ ਨੇ ਹੁਣੇ ਕੀਤਾ, ਜੇ ਪੁਲਿਸ ਮਹਿਕਮਾ ਉਹਨਾਂ ਦੇ ਉੱਪਰ ਕਾਰਵਾਈ ਕਰ ਰਿਹਾ ਤੇ ਉਹ ਹੋਣੀ ਵੀ ਚਾਹੀਦੀ ਹੈ, ਕਿਉਂਕਿ ਸਖਤੀ ਤੋਂ ਬਿਨਾਂ ਇਹ ਸਾਰਾ ਕੁਝ ਰੁਕਣਾ ਨਹੀਂ। ਜਿਸ ਹਿਸਾਬ ਦਾ ਆਪਾਂ ਨੂੰ ਇਹ ਪਿਆਰ ਹੋ ਗਿਆ ਤੇ ਅੱਗੇ ਵੀ ਮੈਂ ਕਈ ਵਾਰ ਕਹਿ ਚੁੱਕਿਆ ਵੀ ਜਿਹੜਾ ਹਥਿਆਰ ਹੁੰਦਾ ਉਹ ਕਿਸੇ ਦਾ ਮਿੱਤ ਨਹੀਂ, ਉਹ ਕਿਸੇ ਦਾ ਵੀ ਨੁਕਸਾਨ ਕਰ ਸਕਦਾ। ਇਸ ਕਰਕੇ ਜਿੰਨਾ ਹੋ ਸਕੇ ਤੋਂ ਬਚੋ। ਸੰਧਾਲੀਆ ਸਾਹਿਬ ਦੇਖੋ, ਜੇ ਕੋਈ ਬੰਦਾ ਵਿਰੋਧ ਕਰਦਾ ਨਾ ਇਸ ਗੱਲ ਦਾ ਕਿ ਦੇਖੋ ਜੀ ਕਿਉਂ ਕੀਤਾ ਗਿਆ ਇਹ, ਉੱਤੇ ਕਿਉਂ ਪਰਚਾ ਕੀਤਾ ਗਿਆ, ਨਿਆਣੇ ਨੇ ਬੰਦੂਕ ਆਪੇ ਚੱਕ ਕੇ ਨਹੀਂ ਗਲ ਦੇ ਵਿੱਚ ਪਾਈ, ਉਹਦੇ ਭਾਪੇ ਦਾ, ਚਾਚੇ ਦਾ, ਤਾਏ ਦਾ, ਉਹਦੇ ਪਰਿਵਾਰ ਦੇ ਕਿਸੇ ਮੈਂਬਰ ਦਾ ਕਸੂਰ ਹੈ। ਜੇ ਉਹਦੇ ਕੋਲ ਲਾਇਸੈਂਸ ਆ ਤਾਂ ਲਾਇਸੈਂਸ ਰੱਦ ਹੋਣਾ ਚਾਹੀਦਾ। ਸਿੱਧੀ ਉਲੰਘਣਾ ਕਾਨੂੰਨ ਦੀ, ਸਿੱਧੀ ਡਾਇਰੈਕਟ। ਕਿਉਂਕਿ ਇਹ ਨਹੀਂ ਹੈ ਕਿ ਉਹਨੇ ਉਹ ਬੰਦੂਕ ਉਹ ਬੱਚੇ ਦੇ ਕਿਉਂ ਪਾਈ, ਤੁਸੀਂ ਬੱਚੇ ਦੀ ਜਾਨ ਖਤਰੇ 'ਚ ਪਾਈ ਹੈ। ਜੇ ਤੁਹਾਨੂੰ ਆਪਦੇ ਬੱਚੇ ਦੀ ਜਾਨ ਦਾ ਨਹੀਂ ਤੇ ਮੋਹ ਹੈਗਾ, ਤੁਸੀਂ ਦੂਸਰੇ ਕਿਸੇ ਵਿਅਕਤੀ ਦੀ ਜਾਨ ਦਾ ਤੇ ਮੋਹ ਕਿੰਨਾ ਕਰਦੇ ਹੋਵੋਗੇ। ਦੂਸਰੀ ਗੱਲ, ਰੌਲਾ ਇਹ ਨਹੀਂ ਹੈ ਕਿ ਬੱਚੇ ਦੇ ਉੱਤੇ FIR ਹੋਈ ਕਿ ਨਹੀਂ ਹੋਈ, ਰੌਲਾ ਇਹ ਕਿ ਸੋਸ਼ਲ ਮੀਡੀਆ ਤੇ ਪਾਈ ਹੈ ਨਾ, ਕੱਲ ਨੂੰ ਨਿਆਣੇ ਦੇਖਣਗੇ। ਅੱਜ ਕੱਲ ਤਾਂ ਸੁੱਖ ਨਾ ਸਾਰੇ ਹੀ ਜਣੇ ਉਹ ਸਿੱਧੇ ਤੌਰ ਦੇ ਉੱਤੇ ਸਾਰੇ ਜਣੇ ਜਿਹੜੇ ਆ ਉਹ ਹਾਲਾਤ ਦੇ ਵਿੱਚੋਂ ਲੰਘਦੇ ਕੀ ਕਹਿੰਦੇ ਆ, ਉਹ ਲੰਘਦੇ ਕੀ ਕਹਿੰਦੇ ਹਾਲਾਤ ਦੇ ਵਿੱਚੋਂ ਇਹੀ ਕਹਿੰਦੇ ਆ ਨਾ ਕਿ ਭਾਈ ਆਹ ਮੈਂ ਦੇਖਿਆ ਪਾਪਾ ਮੈਂ ਆਹੀ ਕਰਨਾ, ਆਹ ਮੈਂ ਬੂਟ ਤੁਸੀਂ ਪਾਏ ਆ ਮੈਂ ਆਹੀ ਲੈਣੇ ਆ, ਉਹਨੇ ਆ ਕੱਪੜਾ ਪਾਇਆ ਮੈਂ ਆਹੀ ਲੈਣਾ ਹੈ। ਅਗਲਾ ਵੀ ਕਹੂਗਾ ਕਿ ਭਾਈ ਮੈਂ ਵੀ ਬੰਦੂਕ ਨਾਲ ਫੋਟੋ ਖਿਚਾਉਣੀ ਹੈ, ਮੈਂ ਵੀ ਪਿਸਤੌਲ ਨਾਲ ਫੋਟੋ ਖਿਚਾਉਣੀ ਹੈ। ਕਿਤੇ ਨਾ ਕਿਤੇ ਇਧਰਲੇ ਪਾਸੇ ਨੂੰ ਸੋਚਣਾ ਵਿਚਾਰਨਾ ਪਊਗਾ। ਹੁਣ ਸੰਧਾਲੀਆ ਸਾਹਿਬ, ਫਿਰੋਜ਼ਪੁਰ ਦੀ ਇੱਕ ਹੋਰ ਘਟਨਾ ਹੈ, ਆਪਾਂ ਮਾੜੀਆਂ ਘਟਨਾਵਾਂ ਦਾ ਜ਼ਿਕਰ ਨਹੀਂ ਕਰ ਰਹੇ, ਲੋਕਾਂ ਦੀ ਅਵੇਅਰਨੈਸ ਦਾ ਵੀ ਜ਼ਿਕਰ ਕਰ ਰਹੇ ਹਾਂ। ਫਿਰੋਜ਼ਪੁਰ ਦੇ ਬੱਸ ਅੱਡੇ ਦੇ ਨੇੜੇ ਛੋਟੀ ਉਮਰ ਦੇ ਬੱਚੇ ਨਸ਼ੇ ਦੇ ਟੀਕੇ ਲਾਉਂਦੇ ਸੀ। ਲੋਕਾਂ ਨੇ ਵੀਡੀਓ ਬਣਾਈ, ਸੋਸ਼ਲ ਮੀਡੀਆ ਤੇ ਪਾਈ ਤੇ ਨਾਲ ਇਹ ਆਖਿਆ ਕਿ ਅੱਜ ਦੇ ਕੰਮ ਨਹੀਂ, ਇੱਕ ਦਿਨ ਨਹੀਂ ਹੋਇਆ, ਰੋਜ਼ ਇਹ ਕੰਮ ਉਹ ਕਹਿੰਦੇ ਜੀ ਹੋਈ ਜਾਂਦਾ। ਤੇ ਜਦੋਂ ਰੋਜ਼ ਇਹ ਕੰਮ ਹੋਈ ਜਾਂਦਾ ਤੇ ਫਿਰ ਕਹਿੰਦੇ ਜੀ ਸਾਨੂੰ ਇਹ ਅੱਕ ਜਿਹੜਾ ਆਖਰਕਾਰ ਚੱਬਣਾ ਪੈਣਾ ਸੀ ਤੇ ਅੱਕ ਜਿਹੜਾ ਉਹ ਅਸੀਂ ਹੁਣ ਚੱਬ ਲਿਆ। ਤੇ ਉਹਨਾਂ ਨੇ ਵੀ ਕਿਹਾ ਕਿ ਛੋਟੀ ਉਮਰ ਦੇ ਬੱਚੇ ਨੇ 18 ਸਾਲ ਤੋਂ ਵੀ ਘੱਟ ਨਸ਼ੇ ਦੇ ਟੀਕੇ ਲਾਉਂਦੇ ਆ ਤੇ ਟੀਕੇ ਲਾਉਣ ਤੋਂ ਬਾਅਦ ਸੁੱਧ ਬੁੱਧ ਕੋਈ ਨਹੀਂ ਹੁੰਦੀ। ਬਹੁਤ ਚੰਗੀ ਗੱਲ ਹੈ। ਮੈਂ ਕਹਿੰਦਾ ਕਿ ਜਿਨ੍ਹਾਂ ਲੋਕਾਂ ਨੇ ਇਹ ਵੀਡੀਓ ਬਣਾ ਕੇ ਪਾਈ ਸ਼ਾਇਦ ਉਹ ਬੱਚੇ ਬਚ ਜਾਣ, ਸ਼ਾਇਦ ਪ੍ਰਸ਼ਾਸਨ ਦੀਆਂ ਬੰਦ ਪਈਆਂ ਅੱਖਾਂ ਖੁੱਲਣ। ਜੇ ਬੱਸ ਅੱਡਾ ਇਹਦਾ ਮਤਲਬ ਜੰਗਲ ਨਹੀਂ ਹੈ,
ਜੇ ਬੱਸ ਅੱਡੇ ਦੇ ਕੋਲ ਆਮ ਲੋਕਾਂ ਨੂੰ ਪਤਾ ਲੱਗਦਾ ਤੇ ਪ੍ਰਸ਼ਾਸਨ ਨੂੰ ਅੱਜ ਤੱਕ ਪਤਾ ਕਿਉਂ ਨਹੀਂ ਲੱਗਾ? ਚੰਗੀ ਗੱਲ ਹੈ, ਲੋਕ ਇਧਰਲੇ ਪਾਸੇ ਨੂੰ ਧਿਆਨ ਦੇਣ, ਲਗਾਤਾਰ ਕੰਮ ਖਿੱਚ ਕੇ ਰੱਖਣ। ਇਹ ਬੜਾ ਜ਼ਰੂਰੀ ਆ। ਬਾਕੀ ਨਸ਼ੇ ਦੀਆਂ ਖਬਰਾਂ ਤੇ ਲਗਭਗ ਰੋਜ਼ ਹੀ ਆਉਂਦੀਆਂ, ਕਿਤੇ ਕੋਈ ਘਰ ਉੱਜੜ ਗਿਆ ਜੀ, ਕਿਤੇ ਕੋਈ ਨਸ਼ੇ ਦੇ ਆਦੀ ਨੇ ਕਿਤੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਨੁਕਸਾਨ ਕਰ ਦਿੱਤਾ। ਸੋ ਇਹ ਜਿਹੜੀ ਚੀਜ਼ ਹੈ ਇਹਦੇ ਤੇ ਵੀ ਰੋਕ ਲੱਗਣ ਦੀ ਲੋੜ ਆ। ਹਾਂ, ਕਦੋਂ ਪੁਲਿਸ ਪ੍ਰਸ਼ਾਸਨ ਜਿਹੜਾ ਜਾਂ ਸਰਕਾਰ ਇਹਦੇ ਵਾਲੇ ਪਾਸੇ ਵੀ ਆ ਹਥਿਆਰਾਂ ਨੂੰ ਸਖਤੀ ਕਰਦੀ ਹੈ, ਉਹਦੀ ਆਪਾਂ ਉਡੀਕ ਕਰਾਂਗੇ। ਤੇ ਦੂਸਰੀ ਗੱਲ ਕਰੀਏ ਹੁਣ ਪੰਜਾਬ ਦੀਆਂ ਹੋਰਨਾਂ ਖਬਰਾਂ ਵਾਲੇ ਪਾਸੇ, ਤੇ ਮੁੱਖ ਮੰਤਰੀ ਸਾਹਿਬ ਗੁਜਰਾਤ 'ਚ ਨੇ, ਕਿਉਂਕਿ ਹੁਣ ਦਿਨ ਥੋੜ੍ਹੇ ਜਿਹੇ ਰਹਿ ਗਏ ਤੇ ਉਹਨਾਂ ਨੂੰ ਇਹ ਹੈ ਕਿ ਵੀ ਫਟਾਫਟ ਆਪਾਂ ਉੱਥੇ ਪ੍ਰਚਾਰ ਕਰ ਲਈਏ। ਪ੍ਰਚਾਰ ਕਰਦਿਆਂ ਉਹ ਇੱਕ ਤੇ ਉਹਨਾਂ ਨੇ ਦਾਅਵਾ ਕਰ ਦਿੱਤਾ, ਉਹ ਕਹਿੰਦੇ ਵੀ ਲਓ ਜੀ ਕਲੀਅਰ ਕੱਟ ਗੁਜਰਾਤ ਵਾਲੇ ਮਨ ਬਣਾਈ ਬੈਠੇ ਨੇ ਵੀ ਆਪਾਂ ਐਤਕੀ ਸਰਕਾਰ ਚੇਂਜ ਕਰਨੀ ਆ ਤੇ ਚੇਂਜ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣੀ ਆ। ਇਹ ਉਹਨਾਂ ਦਾ ਦਾਅਵਾ। ਹਾਲਾਂਕਿ ਉੱਥੋਂ ਦੀਆਂ ਗਰਾਊਂਡ ਰਿਪੋਰਟਾਂ ਕੁਛ ਹੋਰ ਕਹਿੰਦੀਆਂ ਨੇ, ਉੱਥੇ ਰਾਜ ਕਰਦੀ ਧਿਰ ਬੀਜੇਪੀ ਕੁਛ ਹੋਰ ਕਹਿੰਦੀ ਆ, ਕਾਂਗਰਸ ਪਾਰਟੀ ਕੁਛ ਹੋਰ ਕਹਿੰਦੀ। ਪਰ ਚਲੋ ਹਰੇਕ ਨੂੰ ਆਪੋ ਆਪਣੀ ਗੱਲ ਕਹਿਣ ਦਾ ਅਧਿਕਾਰ ਆ। ਪਰ ਉੱਥੇ ਜਾ ਕੇ ਉਹਨਾਂ ਵੱਲੋਂ ਜ਼ਿਕਰ ਕਰਨਾ ਪੰਜਾਬ ਦੇ ਬਾਰੇ 'ਚ, ਤੇ ਉਹ ਵੀ ਪੰਜਾਬ ਦੇ ਇੱਕ ਸਾਬਕਾ ਉਪ ਮੁੱਖ ਮੰਤਰੀ ਸਾਹਿਬ ਦੇ ਬਾਰੇ 'ਚ, ਕਿ ਵੀ ਅਸੀਂ ਤਾਂ ਦੇਖੋ ਜੀ ਜ਼ੀਰੋ ਟੋਲਰੈਂਸ ਕਰ ਦਿੱਤੀ ਹੈ ਵੀ ਜਿਹੜਾ ਬੰਦਾ ਕਿਤੇ ਵੀ ਉਹਨੇ ਕੋਈ ਵਾਧ ਘਾਟ ਕੀਤੀ ਹੈ ਤੇ ਆਪਾਂ ਛੱਡਣਾ ਨਹੀਂ। ਹੁਣ OP ਸੋਨੀ ਸਾਹਿਬ ਦਾ ਜ਼ਿਕਰ ਉੱਥੇ ਕਰਨਾ ਤੇ ਇਹ ਕਹਿਣਾ ਵੀ ਅਸੀਂ ਉਹਨਾਂ ਨੂੰ ਸੰਮਨ ਜਾਰੀ ਕਰ ਦਿੱਤੇ ਆ ਕਿਉਂਕਿ ਸ਼ਿਕਾਇਤਾਂ ਸੀ ਕਿ ਅਸਾਸਿਆਂ ਤੋਂ ਜ਼ਿਆਦਾ ਜਾਇਦਾਦ ਉਹਨਾਂ ਨੇ ਬਣਾਈ ਹੈ। ਉਹਦੇ ਤੋਂ ਮੈਨੂੰ ਲੱਗਦਾ ਵੀ ਕਾਰਵਾਈ ਭਾਵੇਂ ਜੇ ਕੋਈ ਪੰਜਾਬ 'ਚ ਹੁੰਦੀ ਆ ਜਾਂ ਹੋਣੀ ਆ ਜਾਂ ਚੱਲਦੀ ਆ, ਉਹ ਵੀ ਦੂਸਰੇ ਰਾਜਾਂ ਦੇ ਵਿੱਚ ਜਾ ਕੇ ਦੱਸੀ ਤੇ ਜਾ ਰਹੀ ਸ਼ਾਬਾਸ਼ੀ ਦੇ ਤੌਰ ਤੇ। ਦੇਖੋ ਸੰਧਾਲੀਆ ਸਾਹਿਬ, ਐਨ ਆਖਰੀ ਪੜਾਅ ਤੇ ਪਹੁੰਚ ਗਈਆਂ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ, ਤੇ ਉੱਥੇ ਫਿਰ ਹਰ ਢੰਗ ਤਰੀਕਾ ਹਰ ਇੱਕ ਸਿਆਸੀ ਧਿਰ ਨੇ ਵਰਤਣਾ। ਭਾਰਤੀ ਜਨਤਾ ਪਾਰਟੀ ਵਾਲੇ ਪ੍ਰਚਾਰ ਕਰਦੇ ਆ ਤੇ ਉਹ ਜਾ ਕੇ ਇਹੀ ਦੱਸਦੇ ਆ ਕਿ ਆ ਦੇਖੋ ਸਾਡੀ ਕੇਂਦਰ ਦੀ ਸਰਕਾਰ ਹੈ ਤੇ ਕੇਂਦਰ ਦੀ ਸਰਕਾਰ ਨੇ ਆ ਕੁਝ ਫੈਸਲੇ ਪਿਛਲੇ ਸਮੇਂ ਦੇ ਵਿੱਚ ਲੋਕਾਂ ਦੇ ਪੱਖ ਦੇ ਕਰਤੇ। ਗੁਜਰਾਤ ਦੇ ਵਿੱਚ 2.5 ਦਹਾਕੇ ਹੋ ਗਿਆ ਉਹਨਾਂ ਦੀ ਸਰਕਾਰ ਹੈ ਤੇ ਉਹ ਬਾਰ-ਬਾਰ ਇਹੀ ਦੱਸਦੇ ਆ ਕਿ ਭਾਈ ਆ ਦੇਖੋ ਗੁਜਰਾਤ ਦੇ ਵਿੱਚ ਲੋਕਾਂ ਨੇ ਸਾਡੀ ਲਗਾਤਾਰ ਸਰਕਾਰ ਬਣਾਈ ਤਾਂ ਅਸੀਂ ਆ ਕੁਝ ਪ੍ਰਾਪਤੀਆਂ ਕਰਤੀਆਂ। ਆਮ ਆਦਮੀ ਪਾਰਟੀ ਕੋਲ ਲੈ ਕੇ 2 ਹੀ ਸੂਬੇ ਨੇ, ਦਿੱਲੀ ਤੇ ਪੰਜਾਬ। ਦਿੱਲੀ ਦੇ ਵਿੱਚ ਤਾਂ ਅੱਜ ਤੱਕ ਉਹਨਾਂ ਦੇ ਕੋਲੇ ਕਹਿਣ ਨੂੰ ਇਹ ਸੀ ਕਿ ਸਾਡੇ ਕੋਲੇ ਪੂਰੇ ਅਧਿਕਾਰ ਨਹੀਂ, ਸਾਡੇ ਕੋਲੇ ਪੁਲਿਸ ਨਹੀਂ, ਸਾਡੇ ਕੋਲੇ ਐਂਟੀ ਕਰਪਸ਼ਨ ਬਿਊਰੋ ਨਹੀਂ, ਸਾਡੇ ਸਿਰ ਦੇ ਉੱਤੇ ਉਪ ਰਾਜਪਾਲ ਸਾਹਿਬ ਬੈਠੇ ਆ, ਸਾਡੀਆਂ ਫਾਈਲਾਂ ਨੂੰ ਉਹ ਰੋਕ ਦਿੰਦੇ ਆ, ਅਸੀਂ ਬਹੁਤੇ ਕੰਮ ਕਰਨ ਜੋਗੇ ਨਹੀਂ। ਪਰ ਹੁਣ 8 ਮਹੀਨੇ ਹੋ ਗਏ, ਪੰਜਾਬ ਤਾਂ ਫੁੱਲ ਫਲੈਜ ਸੂਬਾ, ਪੰਜਾਬ ਤਾਂ ਪੂਰਨ ਰਾਜ, ਤੇ ਫਿਰ ਇੱਥੋਂ ਦੀ ਕਾਰਗੁਜ਼ਾਰੀ ਦੱਸ ਕੇ ਵੋਟਾਂ ਤਾਂ ਭਾਈ ਅਗਲਿਆਂ ਨੇ ਲੈਣੀਆਂ। ਇੱਕ ਗੱਲ ਤਾਂ ਪੱਕੀ ਹੈ ਕਿ ਜੇ ਇਸ ਤਰੀਕੇ ਦੇ ਨਾਲ ਸੰਧਾਲੀਆ ਸਾਹਿਬ, ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ, ਇਹਦੇ ਨਾਲ ਨਾਲ ਹੁਸ਼ਿਆਰਪੁਰ ਵਾਲੇ ਜਿਹੜੇ ਸਾਬਕਾ ਕੈਬਨਿਟ ਮੰਤਰੀ ਸਾਹਿਬ ਸੁੰਦਰ ਸ਼ਾਮ ਅਰੋੜਾ, ਇਹਦੇ ਨਾਲ ਨਾਲ ਹੋਰ ਕਿੰਨੇ ਬੰਦੇ, ਸੰਗਤ ਸਿੰਘ ਗਿਲਜੀਆਂ ਸਾਹਿਬ, ਹਾਲਾਂਕਿ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ, ਜ਼ਮਾਨਤ ਉਹਨਾਂ ਨੂੰ ਜਿਹੜੀ ਉਹ ਮਿਲ ਗਈ, ਹੋਰ 20 ਬੰਦਿਆਂ ਦੇ ਨਾਂ ਲਏ ਜਾ ਸਕਦੇ ਆ। ਇੱਕ ਤੋਂ ਬਾਅਦ ਇੱਕ ਜਿਸ ਤਰੀਕੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਪਿਛਲੀ ਸਰਕਾਰ ਦੇ ਕੈਬਨਿਟ ਮੰਤਰੀਆਂ ਨੂੰ ਹੱਥ ਪਾਇਆ, ਵੱਖ-ਵੱਖ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ, ਉਹਨਾਂ ਨੂੰ ਰਿਮਾਂਡ ਤੇ ਲਿਆ, ਉਹਨਾਂ ਨੂੰ ਜੇਲ੍ਹ ਭੇਜਿਆ, ਕਈਆਂ ਦੇ ਖਿਲਾਫ ਤਾਂ ਸੁਖਨਾ ਚਾਰਜਸ਼ੀਟ ਵੀ ਪੇਸ਼ ਕਰ ਦਿੱਤੀ ਗਈ ਹੈ। ਉਹ ਸਾਰੀ ਪ੍ਰਕਿਰਿਆ ਇਹ ਦੱਸਦੀ ਹੈ ਕਿ ਹੋਰ ਕਿਸੇ ਵੀ ਸਰਕਾਰ ਨੇ ਸਰਕਾਰ ਬਣਨ ਤੋਂ ਬਾਅਦ ਇੰਨੀ ਤੇਜ਼ ਗਤੀ ਨਾਲ ਕੰਮ ਨਹੀਂ ਸੀ ਕੀਤਾ। ਹੁਣ OP ਸੋਨੀ ਸਾਹਿਬ ਉਪ ਮੁੱਖ ਮੰਤਰੀ ਰਹੇ, ਚਾਹੇ 3 ਮਹੀਨੇ ਰਹੇ, ਉਹ ਤੋਂ ਪਹਿਲਾਂ ਕੈਬਨਿਟ ਮਿਨਿਸਟਰ ਹੁੰਦੇ ਸੀ। ਉਹਨਾਂ ਨੂੰ ਪੁੱਛਗਿੱਛ ਲਈ ਸੱਦਿਆ, ਉਹਨਾਂ ਨੂੰ ਆਮਦਨ ਕਿੱਥੋਂ ਭਾਈ ਤੁਹਾਡੇ ਕੋਲੇ ਆ ਗਈ, ਤੁਹਾਡੇ ਕੋਲੇ ਵਸੀਲੇ ਕਿੱਥੋਂ ਆ ਗਿਆ, ਤੁਸੀਂ ਕਿਹੜਾ ਕੰਮ ਕਰ ਐਸਾ ਕਰਦੇ ਸੀ ਜਿਹੜਾ ਤੁਹਾਡੇ ਕੋਲੇ ਇੰਨਾ ਪੈਸਾ ਆ ਗਿਆ, ਉਹ ਸਾਰਾ ਹਿਸਾਬ ਕਿਤਾਬ ਲੈਣਾ। ਮੈਂ ਕਹਿੰਦਾ ਕਿ ਜੇ ਤਾਂ OP ਸੋਨੀ ਸਾਹਿਬ 1 ਰੁਪਈਏ ਦੇ ਵੀ ਆਵਾਜ਼ਾਰ ਨਹੀਂ, 1 ਰੁਪਈਆ ਵੀ ਜੇ ਉਹਨਾਂ ਨੇ ਨਹੀਂ ਖਾਧਾ, 1 ਚੁਆਨੀ ਵੀ ਉਹਨਾਂ ਨੇ ਭ੍ਰਿਸ਼ਟਾਚਾਰ ਦੇ ਰੂਪ 'ਚ ਨਹੀਂ ਲਈ, ਤਾਂ ਕੋਈ ਗੱਲ ਨਹੀਂ, ਪੁੱਛਗਿੱਛ ਕਰ ਲਓ, ਪੁੱਛਗਿੱਛ ਕਰਕੇ ਕਲੀਨ ਚਿੱਟ ਮਿਲ ਜੂ, ਬੰਦੇ ਨੂੰ ਧੱਕੇ ਨਾਲ ਥੋੜੀ ਤੁਸੀਂ ਅੰਦਰ ਕਰ ਦੋਗੇ। ਪਰ ਜੇ ਉਹਨਾਂ ਨੇ ਏਡੇ ਵੱਡੇ ਅਹੁਦੇ ਤੇ ਰਹਿੰਦੇ ਆ, ਜਦੋਂ ਬਹੁਤ ਸਾਰੇ ਮਹਿਕਮੇ ਉਹਨਾਂ ਦੇ ਕੋਲ ਸੀ, ਜਦੋਂ ਮੁੱਖ ਮੰਤਰੀ ਤੋਂ ਹੇਠਲਾ ਉਪ ਮੁੱਖ ਮੰਤਰੀ ਦਾ ਅਹੁਦਾ ਉਹਨਾਂ ਦੇ ਕੋਲ ਸੀ, ਤੇ ਜੇ ਉਸ ਵੇਲੇ ਉਹਨਾਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ ਤਾਂ ਠੋਕ ਵਜਾ ਕੇ ਕਾਰਵਾਈ ਹੋਣੀ ਚਾਹੀਦੀ ਹੈ। ਤੇ ਕਾਰਵਾਈ ਚੰਗੀ ਗੱਲ ਹੈ ਕਿ ਜੇ ਭਗਵੰਤ ਮਾਨ ਸਾਹਿਬ ਉੱਥੇ ਦੱਸਣ ਵੀ ਕੋਈ ਮਾੜੀ ਗੱਲ ਨਹੀਂ, ਪਰ ਕਿਉਂਕਿ ਅਜੇ ਅਦਾਲਤ ਨੇ ਸਾਬਿਤ ਨਹੀਂ ਕੀਤਾ ਕੁਝ ਵੀ, ਅਜੇ ਤਾਂ ਜਾਂਚ ਪੜਤਾਲ ਹੋਊਗੀ, ਪਰਚਾ ਦਰਜ ਹੋਊਗਾ, ਅਦਾਲਤ ਦੇ ਵਿੱਚ ਕੇਸ ਜਾਊਗਾ, ਵਕੀਲ ਦੋਨਾਂ ਧਿਰਾਂ ਦੇ ਦਲੀਲਾਂ ਰੱਖਣਗੇ, ਗਵਾਹ ਸਬੂਤ ਪੇਸ਼ ਕੀਤੇ ਜਾਣਗੇ, ਫਿਰ ਪਤਾ ਲੱਗੂ। ਪਰ ਇੰਨੀ ਗੱਲ ਜ਼ਰੂਰ ਹੈ ਸੰਧਾਲੀਆ ਸਾਹਿਬ, ਹੁਣ ਤੱਕ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਇਹ ਤਾਂ ਲੱਗਦਾ ਹੈ ਕਿ ਭਾਈ ਐਤਕੀ ਰਲ ਮਿਲ ਕੇ ਸ਼ਾਇਦ ਕੰਮ ਘੱਟ ਚੱਲਦਾ, ਕਿਉਂਕਿ ਪਿਛਲੀ ਸਰਕਾਰ ਜਦੋਂ ਆਈ ਸੀ, ਕੈਪਟਨ ਅਮਰਿੰਦਰ ਸਿੰਘ ਦੇ 4.5 ਸਾਲ ਤਾਂ ਇਹੀ ਰੌਲਾ ਪੈਂਦਾ ਰਿਹਾ, ਉਹ ਜੀ ਕਿ ਰਲ ਮਿਲ ਕੇ ਚੱਲੀ ਜਾਂਦੇ ਆ, ਉਹ ਜੀ ਕਿਸੇ ਨੇ ਕਿਸੇ ਨੂੰ ਕੀ ਕਹਿਣਾ। ਕੈਪਟਨ ਸਾਹਿਬ ਦੇ ਉੱਤੇ ਸਿਟੀ ਸੈਂਟਰ ਦਾ ਕੇਸ ਦਰਜ ਹੁੰਦਾ, ਅਗਲੀ ਸਰਕਾਰ ਆਉਂਦੀ ਆ, ਪਹਿਲਾਂ ਕਹਿੰਦੇ ਸੀ ਖਿੱਚ ਦਿਆਂਗੇ, ਤੁੰਨ ਦਿਆਂਗੇ, ਅੰਦਰ ਕਰ ਦਿਆਂਗੇ, ਮੁੜ ਕੇ ਤੂੰ ਕੌਣ ਤੇ ਮੈਂ ਕੌਣ। ਕੈਪਟਨ ਸਾਹਿਬ ਵਿਰੋਧੀ ਧਿਰ ਦੇ ਵਿੱਚ ਸੀ,
ਇਹ ਪਹਿਲੀ ਸਰਕਾਰ ਦੇ ਉੱਤੇ ਬਹੁਤ ਸਾਰੇ ਦੋਸ਼ ਲਾਉਂਦੇ ਸੀ, ਆਹ ਵੀ ਮਾੜਾ ਕੀਤਾ, ਆਹ ਵੀ ਮਾੜਾ ਕੀਤਾ। ਜਦੋਂ ਮੁੱਖ ਮੰਤਰੀ ਬਣ ਗਿਆ ਫਿਰ ਕੱਖ ਵੀ ਨਾ ਹੋਇਆ। ਇਹਦਾ ਮਤਲਬ ਕਿਤੇ ਨਾ ਕਿਤੇ ਇਹ ਨਿਕਲਦਾ ਸੀ, ਆਮ ਲੋਕਾਂ ਦੇ ਮਨਾਂ 'ਚ ਜਾਂਦਾ ਸੀ ਕਿ ਭਾਈ ਕਿਤੇ ਰਲ ਮਿਲ ਕੇ ਤਾਂ ਨਹੀਂ ਖੇਡੀ ਜਾਂਦੇ। ਤੇ ਜੇ ਇਹ ਬੰਦੇ, ਕਿਉਂਕਿ ਆਮ ਆਦਮੀ ਪਾਰਟੀ ਨੇ ਪਿਛਲੇ 5 ਸਾਲ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਸਰਕਾਰਾਂ ਤੇ ਦੋਸ਼ ਹੀ ਤਾਂ ਲਾਏ ਆ। ਉਹ ਕਹਿੰਦੇ ਹੁੰਦੇ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ 'ਚ ਪੈਸੇ ਖਾ ਲਏ ਜੀ, ਜੰਗਲਾਤ 'ਚ ਪੈਸੇ ਖਾ ਲਏ ਜੀ, ਫੂਡ ਸਪਲਾਈ 'ਚ ਪੈਸੇ ਖਾ ਲਏ ਜੀ, ਸਾਰੀਆਂ ਚੀਜ਼ਾਂ ਉਹ ਕਹਿੰਦੇ ਸੀ ਕਿ ਭਾਈ ਆ ਦੇਖੋ ਇਧਰਲੇ ਪਾਸੇ ਕਲੋਨੀ ਕੱਟ ਹੋ ਗਈ, ਪੈਸੇ ਖਾ ਗਏ ਜੀ। ਤੇ ਜੇ ਉਹ ਦੋਸ਼ ਲਾਉਂਦੇ ਸੀ ਪੈਸੇ ਖਾ ਗਏ ਜੀ, ਪੈਸੇ ਖਾ ਗਏ ਜੀ, ਤੇ ਮੁੜ ਕੇ ਕੰਮ ਨਾ ਕਰਦੇ, ਮੁੜ ਕੇ ਕਾਰਵਾਈ ਨਾ ਕਰਦੇ, ਮੁੜ ਕੇ ਚੁੱਪ ਚਪੀਤੇ ਕਹਿ ਦਿੰਦੇ ਜਾਂਚ ਚੱਲਦੀ ਹੈ, ਮੁੜ ਕੇ ਕਿਸੇ ਨੂੰ ਫੜਦੇ ਨਾ, ਪਰਚਾ ਨਾ ਕਰਦੇ, ਤਾਂ ਫਿਰ ਸਿੱਧੀਆਂ ਉਂਗਲਾਂ ਆਮ ਆਦਮੀ ਪਾਰਟੀ ਦੇ ਉੱਤੇ ਉੱਠਣੀਆਂ ਸੀ। ਠੀਕ ਹੈ ਭਗਵੰਤ ਮਾਨ ਸਾਹਿਬ ਜੀ, ਤੁਹਾਡਾ ਹੱਕ ਬਣਦਾ, ਤੁਸੀਂ ਗੁਜਰਾਤ ਦੇ ਵਿੱਚ ਆਪਦੀ ਪਾਰਟੀ ਲਈ ਪ੍ਰਚਾਰ ਕਰ ਰਹੇ ਹੋ, ਪਰ ਇਹ ਇਕੱਲਾ ਸਿਆਸੀ ਭਾਸ਼ਣ ਨਾ ਹੋ ਕੇ ਰਹਿ ਜਾਵੇ। ਇਹ ਇਕੱਲਾ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰਕੇ ਵੋਟਾਂ ਲੈਣ ਤੱਕ ਸੀਮਤ ਹੋ ਕੇ ਨਾ ਰਹਿ ਜਾਵੇ। ਇਹਨੂੰ ਅਮਲੀ ਜਾਮਾ ਵੀ ਪਹਿਨਾਇਓ, ਕਿਉਂਕਿ ਬੜੇ ਕੇਸ ਹੋਏ, ਇਕੱਲੇ ਪੰਜਾਬ 'ਚ ਨਹੀਂ, ਸਾਰੇ ਭਾਰਤ ਦੇ ਵਿੱਚ ਵੀ। ਇੱਕੋ ਸਪੈਕਟਰਮ ਜਿਹਾ ਘੁਟਾਲਾ ਸੀ, ਪਤਾ ਨਹੀਂ ਕਿੰਨੇ ਹਜ਼ਾਰ ਕਰੋੜ। ਸੰਧਾਲੀਆ ਸਾਹਿਬ, ਮੈਨੂੰ ਤਾਂ ਜ਼ੀਰੋਆਂ ਦਾ ਹੀ ਨਹੀਂ ਪਤਾ ਮੁੜ ਕੇ ਨਿਕਲਿਆ ਕੀ। ਇੱਕ ਇੱਕ ਕਰਕੇ ਬਹੁਤ ਸਾਰੇ ਲੋਕ ਬਰੀ ਹੋ ਗਏ। ਵੱਖ-ਵੱਖ ਸੂਬਿਆਂ 'ਚ ਕੇਸ ਹੁੰਦੇ ਆ, 2-4-5 ਸਾਲ ਰਾਜਨੀਤੀ ਚੱਲਦੀ ਆ, ਮੁੜ ਕੇ ਬੰਦੇ ਬਰੀ ਹੋ ਜਾਂਦੇ ਆ। ਇਦਾਂ ਨਹੀਂ, ਜਵਾਬ ਦੇ ਤੁਹਾਨੂੰ ਹੋਣਾ ਪਊਗਾ। ਜੇ ਤੁਸੀਂ ਵੋਟਾਂ ਲੈਣ ਲਈ ਇਹ ਸਾਰੇ ਨਾਂ ਲੈ ਰਹੇ ਹੋ ਤਾਂ ਜ਼ਮੀਨੀ ਪੱਧਰ ਦੇ ਉੱਤੇ ਸਹੀ ਸਮਾਂਬੱਧ ਜਾਂਚ ਪੜਤਾਲ ਕਰਕੇ ਲੋਕਾਂ ਨੂੰ ਨਤੀਜਾ ਦੇਣਾ ਪਊਗਾ। ਨਹੀਂ ਜੀ, ਇਦਾਂ ਕਰ ਲੈਣ ਤੇ ਫਿਰ ਤਾਂ ਬਹੁਤ ਵਧੀਆ। ਨਹੀਂ ਤੇ ਇਸ ਤੋਂ ਪਹਿਲਾਂ ਹੀ ਬਿਆਨ ਮੈਂ ਸੁਣਦਾ ਵੀ ਸੀਗਾ, ਜਦੋਂ ਇਲੈਕਸ਼ਨਾਂ ਜਿਹਾਂ ਦਾ ਦੌਰ ਸੀ ਨਾ, ਉਦੋਂ ਚਰਚਾ ਚੱਲਦੀ ਸੀ। ਐਂਡ ਉਦੋਂ ਕੈਲਕੂਲੇਟ ਇਹ ਕਰਕੇ ਦੱਸਿਆ ਜਾਂਦਾ ਸੀ ਵੀ ਪੰਜਾਬ ਦੇ ਸਿਰ ਕਰਜ਼ਾ ਕਿੰਨਾ, 3 ਲੱਖ ਕਰੋੜ ਦੇ ਆਸੇ ਪਾਸੇ। ਪੰਜਾਬ ਦੀ ਆਬਾਦੀ ਕਿੰਨੀ, 3 ਕਰੋੜ ਦੇ ਲਾਗੇ ਬੰਨੇ। ਤੇ ਉਹ ਕਹਿੰਦੇ 300 ਬੰਦਾ ਹੀ ਆਪਸ ਦੇ ਵਿੱਚ ਰਲ ਕੇ ਤੇ ਸਾਰਾ ਕੁਝ ਚਲਾਈ ਜਾਂਦਾ। 300 ਬੰਦੇ ਦੇ ਵਿੱਚ ਜ਼ਿਕਰ ਇਹ ਹੁੰਦਾ ਹੋਊਗਾ ਵੀ ਚਲੋ ਕੋਈ 100 ਬੰਦਾ ਇੱਕ ਪਾਰਟੀ ਦਾ, 100 ਬੰਦਾ ਦੂਜੀ ਪਾਰਟੀ ਦਾ, ਬਾਕੀ 100 ਅਫਸਰ ਲਾ ਲਓ ਤੁਸੀਂ ਉਹਦੇ ਵਿੱਚ। ਤੇ ਉਹ ਕਹਿੰਦੇ 300 ਬੰਦਾ ਆਪਸ ਦੇ ਵਿੱਚ ਰਲ ਮਿਲ ਕੇ ਐਸਾ ਉਹਨਾਂ ਨੇ ਤਾਣਾ ਬਾਣਾ ਰਚਿਆ ਕਿ ਵੀ ਨਾ ਤਾਂ ਉਹ 3 ਕਰੋੜ ਲੋਕਾਂ ਨੂੰ ਡਾਹੀ ਦਿੰਦੇ ਨੇ, ਤੇ ਨਾ ਕਿਸੇ ਨੂੰ ਫਿਕਰ ਹੀ ਆ ਵੀ 3 ਲੱਖ ਕਰੋੜ ਜਿਹੜਾ ਚੜ ਗਿਆ ਉਹ ਲਾਉਣਾ ਕਿੱਦਾਂ। ਹੁਣ ਗੱਲ ਇਹ ਆ ਵੀ ਜੇ ਤੇ ਉਦੋਂ ਇਸ ਚੀਜ਼ ਦਾ ਫਿਕਰ ਸੀਗਾ ਵੀ 300 ਬੰਦਾ ਹੀ ਰਾਹੀਂ ਪਾਈ ਬੈਠਾ ਪੰਜਾਬ ਨੂੰ, ਤੇ ਹੁਣ ਜੇ ਉਹਨਾਂ ਨੂੰ ਜਾਪਦਾ ਵੀ ਇਹ ਸਾਰਾ ਕੁਝ ਅਸੀਂ ਨਜਿੱਠ ਕੇ ਤੇ ਸਹੀ ਕਰ ਲੈਣਾ, ਤਾਂ ਆਪਾਂ ਆਸ ਕਰਦੇ ਹਾਂ ਵੀ ਚਲੋ ਕੋਈ ਚੰਗੇ ਦਿਨ ਪੰਜਾਬ ਤੇ ਵੀ ਆ ਜਾਣਗੇ। ਉਹ ਅਗਲੀ ਗੱਲ ਕਰੀਏ ਤੇ ਅੱਜ ਮੇਰੇ ਖਿਆਲ ਨਾਲ ਤਰੀਕ ਹੋ ਗਈ 26, ਤੇ ਅੱਜ ਦਾ ਦਿਨ ਚੰਡੀਗੜ੍ਹ ਵਾਲੇ ਪਾਸੇ ਨੂੰ ਵਾਹਵਾ ਭਾਰੂ ਰਹਿਣਾ। ਵੈਸੇ ਤੇ ਲਗਭਗ ਦੇਸ਼ ਭਰ ਦੇ ਵਿੱਚ ਹੀ ਵੱਖ-ਵੱਖ ਸੂਬਿਆਂ ਦੇ ਗਵਰਨਰ ਸਾਹਿਬਾਨਾਂ ਵਾਲੇ ਪਾਸੇ, ਸੰਯੁਕਤ ਕਿਸਾਨ ਮੋਰਚੇ ਵਾਲੇ ਪਾਸਿਓਂ ਮਾਰਚ ਹੋਣੇ ਆ। ਉਹਨਾਂ ਨੇ ਜਾ ਕੇ ਉੱਥੇ ਮੰਗ ਪੱਤਰ ਵੀ ਦੇਣੇ ਆ, ਤੇ ਉਹ ਕਹਿੰਦੇ ਵੀ 2 ਸਾਲ ਪੂਰੇ ਹੋ ਗਏ ਸਾਨੂੰ ਲਗਭਗ ਇਸ ਸਾਰੇ ਸੰਘਰਸ਼ ਨੂੰ ਕਰਦਿਆਂ। ਤੇ ਇੱਕ ਤਰ੍ਹਾਂ ਨਾਲ ਦੂਸਰੇ ਪੜਾਅ ਦੀ ਚਰਚਾ ਚੱਲਣ ਲੱਗ ਪਈ ਕਿ ਦੂਸਰਾ ਪੜਾਅ ਕਿਸਾਨ ਮੋਰਚੇ ਦਾ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਤਰ੍ਹਾਂ ਨਾਲ। ਕਿਉਂਕਿ ਜਿਹੜੇ ਉਹ ਕਹਿੰਦੇ ਵੀ 3 ਕਾਨੂੰਨ ਸੀ ਉਹ ਤਾਂ ਚਲੋ ਉਦੋਂ ਖਤਮ ਕਰਤੇ, ਪਰ ਉਹਦੇ ਨਾਲ ਨਾਲ ਜਿਹੜੀਆਂ ਬਾਕੀ ਦੀਆਂ ਮੰਗਾਂ ਸੀ ਉਹਨਾਂ ਮੰਗਾਂ ਦਾ ਕੁਝ ਨਹੀਂ ਬਣਿਆ। ਇੱਕ ਉਹਨਾਂ 'ਚੋਂ ਸਭ ਤੋਂ ਵੱਡੀ ਕਿ ਮਿਨੀਮਮ ਸਪੋਰਟ ਪ੍ਰਾਈਸ ਦੀ ਗਰੰਟੀ ਚਾਹੀਦੀ ਹੈ, ਉਹ ਕਹਿੰਦੇ ਕਿਸੇ ਨੇ ਨਹੀਂ ਦਿੱਤੀ। ਫਿਰ ਉਹ ਸਾਰੇ ਕੁਛ ਦੇ ਦੌਰਾਨ ਕਹਿੰਦੇ ਜੋ ਪਰਚੇ ਹੋਏ ਸੀ, ਚਾਹੇ ਉਹ ਵੱਖ-ਵੱਖ ਸਟੇਟਾਂ 'ਚ ਹੋਏ ਜਾਂ ਈਵਨ ਚੰਡੀਗੜ੍ਹ 'ਚ ਕਿਉਂ ਨਹੀਂ ਹੋਏ, ਉਹਨਾਂ ਨੂੰ ਰੱਦ ਕਰਨਾ ਸੀ, ਕਹਿੰਦੇ ਉਹ ਵੀ ਕਿਸੇ ਨੇ ਕੀਤਾ। ਫਿਰ ਬਿਜਲੀ ਬਿੱਲ ਦਾ ਉਦੋਂ ਚਰਚਾ ਚੱਲਦਾ ਸੀ ਨਾਲ ਚੌਥਾ, ਉਹ ਵੀ ਕਹਿੰਦੇ ਵੀ ਉਹ ਉਦੋਂ ਕਹਿੰਦੇ ਸੀ ਨਹੀਂ ਲਿਆਵਾਂਗੇ, ਬਾਅਦ ਦੇ ਵਿੱਚ ਲੈ ਇਹ ਸਾਨੂੰ ਉਹ ਮਨਜ਼ੂਰ ਨਹੀਂ, ਅਸੀਂ ਉਹ ਵੀ ਰੱਦ ਕਰਾਉਣਾ। ਫਿਰ ਜ਼ਿਕਰ ਕੀਤਾ ਲਖੀਮਪੁਰ ਖੀਰੀ ਵਾਲੇ ਮਸਲੇ ਦਾ, ਕਹਿੰਦੇ ਵੀ ਉਹ ਵੀ ਜਿਉਂ ਦਾ ਤਿਉਂ ਅਜੇ ਤੱਕ ਉਸੇ ਤਰ੍ਹਾਂ ਲਟਕਦਾ ਜਾਂਦਾ। ਹੋਰ ਵੀ ਕਈ ਮੰਗਾਂ ਨੇ, ਉਹ ਸਾਰੇ ਕੁਝ ਦੇ ਵਿੱਚ ਉਹਨਾਂ ਨੇ ਰੱਖੀਆਂ। ਤੇ ਉਹ ਕਹਿੰਦੇ ਵੀ ਇਹਨਾਂ ਸਾਰੀਆਂ ਮੰਗਾਂ ਦੇ ਲਈ ਅਸੀਂ ਹੁਣ ਰਲ ਮਿਲ ਕੇ ਤੇ ਦੂਸਰੇ ਪੜਾਅ ਦੇ ਤੌਰ ਤੇ ਸੰਯੁਕਤ ਕਿਸਾਨ ਮੋਰਚਾ ਤੁਰਿਆ ਤੇ ਕਿਸਾਨ ਅੰਦੋਲਨ ਦੀ ਸ਼ੁਰੂਆਤ ਕਹੀ ਜਾ ਸਕਦੀ ਇੱਕ ਤਰ੍ਹਾਂ ਨਾਲ। ਸੰਧਾਲੀਆ ਸਾਹਿਬ, ਪਹਿਲੀ ਗੱਲ ਕਿ ਜਿੰਨੇ ਵੀ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰ ਆਪਾਂ ਨੂੰ ਸੁਣਦੇ ਆ, ਗੱਲ ਹੋ ਸਕਦਾ ਕਿ ਉਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਲਈ ਨਿਰਾਸ਼ਾ ਵਾਲੀ ਹੋਵੇ, ਉਹਨਾਂ ਨੂੰ ਅਜੀਬ ਲੱਗੇ, ਪਰ ਮੈਂ ਇਹ ਕਲੀਅਰ ਕਰ ਦੇਣਾ ਚਾਹੁੰਦਾ ਕਿ 3-4 ਹਿੱਸੇ ਹੋ ਗਏ ਜੀ। ਹੋ ਸਕਦਾ ਕਈਆਂ ਨੂੰ ਕਨਫਿਊਜ਼ਨ ਹੋਵੇ, ਕਿਉਂਕਿ ਬਹੁਤ ਸਾਰੇ ਆਪਣੇ ਪਰਿਵਾਰ ਦੇ ਮੈਂਬਰ ਇਦਾਂ ਦੇ ਆ 10-12 ਘੰਟੇ ਕੰਮ ਕਰਨਾ, ਮੁੜ ਕੇ ਆਉਂਦੇ ਜਾਂਦੇ ਗੱਡੀ ਦੇ ਵਿੱਚ ਖਬਰਾਂ ਸੁਣਨੀਆਂ, ਬੀਬੀਆਂ ਨੇ ਭਾਂਡੇ ਧੋਂਦਿਆਂ ਖਬਰਾਂ ਸੁਣਨੀਆਂ। ਕਨਫਿਊਜ਼ਨ ਨਾ ਹੋਵੇ, ਦੁਚਿੱਤੀ ਭੁਲੇਖਾ ਨਹੀਂ ਰਹਿਣਾ ਚਾਹੀਦਾ। ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ 5-7 ਦਿਨ ਮਰਨ ਵਰਤ ਰੱਖਿਆ, ਜਿਹੜਾ ਕਿ ਬੀਤੇ ਕੱਲ ਹੀ ਖਤਮ ਹੋਇਆ। ਉਹ ਇੱਕ ਵੱਖਰਾ ਅੰਦੋਲਨ ਸੀ। ਡੱਲੇਵਾਲ ਸਾਹਿਬ ਦੀ ਧਿਰ ਉਹ ਵੀ ਕਿਸਾਨੀ ਮੁੱਦਿਆਂ ਤੇ ਸੀ, ਮੰਗਾਂ ਤੇ ਸੀ, ਪੰਜਾਬ ਸਰਕਾਰ ਦੇ ਵਿਰੁੱਧ ਸੀ। 7 ਦਿਨ ਦਾ ਮਰਨ ਵਰਤ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਨੇ ਤੁੜਵਾ ਦਿੱਤਾ ਕਿ ਭਾਈ ਤੁਹਾਡੀਆਂ ਮੰਗਾਂ ਪ੍ਰਵਾਨ ਨੇ। ਉਹ ਕਿਸਾਨਾਂ ਦੀ ਇੱਕ ਧਿਰ ਨੇ। ਦੂਸਰਾ ਬਲਵੀਰ ਸਿੰਘ ਰਾਜੇਵਾਲ, ਉਹ ਵੀ ਖੇਤੀਬਾੜੀ ਦੇ ਮੁੱਦੇ ਤੇ, ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਚੰਡੀਗੜ੍ਹ ਵਾਲੇ ਪਾਸੇ ਨੂੰ ਉਹਨਾਂ ਨੇ ਵੀ ਕੂਚ ਕੀਤਾ। ਉਹ ਵੀ ਕਹਿੰਦੇ ਦਿੱਲੀ ਦੀ ਤਰਜ਼ ਦੇ ਉੱਤੇ ਅੰਦੋਲਨ ਚੱਲੂਗਾ। ਮੈਨੂੰ ਸੀ ਕਿ ਕਲੀਅਰ ਕਰ ਦੇਵਾਂ ਸੰਧਾਲੀਆ ਸਾਹਿਬ, ਕਨਫਿਊਜ਼ਨ ਨਾ ਰਹੇ। ਤੀਸਰੇ ਪਾਸੇ ਸੰਯੁਕਤ ਕਿਸਾਨ ਮੋਰਚਾ,
ਉਹ SKM, ਉਹ ਸੰਯੁਕਤ ਕਿਸਾਨ ਮੋਰਚਾ ਜਿਹਦੀ ਅਗਵਾਈ ਦੇ ਵਿੱਚ ਪੂਰਾ ਸਾਲ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਅੰਦੋਲਨ ਚੱਲਿਆ ਸਾਂਝੇ ਤੌਰ ਤੇ। ਜਿਸ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸਾਰੇ ਭਾਰਤ ਦੀਆਂ ਮੁੱਖ ਕਿਸਾਨ ਧਿਰਾਂ ਜਿਹੜੀਆਂ ਉਹ ਸ਼ਾਮਿਲ ਸੀ, ਪੰਜਾਬ, ਹਰਿਆਣਾ, ਯੂਪੀ, ਉੱਤਰਾਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਸਾਰੇ ਪਾਸੇ, ਤੇਲੰਗਾਨਾ, ਉੜੀਸਾ, ਬੰਗਾਲ ਕੀ, ਇਹ ਉਹ SKM ਹੈ। ਹੁਣ ਇਹਨਾਂ ਨੇ ਆਖਿਆ ਕਿ ਅਸੀਂ ਰਾਜਪਾਲ ਸਾਹਿਬ ਦੇ ਕੋਲੇ ਜਾਣਾ ਹੈ, ਮੰਗ ਪੱਤਰ ਉਹਨਾਂ ਨੂੰ ਦੇਣਾ ਤੇ ਮੰਗ ਪੱਤਰ ਦੇ ਕੇ ਕਹਿਣਾ ਕਿ ਦੇਖੋ ਕਿੰਨੀਆਂ ਜਾਨਾਂ ਗਈਆਂ ਕਿਸਾਨਾਂ ਦੀਆਂ, ਮਜ਼ਦੂਰਾਂ ਦੀਆਂ, ਸਾਡੇ ਹਮਾਇਤੀਆਂ ਦੀਆਂ। ਜਦੋਂ ਅਸੀਂ ਅੰਦੋਲਨ ਕਰਦੇ ਸੀ ਤਾਂ ਤੁਸੀਂ ਕੁਝ ਮੰਗਾਂ ਪ੍ਰਵਾਨ ਕੀਤੀਆਂ ਸੀ, ਲਾਗੂ ਨਹੀਂ ਹੋਈਆਂ, ਕਿਉਂਕਿ ਉਦੋਂ 3-4 ਚੀਜ਼ਾਂ ਸੀ ਸੰਧਾਲੀਆ ਸਾਹਿਬ। MSP ਉੱਤੇ ਕਮੇਟੀ, ਕੇਸ ਵਾਪਸ ਲੈਣੇ ਆ, ਮੁਆਵਜ਼ਾ ਦੇਣਾ ਹੈ, ਇੱਕ ਯਾਦਗਾਰ ਦੀ ਗੱਲ ਸੀ, ਕੁਝ ਹੋਰ ਮੰਗਾਂ ਸੀ ਫੁਟਕਲ। ਹੁਣ ਉਹਦੇ ਵਿੱਚੋਂ ਕਿੰਨੇ ਕੁ ਕੇਸ ਵਾਪਸ ਲੈ ਗਏ ਆ, ਕਿੱਥੇ ਯਾਦਗਾਰ ਬਣੀ ਆ, MSP ਕਮੇਟੀ ਬਣ ਗਈ, ਉਹ ਸੰਯੁਕਤ ਕਿਸਾਨ ਮੋਰਚੇ ਨੇ ਪ੍ਰਵਾਨ ਨਹੀਂ ਕੀਤੀ ਕਿਉਂਕਿ ਉਹਦੇ ਵਿੱਚ ਦਰਜਨਾਂ ਹੀ ਮੈਂਬਰ ਸੀ ਤੇ ਕਹਿਤਾ ਸੀ ਕਿ 2-3 ਮੈਂਬਰ ਤੁਸੀਂ ਆਪ ਦੇ ਦਿਓ। ਗੱਲਾਂ ਉੱਥੇ ਦੀਆਂ ਉੱਥੇ ਖੜੀਆਂ, ਗੱਲਾਂ ਆਸੇ-ਪਾਸੇ ਨਹੀਂ ਗਈਆਂ, ਅੰਦੋਲਨ ਖਤਮ ਹੋ ਗਿਆ। ਹੁਣ ਉਸੇ ਮੁੱਦੇ ਦੇ ਉੱਤੇ ਕਿ ਭਾਈ ਵਾਅਦਾ ਕੀਤਾ ਸੀ, ਅੰਦੋਲਨ ਤੁਸੀਂ ਵਾਪਸ ਕਰਾਤਾ, ਪਰ ਉਹਨਾਂ ਮੰਗਾਂ ਨੂੰ ਪ੍ਰਵਾਨ ਕਰਕੇ ਉਹਨੂੰ ਲਾਗੂ ਕਰਨ ਦੇ ਵਿੱਚ ਤੁਸੀਂ ਆਨਾਕਾਨੀ ਕਰ ਰਹੇ ਹੋ। ਉਹਦੇ ਲਈ ਹੁਣ ਮੰਗ ਪੱਤਰ ਦਿੱਤਾ ਜਾਣਾ। ਮੰਗ ਪੱਤਰ ਦਿੱਤੇ ਜਾਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਦੀ, ਜਿਹਦੇ ਵਿੱਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨੇ, ਉਹਦਾ ਅਗਲਾ ਸਟੈਪ, ਅਗਲਾ ਕਦਮ, ਅਗਲੀ ਰਣਨੀਤੀ ਕੀ ਹੋਊਗੀ, ਉਹਦਾ ਹਾਲ ਦੀ ਘੜੀ ਸੰਧਾਲੀਆ ਸਾਹਿਬ ਇੰਤਜ਼ਾਰ ਕਰਨਾ ਪਊਗਾ। ਨਹੀਂ, ਇਹ ਕਿਉਂਕਿ ਇਹ ਗੱਲ ਤੁਸੀਂ ਚੰਗੀ ਕੀਤੀ ਕਿ ਜਿਹੜਾ ਤੁਸੀਂ ਦੱਸ ਦਿੱਤਾ, ਕਿਉਂਕਿ ਆਮ ਹੀ ਲੋਕ ਇਹ ਸੋਚਦੇ ਵੀ ਯਾਰ ਕਦੀ ਕੋਈ ਉੱਥੇ ਭੁੱਖ ਹੜਤਾਲ ਤੇ ਬਹਿ ਜਾਂਦਾ, ਕੋਈ ਉੱਧਰ ਨੂੰ ਤੁਰ ਪੈਂਦਾ, ਕੋਈ ਫਲਾਣੇ ਥਾਂ ਤੇ ਧਰਨਾ ਲਾ ਲੈਂਦਾ। ਦੇਖੋ ਜੀ, ਹੁਣ ਜੋ ਹੈ ਉਹ ਤੇ ਹੈ ਹੀ, ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਇਸ ਤੋਂ ਪਹਿਲਾਂ ਜੇ ਉਹ ਇਕੱਠੇ ਸੀ ਤੇ ਇਕੱਠੇ ਸੀ, ਜੇ ਹੁਣ ਉਹਨਾਂ ਚੋਂ ਕੁਛ ਤਰ੍ਹਾਂ ਅੱਡੋ ਅੱਡ ਨੇ ਤੇ ਉਹ ਅੱਡੋ ਅੱਡ ਨੇ। ਹੁਣ ਉਹਨਾਂ ਬਾਰੇ ਆਪਾਂ ਕੁਛ ਕਹਿ ਨਹੀਂ ਸਕਦੇ, ਅਲੱਗ-ਅਲੱਗ ਜਥੇਬੰਦੀਆਂ ਨੇ, ਅਲੱਗ-ਅਲੱਗ ਉਹਨਾਂ ਦਾ ਸੰਗਠਨ ਆ, ਪਰ ਉਹਦੇ ਚੋਂ ਇਹ ਜਿਹੜੀ ਇੱਕ ਵੱਡੀ ਧਿਰ ਹੈ ਜਿਹਦੇ ਵਿੱਚ ਕਾਫੀ ਸਾਰੀਆਂ ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੇ ਇਹ ਜਿਹੜਾ ਪ੍ਰੋਗਰਾਮ ਹੈ ਉਹ ਲੀਕਿਆ। ਤੇ ਇਹ ਮੁੱਖ ਤੌਰ 'ਚ ਆਪਾਂ ਦੇਖੀਏ ਤੇ ਜਿਹੜੀ ਕੇਂਦਰ ਸਰਕਾਰ ਹੈ ਉਹਦੇ ਖਿਲਾਫ ਹੀ ਇਹ ਧਰਨਾ ਬਣਦਾ। ਉਹਦੇ ਤੇ ਸਿਰਸਾ ਸਾਹਿਬ, ਕਿਉਂਕਿ ਅੱਜ ਕੱਲ੍ਹ BJP ਦੇ ਲੀਡਰ ਨੇ, ਉਹਨਾਂ ਦਾ ਬਿਆਨ ਮੈਂ ਸੁਣ ਰਿਹਾ ਸੀ, ਉਹ ਕਹਿੰਦੇ ਕਿ ਦੇਖੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਕਿਸਾਨ ਜਥੇਬੰਦੀਆਂ ਬੜੀਆਂ ਸਿਆਣੀਆਂ ਨੇ, ਬੜੇ ਸੂਝਵਾਨ ਬੰਦੇ ਨੇ, ਤੇ ਉਹ ਜਿਵੇਂ ਵਾਰ-ਵਾਰ ਥੋੜ੍ਹੇ ਚਿਰ ਬਾਅਦ ਇਸ ਤਰ੍ਹਾਂ ਧਰਨੇ ਪ੍ਰਦਰਸ਼ਨ ਵਾਲੇ ਪਾਸੇ ਰਾਹ ਤੇ ਤੁਰ ਪੈਂਦੇ ਆ, ਕਹਿੰਦੇ ਵੀ ਇਹਦਾ ਨੁਕਸਾਨ ਹੋਊਗਾ ਪੰਜਾਬ ਨੂੰ, ਕਿਉਂਕਿ ਕੋਈ ਵੀ ਬੰਦਾ ਇਨਵੈਸਟਮੈਂਟ ਜਿਹੜਾ ਕਰਨੀ ਚਾਹੁੰਦਾ ਉਹਨੂੰ ਹੁੰਦਾ ਵੀ ਯਾਰ ਪਤਾ ਨਹੀਂ ਮੈਂ ਕਰੋੜਾਂ ਰੁਪਈਆ ਲਾ ਲਵਾਂ, ਕੱਲ੍ਹ ਨੂੰ ਕਿਸੇ ਉੱਥੇ ਕੋਈ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਜਾਵੇ, ਮੇਰੀ ਇਨਵੈਸਟਮੈਂਟ ਡੁੱਬ ਜਾਵੇ, ਵੀ ਮੈਂ ਇਹ ਤੋਂ ਕੀ ਲੈਣਾ, ਮੈਂ ਕਿਤੇ ਹੋਰ ਚਲੇ ਜਾਣਾ। ਜਾਂ ਹੋਰ ਵੀ 1-2 ਉਦਾਹਰਨਾਂ ਦੇ ਨਾਲ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਸੋ ਕਹਿਣ ਤੋਂ ਭਾਵ ਇਹ ਕਿ ਵੀ ਹੁਣ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ, ਖਾਸ ਕਰਕੇ BJP, ਉਹਨਾਂ ਨੂੰ ਵੀ ਇਹ ਲੱਗਣ ਲੱਗ ਪਿਆ ਵੀ ਇਹ ਨਾ ਹੋਵੇ ਵੀ ਇਹ ਕੰਮ ਦੁਬਾਰਾ ਸ਼ੁਰੂ ਹੋ ਜਾਵੇ, ਕਿਉਂਕਿ ਆਲਰੇਡੀ ਸਾਲ ਸਵਾ ਸਾਲ ਜਦੋਂ ਪਹਿਲਾਂ ਸਾਰਾ ਕੁਝ ਚੱਲਿਆ ਸੀ ਉਹਦੇ ਵਿੱਚ ਕਾਫੀ ਥਾਵਾਂ ਦੇ ਉੱਪਰ ਨੁਕਸਾਨ ਹੋਇਆ ਸੀ BJP ਨੂੰ। ਸੋ ਹੁਣ ਇਹ ਵੀ ਮੇਰਾ ਖਿਆਲ ਗੱਲ ਨੋਟ ਕਰਨ ਵਾਲੀ ਹੈ ਵੀ ਇਹਦਾ ਨੁਕਸਾਨ ਪੰਜਾਬ ਨੂੰ ਹੁੰਦਾ, ਆਮ ਲੋਕਾਂ ਨੂੰ ਹੁੰਦਾ, ਲੀਡਰਾਂ ਨੂੰ ਹੁੰਦਾ, ਰਾਜਨੀਤੀ ਨੂੰ ਹੁੰਦਾ, ਜਾਂ ਫਿਰ ਜਿੱਦਾਂ ਹੁਣ ਕਿਸਾਨ ਧਿਰਾਂ ਆਪਸ ਦੇ ਵਿੱਚ ਪਾਟੋ ਤਾੜ ਹੋਈਆਂ ਪਈਆਂ ਨੇ ਉਹਨਾਂ ਨੂੰ ਹੁੰਦਾ। ਨਹੀਂ, ਇਹ ਦੇਖਣਾ ਪਊਗਾ ਸੰਧਾਲੀਆ ਸਾਹਿਬ, ਜ਼ਰੂਰੀ ਹੈ, ਕਿਉਂਕਿ ਜੇ ਨਹੀਂ, ਕਿਉਂਕਿ ਨੁਕਸਾਨ ਆਖਰਕਾਰ ਹੈ ਤਾਂ ਦੇਸ਼ ਨੂੰ, ਕਿਉਂਕਿ ਜੇ ਕਿਸਾਨ ਧਿਰਾਂ ਸੜਕ ਤੇ ਨਹੀਂ ਆਉਂਦੀਆਂ, ਕਿਸਾਨ ਮਰਦਾ। ਜੇ ਸੜਕ ਤੇ ਆਉਂਦੀਆਂ ਤਾਂ ਫਿਰ ਸਿਰਸਾ ਸਾਹਿਬ ਦੀ ਗੱਲ ਹੈ ਕਿ ਭਾਈ ਜਿਹੜਾ ਇਨਵੈਸਟਮੈਂਟ ਕਰਨ ਵਾਲਾ ਬੰਦਾ, ਜਿਹੜਾ ਨਿਵੇਸ਼ ਕਰਨ ਵਾਲਾ ਬੰਦਾ, ਉਹਦੇ ਲਈ ਪੰਜਾਬ ਇੱਕੋ ਇੱਕ ਥਾਂ ਨਹੀਂ, ਉਹਦੇ ਕੋਲ ਤਾਂ ਹਰਿਆਣਾ ਵੀ ਹੈਗਾ, ਉਹਦੇ ਕੋਲ ਤਾਂ ਗੁਜਰਾਤ ਵੀ ਹੈਗਾ, ਉਹਦੇ ਕੋਲੇ ਮੱਧ ਪ੍ਰਦੇਸ਼ ਤੇ ਯੂਪੀ ਦਾ ਪੱਛਮੀ ਹਿੱਸਾ ਵੀ ਹੈਗਾ। ਉਹ ਇੱਥੇ ਫੈਕਟਰੀ ਨਹੀਂ ਲਾਊ, ਕਿਤੇ ਹੋਰ ਲਾ ਦੂ। ਉਹਨੇ ਤਾਂ ਆਪਣੇ, ਕਿਉਂਕਿ ਜਿਹਨੇ ਇਨਵੈਸਟਮੈਂਟ ਕਰਨੀ ਉਹਨੇ ਇਸ ਕਰਕੇ ਨਹੀਂ ਕਰਨੀ ਕਿ ਲੋਕਾਂ ਦਾ ਢਿੱਡ ਭਰੇ, ਜਿਹਨੇ ਪੈਸੇ ਲਾਉਣੇ ਉਹਨੇ ਇਸ ਕਰਕੇ ਨਹੀਂ ਲਾਉਣੇ ਕਿ ਲੋਕਾਂ ਦੀ ਆਮਦਨ ਵਧੇ। ਉਹਨੇ ਕਹਿਣਾ ਕਿ ਮੈਂ ਪੈਸਾ ਲਾ ਕੇ ਪੈਸਾ ਕਮਾਉਣਾ ਕਿੱਦਾਂ, ਮੇਰੀ ਆਮਦਨ ਵੱਧਦੀ ਕਿੱਦਾਂ, ਮੇਰਾ ਕਾਰੋਬਾਰ ਜਿਹੜਾ ਵੱਧਦਾ ਫੁੱਲਦਾ ਕਿੱਦਾਂ। ਪਰ ਠੀਕ ਹੈ ਸਿਰਸਾ ਸਾਹਿਬ, ਤੁਹਾਡੀ ਗੱਲ ਤੋਂ ਕੋਈ ਬੰਦਾ ਇਨਕਾਰੀ ਨਹੀਂ ਕਿ ਪੰਜਾਬ ਅੱਜ ਇਕੱਲਾ ਖੇਤੀਬਾੜੀ ਦੇ ਆਧਾਰ ਦੇ ਉੱਤੇ ਚੱਲ ਨਹੀਂ ਸਕਦਾ, ਸਾਨੂੰ ਉਦਯੋਗਾਂ ਦੀ ਲੋੜ ਹੈ, ਸਾਨੂੰ ਫੈਕਟਰੀਆਂ ਦੀ ਲੋੜ ਹੈ। ਪਰ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਹੈ ਕਿ ਆਪਾਂ ਫੈਕਟਰੀਆਂ ਤਾਂ ਲਾ ਲਾਂਗੇ, ਪਰ ਜੇ ਮੁੜ ਕੇ ਕਿਸਾਨ ਅੰਨਦਾਤਾ ਜਿਹਨੇ ਸਾਰੇ ਦੇਸ਼ ਨੂੰ ਭੁੱਖਮਰੀ ਤੋਂ ਬਾਹਰ ਕੱਢਿਆ ਸੀ ਆਪ ਭੁੱਖਾ ਮਰਨ ਲੱਗ ਪਿਆ, ਫਿਰ ਉਧਰ ਵੀ ਕੀ ਕਰਾਂਗੇ। ਤੁਹਾਡੀ ਸਰਕਾਰ ਹੈ ਸਿਰਸਾ ਸਾਹਿਬ, ਤੁਸੀਂ ਭਾਰਤੀ ਜਨਤਾ ਪਾਰਟੀ ਚੋਂ ਦੇਸ਼ ਦੇ ਵੱਡੇ ਵੱਡੇ ਲੀਡਰਾਂ ਦੇ ਨਾਲ, ਮਾਣਯੋਗ ਜਿਹੜੇ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਸਾਹਿਬਾਨ ਨੇ, ਉਹਨਾਂ ਦੇ ਨਾਲ ਤੁਹਾਡੀਆਂ ਫੋਟੋਜ਼, ਵੀਡੀਓਜ਼ ਆਮ ਦੇਖਦੇ ਆ, ਤੁਹਾਡੇ ਘਰਾਂ ਦੇ ਵਿੱਚ ਉਹਨਾਂ ਦਾ ਆਉਣਾ ਜਾਣਾ। ਤੁਸੀਂ ਪੰਜਾਬ 'ਚ ਰਹੇ ਹੋ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ, ਪੰਜਾਬ ਦੀ ਸਰਕਾਰ ਨੇ ਤੁਹਾਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਸੀ, ਤੁਸੀਂ ਅਕਸਰ ਆਉਂਦੇ ਜਾਂਦੇ ਸੀ। ਤੇ ਜਿਸ ਪਾਰਟੀ ਤੁਸੀਂ ਇੰਨਾ ਲੰਬਾ ਸਮਾਂ ਰਿਹਾ ਉਹ ਕਿਸਾਨਾਂ ਦੀ ਪਾਰਟੀ ਮੰਨੀ ਜਾਂਦੀ ਹੈ। ਤੁਹਾਨੂੰ ਤਾਂ ਅਸਲ ਕਹਾਣੀ ਦਾ ਪਤਾ ਹੋਣਾ। ਕੱਢੋ ਇੱਕ ਵਾਰੀ ਕੰਨੀ, ਕੱਢੋ ਸਰਕਾਰ ਦੇ ਮੰਤਰੀਆਂ ਦੀ ਕੰਨੀ ਕਿ ਭਾਈ ਇਹ ਜਿਹੜੇ ਬੰਦੇ ਆ ਨਾ,
ਇਹ ਜਿਹੜੇ ਸੜਕਾਂ ਤੇ ਬਹਿੰਦੇ ਆ, ਸੜਕਾਂ ਦੇ ਕਿਨਾਰਿਆਂ ਤੇ ਬਹਿੰਦੇ ਆ, ਜਿਹੜਾ ਮੰਗ ਪੱਤਰ ਹੁਣੇ ਹੀ ਆਇਆ ਫੈਕਸ, ਈਮੇਲ ਜਾਂ ਚਿੱਠੀ 'ਚ, ਇਹਨਾਂ ਦੀ ਅਸਲ ਦੇ ਵਿੱਚ ਆਹ ਸਮੱਸਿਆ ਜੀ। ਇਹ ਵਿਚਾਰੇ ਔਖੇ ਹੋ ਕੇ ਬਹਿੰਦੇ ਆ, ਇਹਨਾਂ ਦੀ ਮਜਬੂਰੀ ਹੈ, ਇਹਨਾਂ ਦਾ ਭਵਿੱਖ ਤਬਾਹ ਹੋ ਚੱਲਿਆ, ਇਹਨਾਂ ਦਾ ਪਾਣੀ ਚਲੇ ਗਿਆ, ਇਹਨਾਂ ਦੀਆਂ ਜ਼ਮੀਨਾਂ ਜ਼ਹਿਰੀਲੀਆਂ ਹੋ ਗਈਆਂ। ਮਾੜਾ ਜਿਹਾ ਕਰਾਓ। ਤੁਸੀਂ ਦਿੱਲੀ ਬੈਠੇ ਹੋ, ਤੁਸੀਂ ਸਰਕਾਰ 'ਚ ਬੈਠੇ ਹੋ, ਤੁਹਾਡੀ ਪਾਰਟੀ ਦੀ ਸਰਕਾਰ ਹੈ, ਤੁਸੀਂ ਕਰ ਸਕਦੇ ਹੋ। ਛੋਟਾ ਜਿਹਾ ਪੰਜਾਬ ਹੈ, ਕੇਂਦਰ ਸਰਕਾਰ ਦੇ ਕੋਲੇ ਬਹੁਤ ਸਕੀਮਾਂ ਹੁੰਦੀਆਂ, ਬਹੁਤ ਕੁਝ ਹੁੰਦਾ ਕੇਂਦਰ ਸਰਕਾਰ ਦੇ ਕੋਲ। ਉਹ ਮਾੜੀ ਜਿਹੀ ਸਿੱਧੀ ਉਂਗਲੀ ਨੂੰ ਟੇਢੀ ਕਰਨ, ਟੇਢੀ ਉਂਗਲੀ ਨੂੰ ਸਿੱਧੀ ਕਰਨ, ਆ ਪੰਜਾਬ ਦੇ ਲੱਖਾਂ ਕਿਸਾਨਾਂ ਦਾ ਭਲਾ ਹੋ ਜੂ। ਨਹੀਂ, ਬਿਲਕੁਲ ਹੋ ਸਕਦਾ। ਕੱਲ ਤੇ ਉਸ ਕਲਮ ਦੀ ਹੈ ਨਾ, ਕਲਮ ਏਕਰਾਂ ਝਰੀਟ ਦੇਵੇ ਕੁਛ ਨਾ ਕੁਛ ਚੰਗਾ ਤੇ ਆਪੇ ਗੱਲ ਬਣ ਜਵੇ। ਬਾਕੀ ਚਲੋ ਕਲਮਾਂ ਦੇ ਨਾਲ ਹੁਣ ਕੀ ਨਿਬੜਨਾ ਕੀ ਨਹੀਂ ਨਿਬੜਨਾ ਇਹ ਤੇ ਪਤਾ ਨਹੀਂ, ਪਰ ਇਸੇ ਕਲਮ ਨਾਲ ਅੱਜ ਕੱਲ੍ਹ ਕਹਿੰਦੇ ਲੀਗਲ ਨੋਟਿਸ ਲਿਖ ਕੇ ਭੇਜੇ ਜਾਣ ਲੱਗ ਪਏ ਨੇ। ਜੇ ਕੱਲ੍ਹ ਤੱਕ ਇੱਕੋ ਹੀ ਪਾਰਟੀ ਸੀ, ਲੀਡਰਸ਼ਿਪ ਸੀਗੀ ਇਕੱਠੀ, ਸਤਿਕਾਰ ਵੀ ਸੀਗਾ, ਪਰ ਹੁਣ ਉਸੇ ਪਾਰਟੀ ਦੇ ਵਿੱਚੋਂ ਅੱਡੋ ਅੱਡ ਹੋ ਕੇ ਤੇ ਇੱਕ ਦੂਸਰੇ ਦੇ ਖਿਲਾਫ ਖੜੇ ਨਜ਼ਰ ਆਉਂਦੇ ਨੇ ਲੀਡਰ। ਪਿਛਲੇ ਦਿਨੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਜਲਾਸ ਸੀਗਾ, ਉਹਦੇ ਵਿੱਚ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਜਿਸ ਤਰ੍ਹਾਂ ਬੀਬੀ ਜਗੀਰ ਕੌਰ ਹੋਰਾਂ ਨੇ ਵੱਖਰੇ ਤੌਰ ਤੇ ਮੋਰਚਾ ਖੋਲ੍ਹਿਆ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਮੈਂ ਐਤਕੀ ਇਲੈਕਸ਼ਨ ਲੜਨੀ ਆ, ਕਾਫੀ ਉਦੋਂ ਜ਼ੋਰ ਅਜ਼ਮਾਇਸ਼ ਵੀ ਹੋਈ। ਚਲੋ ਉਹ ਜਿੱਤ ਨਹੀਂ ਸਕੇ, ਧਾਮੀ ਸਾਹਿਬ ਦੁਬਾਰਾ ਪ੍ਰਧਾਨ ਬਣ ਗਏ, ਪਰ ਉਸ ਦੌਰਾਨ ਜਿਹੜੀ ਕੁੜੱਤਣ ਵੱਧ ਗਈ ਸੀ, ਖਾਸ ਕਰਕੇ ਅਕਾਲੀ ਦਲ ਦੇ ਖਿਲਾਫ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਜਿਸ ਤਰ੍ਹਾਂ ਦੇ ਬਿਆਨ ਆਏ ਸੀਗੇ, ਮੈਨੂੰ ਲੱਗਦਾ ਵੀ ਉਹ ਟਸਲ ਅਜੇ ਵੀ ਆਪਸ ਦੇ ਵਿੱਚ ਉਸੇ ਤਰ੍ਹਾਂ ਰਿੜਕੀ ਜਾ ਰਹੀ ਹੈ। ਹੁਣ ਇੱਧਰ ਬਰਨਾਲੇ ਵਾਲੇ ਪਾਸੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੈਂਬਰ ਨੇ, ਉਹਨਾਂ ਨੇ ਇੱਕ ਲੀਗਲ ਨੋਟਿਸ ਭੇਜ ਦਿੱਤਾ, ਇੱਕ ਸ਼ਾਇਦ ਮੈਨੇਜਰ ਸਾਹਿਬ ਦੀ ਨਿਯੁਕਤੀ ਨੂੰ ਲੈ ਕੇ, ਤੇ ਉੱਥੇ ਕੁਝ ਹੋਰਨਾਂ ਚੀਜ਼ਾਂ ਦੇ ਬਾਰੇ 'ਚ ਜਿਹੜਾ ਬੀਬੀ ਜਗੀਰ ਕੌਰ ਹੋਰਾਂ ਦਾ ਬਿਆਨ ਸੀਗਾ, ਉਹ ਕਹਿੰਦੇ ਵੀ SGPC ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਨੇ ਬਦਨਾਮ ਕੀਤਾ। ਹੁਣ ਜਾਂ ਤੇ ਜਨਤਕ ਮਾਫੀ ਮੰਗਣ, ਨਹੀਂ ਤੇ ਫਿਰ ਆਪਾਂ ਹੁਣ ਇਹਨਾਂ ਤੇ ਕਾਨੂੰਨੀ ਕਾਰਵਾਈ ਕਰਾਂਗੇ। ਚਲੋ ਠੀਕ ਹੈ ਸੰਧਾਲੀਆ ਸਾਹਿਬ, ਜੇ ਕਿਸੇ ਨੇ ਕੋਈ ਗਲਤ ਬਿਆਨਬਾਜ਼ੀ ਕੀਤੀ ਹੈ ਤਾਂ ਲੀਗਲ ਨੋਟਿਸ ਭੇਜ ਦੇਣਾ ਚਾਹੀਦਾ। ਬੀਬੀ ਜੀ ਜੇ ਠੀਕ ਹੋਣਗੇ ਆਪਣਾ ਜਵਾਬ ਦੇ ਦੇਣਗੇ। ਪਰ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਕਿ ਕੱਲ ਤੱਕ ਇੱਕੋ ਪਾਰਟੀ 'ਚ ਸੀ, ਇਕੱਠੇ ਮੀਟਿੰਗਾਂ ਦੇ ਵਿੱਚ ਬਹਿੰਦੇ ਹੁੰਦੇ ਸੀ, ਹੁਣ ਦੇਖੋ ਗੱਲ ਕਿੱਥੇ ਤੱਕ ਅੱਪੜ ਗਈ। ਸੰਧਾਲੀਆ ਸਾਹਿਬ, ਕੁਰਸੀ ਕਈ ਕੁਛ ਕਰਾਉਂਦੀ ਹੈ। ਕੁਰਸੀ ਤਾਂ ਜਾਣੀ ਕਮਾਲ ਦੀ ਹੁੰਦੀ ਹੈ, ਤਾਕਤ। ਕੁਰਸੀ ਕੀ ਹੈ? ਕੁਰਸੀ ਤੇ ਬੈਠਣ ਦਾ ਤਾਂ ਨਹੀਂ ਸ਼ੌਕ ਹੁੰਦਾ, 500 ਰੁਪਈਏ ਦੀ ਬਾਜ਼ਾਰ 'ਚੋਂ ਮਿਲਦੀ, ਸਾਰਾ ਪਿੰਡ ਲੈ ਆਓ। ਮਸਲਾ ਤਾਂ ਉਹ ਕੁਰਸੀ ਹੈ ਨਾ ਜਿਹਦੇ ਤੇ ਬੈਠ ਕੇ ਤਾਕਤ ਮਿਲਦੀ ਹੈ, ਜਿਹਦੇ ਤੇ ਬੈਠ ਕੇ ਹੁਕਮ ਚਲਾਉਣ ਦਾ ਜਿਹੜਾ ਬਲ ਮਿਲਦਾ ਹੈ। ਹੁਣ ਉਹ ਕੁਰਸੀ ਚਾਹੀਦੀ ਹੈ ਭਾਈ। ਤਾਕਤ ਕਿਸੇ ਨੂੰ ਮਿਲ ਗਈ, ਕਿਸੇ ਨੂੰ ਨਹੀਂ ਮਿਲੀ। ਹੁਣ ਬਹੁਤ ਵੱਡਾ ਇੱਕ ਸਵਾਲ ਹੈ ਕਿ ਆਖਿਰਕਾਰ ਬੀਬੀ ਜਗੀਰ ਕੌਰ ਹੋਰੀ ਜੇ ਨੋਟਿਸ ਦਾ ਚਲੋ ਜਵਾਬ ਦੇ ਦੇਣਗੇ, ਅਗਲਿਆਂ ਨੇ ਵੀ ਕੋਸ਼ਿਸ਼ ਕਰਨੀ ਹੈ ਕਿ ਬੀਬੀ ਜੀ ਨੇ ਹਫ਼ਤਾ ਇੱਕ ਪੜ੍ਹਨੇ ਪਾਈ ਰੱਖਿਆ, ਬੱਟੋ ਬੱਟ ਪਾਈ ਰੱਖਿਆ, ਹੁਣ ਬੀਬੀ ਨੂੰ ਬੱਟੋ ਬੱਟ ਪਾਈਏ। ਕੋਸ਼ਿਸ਼ ਤਾਂ ਅਗਲੇ ਕਰਨਗੇ ਭਾਈ, ਕਿਉਂ ਨਹੀਂ ਕਰਨਗੇ? ਜਦੋਂ ਨਾਲ ਹੁੰਦੇ ਤਾਂ ਕਈ ਗੱਲਾਂ ਇਗਨੋਰ ਕਰਨੀਆਂ ਪੈਂਦੀਆਂ, ਤੇ ਜਦੋਂ ਨਾਲ ਨਹੀਂ ਹੁੰਦੇ ਤੇ ਉਦੋਂ ਫਿਰ ਛੋਟੀ ਜਿਹੀ ਗੱਲ ਵੀ ਇਗਨੋਰ ਨਹੀਂ ਕੀਤੀ ਜਾਂਦੀ। ਸੰਧਾਲੀਆ ਸਾਹਿਬ, ਮੈਂ ਸੋਚ ਰਿਹਾ ਸੀ ਕਿ ਬੀਬੀ ਜਗੀਰ ਕੌਰ ਹੋਰੀ ਪਹਿਲੇ 15-20 ਦਿਨ ਤਾਂ ਜਦੋਂ ਉਹਨਾਂ ਨੇ ਕਿਹਾ ਸੀ ਕਿ ਮੈਂ SGPC ਦੀ ਪ੍ਰਧਾਨਗੀ ਦੀ ਚੋਣ ਲੜਨੀ ਆ, ਮੈਂ ਲਿਫਾਫਾ ਕਲਚਰ ਖਤਮ ਕਰਨਾ, ਉਨੀ ਦੇਰ ਤੋਂ ਬਹੁਤ ਸਰਗਰਮ ਰਹੇ, SGPC ਦੇ ਮੈਂਬਰਾਂ ਨੂੰ ਮਿਲਦੇ ਰਹੇ, ਟੈਲੀਫੋਨ ਉਹਨਾਂ ਨੂੰ ਆਉਂਦੇ ਰਹੇ। ਉਨੀ ਦੇਰ ਇੱਕ ਟੀਚਾ ਸੀ ਕਿ ਭਾਈ ਮੈਂ SGPC ਦੀ ਪ੍ਰਧਾਨ ਬਣ ਜਾ, ਨਹੀਂ ਬਣ ਸਕੇ। ਵੋਟਾਂ 44 ਪਈਆਂ, ਠੀਕ ਹੈ, ਕੋਈ ਗੱਲ ਨਹੀਂ। ਹੁਣ ਸਵਾਲ ਇਹ ਵੀ ਪੈਦਾ ਹੁੰਦਾ ਕਿ ਆਖਿਰਕਾਰ ਬੀਬੀ ਜਗੀਰ ਕੌਰ ਕੀ ਕਰਨ, ਕੀ ਪਹਿਲਾਂ ਕੀ ਹੁੰਦਾ ਸੀ, ਹਾਰ ਹੋਵੇ ਜਿੱਤ ਹੋਵੇ, ਅਕਾਲੀ ਦਲ ਦੀਆਂ ਕੋਰ ਕਮੇਟੀ ਦੀ ਬੈਠਕ ਹੁੰਦੀ ਹੈ, ਕੋਈ ਹੁੰਦੀ ਆ, ਬੀਬੀ ਜਗੀਰ ਕੌਰ ਹੋਰਾਂ ਦੀ ਕੁਰਸੀ ਨਾਲ ਡੱਠਦੀ ਸੀ, ਕਮੇਟੀਆਂ 'ਚ ਵੀ ਅਗਲੇ ਲੈ ਲੈਂਦੇ ਸੀ, ਕਦੇ ਕਦੇ ਇਹ ਵੀ ਕਹਿੰਦੇ ਸੀ ਪ੍ਰੈਸ ਕਾਨਫਰੰਸ ਵੀ ਕਰੋ। ਹੁਣ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ ਤਾਂ ਸੱਦਣਾ ਹੀ ਕਿਉਂ, ਕਰਨ ਬੀਬੀ ਜੀ ਨੂੰ ਕੱਢਤਾ। ਹੁਣ ਇੱਕ ਬਹੁਤ ਵੱਡਾ ਸਵਾਲ ਹੈ ਕਿ ਬੀਬੀ ਜੀ ਕਰਨਗੇ ਕੀ, ਕਿਉਂਕਿ ਬੀਬੀ ਜੀ ਇਹ ਬਾਰੇ ਇੰਨਾ ਤਾਂ ਪਤਾ ਲੱਗਾ ਸੀ ਕਿ ਉਹ ਲਗਾਤਾਰ ਲਾਮਬੰਦੀ 'ਚ ਲੱਗੇ ਆ, ਉਹ ਲਗਾਤਾਰ SGPC ਦੇ ਮੈਂਬਰਾਂ ਦੇ ਤਾਂ ਸੰਪਰਕ 'ਚ ਹੈਗੇ ਆ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਵੀ ਸੰਪਰਕ ਕਰ ਰਿਹਾ। ਉਹ ਲੀਡਰਸ਼ਿਪ ਨਹੀਂ ਉੱਪਰਲੀ, ਉਹ ਲੀਡਰ ਜਿਹੜੇ ਥੋੜ੍ਹੇ ਜਿਹਾ ਖੂੰਜੇ, ਨੁੱਕਰੇ, ਇੱਕ ਪਾਸੇ ਲੱਗੇ ਹੋਏ ਮਹਿਸੂਸ ਕਰ ਰਿਹਾ, ਕਹਿੰਦੇ ਜੀ ਉਹਨਾਂ ਨਾਲ ਸੰਪਰਕ 'ਚ ਹੈ। ਤੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਬੀਬੀ ਜੀ ਦਾ ਅਗਲਾ ਸਟੈਪ ਕੀ ਹੋਊਗਾ? ਸਾਲ ਇੱਕ ਚੁੱਪ ਕਰਕੇ ਥੋੜੀ ਬੈਠਣਗੇ ਘਰੇ। ਕੀ ਉਹ ਢੀਂਡਸਾ ਗਰੁੱਪ ਨਾਲ ਜਾਣਗੇ? ਕੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਕੋਈ ਨਵੀਂ ਧਿਰ ਖੜੀ ਕਰਨਗੇ? ਕੀ ਉਹ ਕੋਈ ਧਾਰਮਿਕ ਜਥੇਬੰਦੀ ਬਣਾਉਣਗੇ? ਕੁਛ ਤਾਂ ਬਣਾਉਣਗੇ ਬੀਬੀ ਜੀ, ਚੁੱਪ ਕਰਕੇ ਨਹੀਂ ਬੈਠ ਸਕਦੇ। SGPC ਦੀਆਂ ਚੋਣਾਂ ਦੇ ਚਰਚੇ ਨੇ, ਇੱਥੋਂ ਤੱਕ ਵੀ ਪਤਾ ਲੱਗਾ ਕਿ ਪੰਜਾਬ ਸਰਕਾਰ ਵੀ ਕੋਈ ਨਾ ਕੋਈ ਹਿਲਜੁਲ ਕਰੂਗੀ ਆਉਣ ਵਾਲੇ ਸਮੇਂ 'ਚ। ਕੇਂਦਰ ਸਰਕਾਰ ਨੂੰ ਜਾਂ ਗੁਰਦੁਆਰਾ ਜਿਹੜਾ ਕਮਿਸ਼ਨ ਹੈ ਉਹਨੂੰ ਵੀ ਆਖ ਸਕਦੀ ਹੈ ਕਿ ਭਾਈ SGPC ਦੀਆਂ ਚੋਣਾਂ 10-11 ਸਾਲ ਹੋਈਆਂ ਹੋਈ ਨਹੀਂ, 5 ਸਾਲਾਂ 'ਚ ਹੋਣੀਆਂ ਚਾਹੀਦੀਆਂ, ਛੇਤੀ ਕਰਾਓ। ਪ੍ਰਬੰਧਾਂ ਦੇ ਵਿੱਚ ਕਿਸੇ ਪਾਸਿਓਂ ਪੰਜਾਬ ਸਰਕਾਰ ਦੀ ਲੋੜ ਹੈ ਤੇ ਆਪਾਂ ਤੁਹਾਡੇ ਲਈ ਹਾਜ਼ਰ ਹਾਂ ਭਾਈ। ਹੁਣ ਜੇ SGPC ਦੀਆਂ ਚੋਣਾਂ ਭਵਿੱਖ ਦੇ ਵਿੱਚ ਆਉਂਦੀਆਂ, ਬਹੁਤ ਵੱਡਾ ਸਵਾਲ ਹੈ ਸੰਧਾਲੀਆ ਸਾਹਿਬ। ਇੱਕ ਪਾਸੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ, ਇੱਕ ਪਾਸੇ ਭਾਈ ਬਡਾਲਾ ਸਾਹਿਬ ਨੇ, ਇੱਕ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ MP ਸਾਹਿਬ ਨੇ।
ਇਹ ਤਿੰਨ ਧਿਰਾਂ ਜਿਹੜੀਆਂ ਮੁੱਖ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਿਰੋਧਤਾ ਕਰਦੀਆਂ ਹੁੰਦੀਆਂ ਸੀ, ਖਿਲਾਫ ਖੜਦੀਆਂ ਸੀ। ਹੁਣ ਬੀਬੀ ਜਗੀਰ ਕੌਰ ਵੀ ਧਿਰ ਨੇ। ਸਵਾਲ ਇਹ ਵੀ ਹੈ ਕਿ ਕੀ ਇਹ ਸਾਰੀਆਂ ਧਿਰਾਂ ਇਕੱਠੀਆਂ ਹੋ ਪਾਉਣਗੀਆਂ, ਕਿਉਂਕਿ ਅਕਸਰ ਆਪਾਂ ਇੱਕ ਗੱਲ ਤਾਂ ਦੇਖੀ ਸਮਝ ਲਈ ਕਿ ਅਕਾਲੀ ਦਲ ਦੇ ਐਸਜੀਪੀਸੀ ਦੇ ਵਿੱਚ ਪ੍ਰਧਾਨਗੀ ਦੇ ਖਿਲਾਫ ਉਮੀਦਵਾਰ ਵਿਰੋਧੀ ਧਿਰਾਂ ਖੜੀਆਂ ਕਰਦੀਆਂ ਸੀ। ਐਤਕੀ ਬੀਬੀ ਜਗੀਰ ਕੌਰ ਖੜੇ ਹੋਏ, ਕਿਸੇ ਨੇ ਉਮੀਦਵਾਰ ਨਹੀਂ ਖੜਾ ਕੀਤਾ। ਉਹ ਜਿਹੜੀਆਂ 40 42 44 ਵੋਟਾਂ ਬੀਬੀ ਜਗੀਰ ਕੌਰ ਹੋਰਾਂ ਨੂੰ ਪਈਆਂ, ਉਹ ਵਿਰੋਧੀ ਧਿਰਾਂ ਦੀਆਂ ਪਈਆਂ। ਕੀ ਕਿਤੇ ਨਾ ਕਿਤੇ ਇਦਾਂ ਦੇ ਕੋਈ ਹਾਲਾਤ ਤਾਂ ਨਹੀਂ ਪੈਦਾ ਹੋ ਜਾਣਗੇ ਕਿ ਭਾਈ ਜੇ ਹੋਰ 6 ਮਹੀਨਿਆਂ ਨੂੰ, ਸਾਲ ਨੂੰ, 8 ਮਹੀਨਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਵੋਟਾਂ, ਜਿੱਥੇ ਕਿ ਆਮ ਸਿੱਖ ਵੋਟ ਪਾਊਗਾ, ਜੇ ਕਿਤੇ ਉਹ ਆਮ ਵੋਟਾਂ ਦੇ ਲਈ ਢੋਲ ਦੇ ਉੱਤੇ ਡਗਾ ਲੱਗਦਾ, ਆਮ ਵੋਟਾਂ ਲਈ ਕੋਈ ਐਲਾਨ ਹੁੰਦਾ, ਤਾਂ ਕਿਤੇ ਬੀਬੀ ਜਗੀਰ ਕੌਰ ਹੋਰੀ ਸਾਂਝੇ ਰੂਪ ਦੇ ਵਿੱਚ ਵਿਰੋਧੀ ਧਿਰਾਂ ਦੇ ਪ੍ਰਧਾਨ ਦੇ ਲਈ ਉਮੀਦਵਾਰ ਤਾਂ ਨਹੀਂ ਹੋ ਜਾਣਗੇ। ਮੈਂ ਨਹੀਂ ਕਹਿੰਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ, ਕਿਉਂਕਿ ਉਹਨਾਂ ਨੇ ਤਾਂ ਐਤਕੀ ਵੀ ਕਿਹਾ ਸੀ ਅਸੀਂ ਬਾਈਕਾਟ ਕਰਾਂਗੇ, ਸਾਡੇ ਬੰਦੇ ਨਹੀਂ ਵੋਟਾਂ ਪਾਉਣਗੇ। ਇਹ ਬਹੁਤ ਗਾਂਹ ਦੀ ਗੱਲ ਹੈ, ਪਰ ਹੋ ਸਕਦਾ ਹੈ ਕਿ ਇਸ ਗੱਲ, ਜਿਹੜੀ ਗੱਲ ਆਪਾਂ ਨੂੰ ਅੰਦਾਜ਼ਾ ਲੱਗ ਸਕਦਾ ਸੰਧਾਲੀਆ ਸਾਹਿਬ, ਉਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵੀ ਤਾਂ ਪਤਾ ਹੀ ਹੋਊਗਾ ਕਿ ਭਾਈ ਇਦਾਂ ਕਿਤੇ ਨਾ ਕਿਤੇ ਕੁਝ ਹੋ ਸਕਦਾ, ਤਾਂ ਫਿਰ ਭਾਈ ਅਗਲੇ ਕੋਈ ਨਾ ਕੋਈ ਪ੍ਰਬੰਧ ਤਾਂ ਕਰਨਗੇ ਨਾ। ਨਹੀਂ ਕਰਨਗੇ। ਤੁਸੀਂ ਦੇਖੋ ਇਹ ਸਾਰੇ ਕੁਛ ਦੇ ਵਿੱਚ ਨਾ, ਜਿਹੜੀ ਹੁਣ ਆਪਾਂ ਚਰਚਾ ਕਰ ਰਹੇ ਹਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ 'ਚ ਪ੍ਰਧਾਨਗੀ ਦੀ ਚੋਣ ਦਾ ਚੱਕਰ ਸੀਗਾ, ਉਹਦੇ ਤੋਂ ਬਾਅਦ ਇੱਕ ਐਪੀਸੋਡ ਹੋਇਆ ਸੀ, ਤੇ ਉਹ ਐਪੀਸੋਡ ਹੋਇਆ ਸੀ ਮਲੂਕਾ ਸਾਹਿਬ ਦੇ ਇੱਕ ਬਿਆਨ ਨੂੰ ਲੈ ਕੇ, ਜਿੱਥੇ ਚਰਚਾ ਚੱਲ ਪਈ ਸੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਦੁਬਾਰਾ ਹੋ ਸਕਦਾ ਹੈ ਕਿ ਨਹੀਂ। ਪਰ ਜਿਸ ਤਰ੍ਹਾਂ ਦੇ ਤੱਤੇ ਬਿਆਨ ਬੀਜੇਪੀ ਦੀ ਲੀਡਰਸ਼ਿਪ ਵਾਲੇ ਪਾਸਿਓਂ ਆਏ ਸੀ, ਬਾਅਦ ਦੇ ਵਿੱਚ ਮਲੂਕਾ ਸਾਹਿਬ ਵੀ ਕਹਿ ਗਏ ਸੀ ਵੀ ਜਾਓ ਸਾਡੀਆਂ ਕਿਹੜੀਆਂ ਬਾਹਾਂ ਆਕੜੀਆਂ। ਇਹਦਾ ਮਤਲਬ ਇਹ ਹੋ ਗਿਆ ਵੀ ਉਹ ਐਪੀਸੋਡ ਲੰਘਣ ਤੋਂ ਬਾਅਦ ਦੁਬਾਰਾ ਜੇ ਇੱਧਰੋਂ ਉੱਧਰੋਂ ਤਾਪਮਾਨ ਚੈੱਕ ਕੀਤਾ ਹੋਊਗਾ ਵੀ ਹਾਂਜੀ ਹੁਣ ਕੀ ਬਣਦੀ ਹੈ ਗੱਲ, ਤੇ ਉਹਦੇ 'ਚ ਵੀ ਉੱਦਾਂ ਹੀ ਲੱਗਿਆ ਵੀ ਨਹੀਂ, ਵੀ ਇੱਕ ਪਾਸੇ ਬੀਜੇਪੀ ਹੈ, ਦੂਸਰੇ ਪਾਸੇ ਅਕਾਲੀ ਦਲ ਹੈ। ਤੇ ਹਰਜੀਤ ਸਿੰਘ ਗਰੇਵਾਲ ਸਾਹਿਬ ਦਾ ਮੈਂ ਬਿਆਨ ਇੱਕ ਹੋਰ ਪੜ੍ਹ ਰਿਹਾ ਸੀ, ਜਿਹਦੇ 'ਚ ਉਹ ਕਹਿੰਦੇ ਸੀ ਕਿ ਵੀ ਦੇਖੋ ਜੀ, ਨਾ ਤੇ ਕੇਂਦਰੀ ਲੀਡਰਸ਼ਿਪ ਹੀ ਤੇ ਨਾ ਪੰਜਾਬ ਵਾਲੀ ਲੀਡਰਸ਼ਿਪ ਹੀ ਚਾਹੁੰਦੀ ਹੈ ਵੀ ਆਪਾਂ ਅਕਾਲੀ ਦਲ ਦੇ ਨਾਲ, ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਕੋਈ ਗੱਠਜੋੜ ਕਰੀਏ। ਸੋ ਇਹਦਾ ਮਤਲਬ ਇਹ ਹੋ ਗਿਆ ਵੀ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਸਿਰਸਾ ਸਾਹਿਬ ਲਾ ਲਓ ਜਾਂ ਕਾਲਕਾ ਸਾਹਿਬ ਲਾ ਲਓ, ਜਾਂ ਹੋਰ ਬਹੁਤ ਸਾਰੇ ਲੀਡਰ ਸਾਹਿਬਾਨ ਜਿਹੜੇ ਪਹਿਲਾਂ ਅਕਾਲੀ ਦਲ 'ਚ ਸੀਗੇ ਉਹ ਬੀਜੇਪੀ 'ਚ ਸਿੱਧੇ ਚੱਲ ਗਏ, ਜਾਂ ਜਿੱਦਾਂ ਪਿਛਲੇ ਦਿਨੀ ਬੀਬੀ ਜਗੀਰ ਕੌਰ ਹੋਰਾਂ ਬਾਰੇ ਵੀ ਕਿਹਾ ਜਾਂਦਾ ਸੀ ਵੀ ਉਹਨਾਂ ਨੂੰ ਸਪੋਰਟ ਹੈ, ਜਾਂ ਢੀਂਡਸਾ ਸਾਹਿਬ ਦੀ ਗੱਲ ਕਰ ਲਈ, ਉਹ ਵੀ ਉਹਨਾਂ ਦੀ ਆਪਸ ਦੇ ਵਿੱਚ ਉਧਰ ਸਾਂਝ ਹੈ। ਇਸ ਤਰ੍ਹਾਂ ਜੇ ਹੌਲੀ ਹੌਲੀ ਇੱਦਾਂ ਦੀ ਸਿੱਖ ਲੀਡਰਸ਼ਿਪ, ਉਹ ਵਾਲੀ ਲੀਡਰਸ਼ਿਪ ਜਿਹੜੀ ਕਿ ਬੀਜੇਪੀ ਦੇ ਨੇੜੇ ਹੋਵੇ ਜਾਂ ਬੀਜੇਪੀ ਦੇ ਵਿੱਚ ਹੋਵੇ, ਉਹਨਾਂ ਦੀ ਗਿਣਤੀ ਵਧਣ ਲੱਗ ਪਈ ਹੈ। ਤੇ ਆਉਣ ਵਾਲੇ 7-8 ਮਹੀਨਿਆਂ ਦੇ ਵਿੱਚ ਜੇ ਵਾਕਈ ਐਸਜੀਪੀਸੀ ਦੀਆਂ ਇਲੈਕਸ਼ਨਾਂ ਆਉਂਦੀਆਂ ਨੇ, ਤੇ ਫਿਰ ਧਿਰ ਤੇ ਇੱਕ ਵੱਡੀ ਉਹ ਬਣੀ ਗਈ ਹੈ ਦੂਸਰੇ ਪਾਸੇ ਟੱਕਰ ਦੇਣ ਦੇ ਲਈ। ਨਤੀਜਾ ਕੀ ਹੋਊਗਾ ਇਹ ਤੇ ਸਮੇਂ ਨੇ ਦੱਸਣਾ। ਨਤੀਜਾ ਤਾਂ ਸੰਧਾਲੀਆ ਸਾਹਿਬ ਜਿਹੜਾ ਵੋਟਾਂ ਬਣਾ ਜਾਊਗਾ ਉਹਦੇ ਪੱਖ 'ਚ ਆਉਣਾ, ਕਿਉਂਕਿ ਹਰ ਵਾਰੀ ਐਸਜੀਪੀਸੀ ਦੀਆਂ ਵੋਟਾਂ ਦੁਬਾਰਾ ਬਣਦੀਆਂ। ਜਿਹੜੀ ਧਿਰ ਦੇ ਸਮਰਥਕ ਇੰਨੇ ਜੋਗੇ ਹੋਣਗੇ ਕਿ ਉਹ ਫਾਰਮ ਕਲੈਕਟ ਕਰਕੇ ਲੈ ਕੇ, ਫਾਰਮ ਭਰਵਾ ਕੇ ਜਮ੍ਹਾਂ ਕਰਾ ਸਕਣਗੇ, ਮੁੜ ਕੇ ਵੋਟਾਂ ਭੁਗਤਾ ਸਕਣਗੇ, ਕਿਉਂਕਿ ਉਹ ਸਾਰਾ ਕੁਝ ਬੜਾ ਵੱਖਰੇ ਤਰ੍ਹਾਂ ਦਾ ਇੱਕ ਵਿਧੀ ਵਿਧਾਨ ਹੈ, ਉਹਦੇ ਵਿੱਚ ਦੀ ਲੰਘਣਾ ਜਿਹੜਾ ਉਹ ਪਊਗਾ। ਬਾਕੀ ਆਪਾਂ ਆਮ ਆਦਮੀ ਪਾਰਟੀ ਵਾਲੇ ਪਾਸੇ ਚੱਲਦੇ ਹਾਂ ਜੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਾਹਿਬ ਨੇ ਟਵੀਟ ਕੀਤਾ ਸੀ ਸੰਧਾਲੀਆ ਸਾਹਿਬ, ਉਹ ਕਹਿੰਦੇ ਜੀ ਭਾਰਤੀ ਜਨਤਾ ਪਾਰਟੀ ਵਾਲੇ ਕੇਜਰੀਵਾਲ ਦਾ ਕਤਲ ਕਰਾਉਣਾ ਚਾਹੁੰਦੇ ਆ। ਹੁਣ ਅਰਵਿੰਦ ਕੇਜਰੀਵਾਲ ਸਾਹਿਬ ਦੇ ਉੱਤੇ ਹਮਲੇ ਦੀ ਗੱਲ ਚੱਲਦੀ ਆ। ਮਨੀਸ਼ ਸਿਸੋਦੀਆ ਸਾਹਿਬ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਉੱਤੇ ਹਮਲਾ ਹੋ ਸਕਦਾ, ਬੀਜੇਪੀ ਉਹਨਾਂ ਨੂੰ ਕਤਲ ਕਰਾਉਣ ਦੀ ਸੰਧਾਲੀਆ ਸਾਹਿਬ ਕੋਸ਼ਿਸ਼ ਕਰ ਰਹੀ ਹੈ। ਪਹਿਲਾਂ ਟਵੀਟ ਕੀਤਾ, ਫਿਰ ਪ੍ਰੈਸ ਕਾਨਫਰੰਸ ਕੀਤੀ। ਹੁਣ ਹੋਇਆ ਕੀ ਸੀ? ਮਨੋਜ ਤਿਵਾੜੀ ਸਾਹਿਬ ਬੀਜੇਪੀ ਦੇ ਵੱਡੇ ਲੀਡਰ ਨੇ, ਉਹਨਾਂ ਨੇ ਕਿਹਾ ਸੀ ਕਿ ਦੇਖੋ ਜੀ ਸ਼ਰਾਬ ਦਾ ਘੁਟਾਲਾ, ਭ੍ਰਿਸ਼ਟਾਚਾਰ ਹੈ, ਹੋਰ 5-7 ਚੀਜ਼ਾਂ ਉਹਨਾਂ ਨੇ ਗਿਣਾਈਆਂ। ਉਹ ਕਹਿੰਦੇ ਜੀ ਦਿੱਲੀ ਦੇ ਲੋਕ ਇੰਨੇ ਗੁੱਸੇ 'ਚ ਨੇ ਕਿ ਦਿੱਲੀ ਦੇ ਕਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਉਹਨਾਂ ਨੇ ਕਟਾਪਾ ਲਾਇਆ, ਤੇ ਕਹਿੰਦੇ ਮੈਂ ਇਹ ਚਾਹੁੰਦਾ ਕਿ ਭਾਈ ਦਿੱਲੀ ਦੇ ਮੁੱਖ ਮੰਤਰੀ ਦੇ ਨਾਲ ਇਦਾਂ ਕੁਛ ਨਾ ਹੋਵੇ, ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਜਿਹੜਾ ਉਹ ਸਜ਼ਾ ਮਿਲਣੀ ਚਾਹੀਦੀ ਹੈ। ਤਿਵਾੜੀ ਸਾਹਿਬ ਨੇ ਬਿਆਨ ਦੇ ਦਿੱਤਾ, ਉਪ ਮੁੱਖ ਮੰਤਰੀ ਆਪ ਦੇ ਨੇਤਾ ਸਿਸੋਦੀਆ ਸਾਹਿਬ ਨੇ ਟਵੀਟ ਕਰਤਾ, ਤੇ ਫਿਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਕੀ? ਉਹ ਕਹਿੰਦੇ ਜੀ ਕਮਾਲ ਹੈ, ਤਿਵਾੜੀ ਸਾਹਿਬ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿ ਕੇਜਰੀਵਾਲ ਤੇ ਹਮਲਾ ਹੋਣਾ। ਉਹ ਕਹਿੰਦੇ ਜੀ ਬੁਖਲਾ ਗਿਆ ਬੀਜੇਪੀ ਵਾਲੇ, ਉਹ ਸਿੱਧੇ ਤੌਰ ਦੇ ਉੱਤੇ ਬੀਜੇਪੀ ਵਾਲੇ ਕਹਿੰਦੇ ਜੀ ਉਹਨਾਂ ਨੂੰ ਸਮਝ ਨਹੀਂ ਆਉਂਦੀ, ਗੁਜਰਾਤ ਦੇ ਵਿੱਚ ਕੰਮ ਬੜਾ ਵੱਧ ਗਿਆ, ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਇਸ ਕਰਕੇ ਉਹ ਅਰਵਿੰਦ ਕੇਜਰੀਵਾਲ ਨੂੰ ਉਦਾਂ ਤਾਂ ਰੋਕ ਨਹੀਂ ਸਕੇ। ਹੁਣ ਅਰਵਿੰਦ ਕੇਜਰੀਵਾਲ ਦੇ ਉੱਤੇ ਹਮਲਾ ਕਰਨ ਦੀ ਸਾਜ਼ਿਸ਼ ਘੜ ਕੇ ਉਹਨੂੰ ਕਤਲ ਕਰਾਉਣਾ ਚਾਹੁੰਦੇ ਆ। ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਕਿ ਰਾਜਨੀਤੀ ਇੰਨੀ ਹੇਠਾਂ ਨਹੀਂ ਜਾਣੀ ਚਾਹੀਦੀ, ਰਾਜਨੀਤੀ ਇੰਨੀ ਥੱਲੇ ਨਹੀਂ ਜਾਣੀ ਚਾਹੀਦੀ, ਕਿਉਂਕਿ ਕਤਲ ਕਰਾਉਣਾ, ਸਾਜ਼ਿਸ਼ ਘੜਨੀ, ਹਮਲਾ ਕਰਾਉਣਾ, ਮੈਨੂੰ ਨਹੀਂ ਪਤਾ ਕੌਣ ਗਲਤ ਹੈ ਜਾਂ ਕੌਣ ਸਹੀ ਹੈ, ਪਰ ਆਮ ਭਾਰਤੀ ਦੇ ਉੱਤੇ ਇਹਦਾ ਅਸਰ ਬਹੁਤ ਮਾੜਾ ਪੈਂਦਾ।
ਜਿਹੜੀ ਧਿਰ ਦੋਸ਼ ਲਾ ਰਹੀ ਉਹ ਦਿੱਲੀ ਤੇ ਪੰਜਾਬ ਦੇ ਵਿੱਚ ਸੱਤਾ 'ਚ ਹੈ, ਦੋ ਸੂਬਿਆਂ 'ਚ ਸੱਤਾ 'ਚ ਪੂਰਨ ਬਹੁਮਤ ਠੋਕ ਕੇ ਫੁੱਲ ਮੈਜੋਰਟੀ 2/3 ਦੋਨਾਂ ਸੂਬਿਆਂ 'ਚ। ਤੇ ਉਹਦਾ ਇੱਕ ਲੀਡਰ ਜਿਹੜਾ ਕਿ ਦਿੱਲੀ ਦਾ ਉਪ ਮੁੱਖ ਮੰਤਰੀ ਹੋਵੇ, ਇਹ ਆਖੇ ਕਿ ਭਾਈ ਉਹ ਧਿਰ ਜਿਹੜੀ ਦੇਸ਼ 'ਚ ਰਾਜ ਕਰ ਰਹੀ ਹੈ ਤੋਂ ਵੀ ਲਗਾਤਾਰ 2 ਵਾਰ ਤੋਂ ਪੂਰਨ ਬਹੁਮਤ ਦੇ ਨਾਲ। ਸੰਧਾਲੀਆ ਸਾਹਿਬ, ਕਿੱਡੀ ਗੰਭੀਰ ਗੱਲ ਹੈ। ਜੇ ਸੱਤਾ ਦੇ ਵਿੱਚ ਆਉਣ ਵਾਲੀਆਂ ਦੋ ਧਿਰਾਂ ਇੱਕ ਦੂਸਰੇ ਦੇ ਉੱਤੇ ਕਤਲ ਕਰਾਉਣ ਦੇ, ਸਾਜ਼ਿਸ਼ ਰਚਣ ਦੇ ਦੋਸ਼ ਲਾਉਣ, ਪਾਕਿਸਤਾਨ 'ਚ ਹੁੰਦਾ ਕੀ ਹੈ? ਮੈਂ ਕਹਿੰਦਾ ਕਿ ਅਸੀਂ ਹਮੇਸ਼ਾ ਕਹਿੰਦੇ ਯਾਰ ਪਾਕਿਸਤਾਨ ਵਾਲੇ ਨੇ ਬਹੁਤ ਖਰਾਬੀ ਕੀਤੀ, ਅਸੀਂ ਭਾਰਤ ਵਾਲੇ ਤਾਂ ਬਹੁਤ ਚੰਗੇ, ਰਾਜਨੀਤੀ ਦੇ ਪੱਖੋਂ, ਸ਼ਾਸਨ ਦੇ ਪੱਖੋਂ। ਤੀਜੇ ਦਿਨ ਉੱਥੇ ਮਿਲਟਰੀ ਰਾਜ ਆਇਆ ਰਹਿੰਦਾ। ਉੱਥੇ ਕੀ ਹੁੰਦਾ ਹੈ? ਜਿਹੜਾ ਬੰਦਾ ਕਿਸੇ ਅਹੁਦੇ ਤੇ ਜਾਂਦਾ, ਜਦੋਂ ਲਿਥਦਾ ਤਾਂ ਜਾਂ ਜੇਲ੍ਹ ਜਾਂਦਾ ਜਾਂ ਵਿਦੇਸ਼ ਭੱਜਦਾ ਹੈ। ਬੀਬੀ ਬੇਨਜ਼ੀਰ ਭੁੱਟੋ ਦਾ ਕਤਲ ਹੋ ਗਿਆ, ਇਮਰਾਨ ਖਾਨ ਦੇ ਉੱਤੇ ਹਮਲਾ ਹੋ ਗਿਆ। ਨਹੀਂ, ਇਦਾਂ ਨਹੀਂ ਚਾਹੀਦਾ। ਅਸੀਂ ਉੱਪਰਲੇ ਪਾਸੇ ਨੂੰ ਜਾਣਾ, ਅਸੀਂ ਥੱਲੇ ਥੋੜੀ ਟਿਕਣਾ। ਮੈਨੂੰ ਲੱਗਦਾ ਸਿਸੋਦੀਆ ਸਾਹਿਬ ਦੇ ਬਿਆਨ ਦੀ ਠੋਕ ਵਜਾ ਕੇ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਜਿਨ੍ਹਾਂ ਨੂੰ ਕਿਸੇ ਗੱਲ ਦਾ ਖਦਸ਼ਾ, ਸਿਸੋਦੀਆ ਸਾਹਿਬ ਟਵੀਟ ਕੀਤਾ, ਠੀਕ ਹੈ, ਤੁਹਾਡਾ ਹੱਕ ਬਣਦਾ। ਪ੍ਰੈਸ ਕਾਨਫਰੰਸ ਕੀਤੀ, ਠੀਕ ਹੈ, ਪਰਚਾ ਦਰਜ ਕਰਾਓ, ਅਦਾਲਤ ਦੇ ਵਿੱਚ ਕੇਸ ਦਾਇਰ ਕਰੋ। ਕੱਲਾ ਸਿਆਸੀ ਤੌਰ ਦੇ ਉੱਤੇ ਘੁੱਗੀਆਂ ਜਿਹੀਆਂ ਨਾ ਉੜਦੀਆਂ ਰਹਿਣ। ਉਹ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਕੋਈ ਨਾ ਕੋਈ। ਨਹੀਂ, ਇਹ ਤਾਂ ਗੱਲ ਹੈਗੀ ਆ। ਤੁਸੀਂ ਦੇਖੋ ਵਾਰ ਸਾਹਿਬ ਕਿ ਵੀ ਜੇ ਮੰਨ ਲਓ ਕਿਸੇ ਨੇ ਕੁਝ ਵੀ ਕੀਤਾ, ਜੇ ਆਪਾਂ ਜਿਹੜੇ ਬਿਆਨ ਦਾ ਸਿਸੋਦੀਆ ਸਾਹਿਬ ਜ਼ਿਕਰ ਕਰਦੇ ਨੇ ਵੀ ਜੇ ਮੰਨ ਲਓ ਬੀਜੇਪੀ ਦੀ ਲੀਡਰਸ਼ਿਪ ਕਹਿੰਦੀ ਹੈ ਜੀ ਵੀ ਦਿੱਲੀ 'ਚ ਆਹ ਕੁਛ ਇਹਨਾਂ ਲੋਕਾਂ ਨੇ ਕੀਤਾ, ਲੋਕ ਗੁੱਸੇ 'ਚ ਨੇ। ਯਾਰ ਲੋਕ ਕਾਹਤੋਂ ਗੁੱਸੇ 'ਚ ਆਉਣ? ਜੇ ਮੰਨ ਲਓ ਕਿਸੇ ਨੇ ਕੋਈ ਗਲਤ ਕੰਮ ਕੀਤਾ ਤੇ ਉਸ ਗਲਤ ਕੰਮ ਦੇ ਲਈ ਉਹਨੂੰ ਸਜ਼ਾ ਦਿਵਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਦਿੱਲੀ ਦਾ ਬੀਜੇਪੀ ਦੇ ਕੋਲ ਆ। ਕਾਨੂੰਨ ਜਿਹੜੇ ਨੇ ਉਹ ਅਦਾਲਤਾਂ ਨੇ, ਅਦਾਲਤਾਂ ਦੇ ਵਿੱਚ ਜਾ ਕੇ ਉਹਨਾਂ ਬੰਦਿਆਂ ਦੇ ਖਿਲਾਫ ਚਾਰਜਸ਼ੀਟ ਦਿੱਤੀ ਜਾ ਸਕਦੀ ਹੈ। ਅਦਾਲਤ ਦੇ ਵਿੱਚ ਦੇਸ਼ ਦੇ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਲੋਕਾਂ ਨੂੰ ਸਜ਼ਾ ਮਿਲੂਗੀ, ਤੇ ਜਦੋਂ ਸਜ਼ਾ ਮਿਲੂਗੀ ਨਾਲੇ ਤੇ ਲੋਕਾਂ ਦੇ ਮਨ 'ਚ ਸੰਤੁਸ਼ਟੀ ਹੋਊਗੀ ਜਿਹੜੇ ਉਹਨਾਂ ਨੂੰ ਲੱਗਦਾ ਵੀ ਗੁੱਸੇ 'ਚ ਨੇ, ਤੇ ਨਾਲੇ ਜੋ ਸਹੀ ਤਰੀਕਾ ਹੈ, ਜੋ ਵਿਧੀ ਵਿਧਾਨ ਹੈ ਕਿ ਜੇ ਕੋਈ ਬੰਦਾ ਗਲਤੀ ਕਰਦਾ ਤੇ ਆਹ ਉਹਦੀ ਸਜ਼ਾ ਹੈ, ਉਹਨੂੰ ਸਜ਼ਾ ਮਿਲ ਜੂਗੀ। ਨਾਲੇ ਇਸੇ ਚੀਜ਼ ਨੂੰ ਪ੍ਰਚਾਰ ਕੇ ਮੁੜ ਕੇ ਬਾਕੀ ਸਾਰੇ ਮੁਲਕ ਦੇ ਵਿੱਚ ਇਹ ਕਿਹਾ ਜਾ ਸਕਦਾ ਵੀ ਆਹ ਦੇਖੋ ਜੀ ਇੱਥੇ ਅਸੀਂ ਆਹ ਬੰਦੇ ਗਲਤ ਫੜ ਲਏ, ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਪੇਸ਼ ਕੀਤਾ ਤੇ ਕਾਨੂੰਨੀ ਤੌਰ ਤੇ ਉਹਨਾਂ ਨੂੰ ਆਹ ਸਜ਼ਾ ਮਿਲੀ। ਆਹ ਜਿਹੜਾ ਰੌਲਾ ਰੱਪਾ ਹੈ ਜਿੱਥੋਂ ਤੱਕ ਚਲੇ ਜਾਂਦਾ ਵੀ ਹਾਂਜੀ ਕੋਈ ਬੰਦਾ ਮਾਰ ਦਿਓ ਤੇ ਇਹਨੂੰ ਮਾਰ ਦਿਓ ਤੇ ਉਹਨੂੰ ਮਾਰ ਦਿਓ ਤੇ ਫਲਾਣੇ ਨੂੰ ਧਮਕੀ ਆਉਂਦੀ ਹੈ, ਇਹ ਗੱਲ ਤੁਹਾਡੀ ਸਹੀ ਹੈ ਕਿ ਰਾਜਨੀਤੀ ਦਾ ਇਹ ਵਾਲਾ ਪੱਧਰ ਨਹੀਂ ਆਉਣਾ ਚਾਹੀਦਾ। ਪਰ ਦੂਜੇ ਪਾਸੇ ਚਰਚਾ ਇਹ ਵੀ ਹੈ ਵੀ ਇਹ ਸਾਰਾ ਕੁਝ ਇਸ ਕਰਕੇ ਹੁਣ ਦਿੱਲੀ ਬਾਰੇ ਚਰਚਾ ਚੱਲਣ ਲੱਗ ਪਈ ਕਿਉਂਕਿ ਦਿੱਲੀ ਦੇ ਵਿੱਚ ਵੀ ਨਗਰ ਨਿਗਮ ਚੋਣਾਂ ਨੇ। ਕਿਉਂਕਿ ਇਹ ਚੋਣਾਂ ਪਹਿਲਾਂ ਤਾਂ ਐਲਾਨ ਨਹੀਂ ਸੀ ਹੋਇਆ ਇਹਨਾਂ ਦਾ, ਪਹਿਲਾਂ ਹਿਮਾਚਲ ਦੀਆਂ ਤੇ ਗੁਜਰਾਤ ਚੋਣਾਂ ਦਾ ਐਲਾਨ ਸੀ, ਪਰ ਵਿੱਚੋਂ ਜੋ ਗੁਜਰਾਤ ਚੋਣਾਂ ਦੇ ਐਨ ਬਰਾਬਰ ਉਹਨਾਂ ਦਿਨਾਂ ਦੇ ਵਿੱਚ ਇੱਕ ਅੱਧੇ ਦਿਨ ਦੇ ਫਰਕ ਦੇ ਨਾਲ ਦਿੱਲੀ 'ਚ ਨਿਗਮ ਚੋਣਾਂ ਹੋਣੀਆਂ, ਤੇ ਨਿਗਮ ਦੇ ਵਿੱਚ ਇਸ ਵਕਤ ਜਿੰਨੀਆਂ ਵੀ ਨੇ ਉਹਦੇ ਉੱਪਰ ਬੀਜੇਪੀ ਦਾ ਕਬਜ਼ਾ ਹੈ। ਤੇ ਆਮ ਆਦਮੀ ਪਾਰਟੀ ਇਹ ਜ਼ੋਰ ਲਾ ਰਹੀ ਹੈ ਵੀ ਐਤਕੀ ਉਹ ਜਿਹੜਾ ਕਬਜ਼ਾ ਟੁੱਟ ਜਾਣਾ, ਸਾਡਾ ਨਿਗਮ ਦੇ ਵਿੱਚ ਵੀ ਕਬਜ਼ਾ ਹੋ ਜਾਣਾ। ਪਿਛਲੇ ਦਿਨੀ ਮੈਂ ਸੁਣ ਰਿਹਾ ਸੀ ਕੇਜਰੀਵਾਲ ਸਾਹਿਬ ਦੀ ਗੱਲ, ਉਹ ਉੱਥੋਂ ਦੀ ਜਿਹੜੀਆਂ ਲੋਕਲ ਸਮੱਸਿਆਵਾਂ ਨੇ, ਖਾਸ ਕਰਕੇ ਜਿਹੜਾ ਦਿੱਲੀ ਵਿੱਚ ਕੂੜਾ ਕਰਕਟ ਹੈ, ਕਿਹਾ ਜਾਂਦਾ ਵੀ ਦਿੱਲੀ ਦੇ ਵਿੱਚ ਵੀ ਪਹਾੜ ਹੈਗੇ ਪਰ ਹੈਗੇ ਕੂੜੇ ਦੇ ਨੇ, ਉਹਨਾਂ ਦਾ ਜ਼ਿਕਰ ਉਹਨਾਂ ਨੇ ਕਾਫੀ ਕੀਤਾ ਸੀ। ਉਹ ਕਹਿੰਦੇ ਵੀ ਇੰਨੇ ਸਾਲਾਂ ਤੋਂ ਕੌਣ ਰਾਜ ਕਰ ਰਿਹਾ ਤੇ ਕੂੜਾ ਸਾਂਭਣ ਦਾ, ਇਹ ਪਹਾੜ ਬਣਾਉਣ ਦੇ ਲਈ ਜੇ ਕੋਈ ਜ਼ਿੰਮੇਵਾਰ ਆ ਤਾਂ ਕਿਹੜੀ ਧਿਰ ਹੈ, ਇਹ ਲੋਕ ਸਮਝਣ ਤੇ ਉਹਦਾ ਹੱਲ ਕਰਨ। ਮੈਨੂੰ ਲੱਗਦਾ ਵੀ ਜਦੋਂ ਜਿੱਥੇ ਵੀ ਕਿਤੇ ਨਾ ਕਿਤੇ ਕੁਰਸੀ ਦੀ ਗੱਲ ਚੱਲਦੀ ਹੈ ਨਾ, ਲੜਾਈ ਕੁਰਸੀ ਦੀ ਹੁੰਦੀ ਹੈ, ਉੱਥੇ ਫਿਰ ਮੁੜ ਕੇ ਇਹੋ ਜਿਹੀ ਗੰਦੀ ਜਿਹੜੀ ਸਿਆਸਤ ਆ ਉਹ ਹੋਣ ਲੱਗ ਪੈਂਦੀ, ਚਾਹੇ ਉਹ ਬਿਆਨਾਂ 'ਚ ਹੋਵੇ ਤੇ ਚਾਹੇ ਸੱਚੀ-ਮੁੱਚੀ ਹੋਵੇ। ਆਪਾਂ ਤਾਂ ਇਹ ਬੇਨਤੀ ਕਰਦੇ ਹਾਂ ਵੀ ਯਾਰ ਸਿਆਸਤ ਦਾ ਲੈਵਲ ਚੁੱਕਣਾ ਚਾਹੀਦਾ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਵੀ ਇਸ ਬੰਦੇ ਨੇ ਆਹ ਕੰਮ ਕੀਤਾ, ਇਹਨੇ ਚੰਗਾ ਕੀਤਾ, ਤੇ ਅਗਲੀ ਵਾਰਾਂ ਜਦੋਂ ਇਹ ਆਵੇ ਤੇ ਇਹਦੇ ਇਸ ਕੰਮ ਨੂੰ ਵੋਟਾਂ ਪਾਉਣੀਆਂ, ਨਾ ਕਿ ਬਿਆਨਾਂ ਨੂੰ। ਸੰਧਾਲੀਆ ਸਾਹਿਬ, ਸਿਆਸਤ ਹੁਣ ਇਹ ਕਿਤੇ ਭਰਤੀ ਪਾ ਕੇ ਤਾਂ ਚੱਕਦੀ ਏ ਵੀ ਜਾਣੀ ਕਹਿੰਦੇ ਨੇ ਭਰਤ ਪਾਇਓ ਵੀ ਭਰਤ ਇੱਥੇ ਸਰਕਾਰ ਵਾਲੀ ਉੱਚੀ ਹੋ ਜਾਂਦੀ ਹੁਣ ਲੈਵਲ ਦੀ ਤੁਸੀਂ ਗੱਲ ਸੁਣ ਲਓ। ਦਿੱਲੀ ਨਿਗਮ ਦੀ ਮੈਂ ਚਾਹੁੰਦਾ ਨਹੀਂ ਸੀ ਕਿ ਅੱਜ ਇਧਰ ਖਿੱਦੋ ਦੇ ਵਿੱਚੋਂ ਲੀਰਾਂ ਬਾਹਰ ਕੱਢੀਏ। ਚਲੋ ਹੁਣ ਤੁਸੀਂ ਗੱਲ ਸ਼ੁਰੂ ਕਰ ਲਈ ਹੈ, ਸਮਾਂ ਥੋੜਾ 2 ਮਿੰਟ ਲਾ ਲੈਨੇ ਆ। ਮੈਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਬਿਆਨ ਸੁਣਦਾ ਸੀ, ਉਹ ਕਹਿੰਦੇ ਜੀ ਦਿੱਲੀ ਨਿਗਮ ਨੇ ਤਾਂ ਕੰਮ ਬਹੁਤ ਕਰਨੇ ਸੀ, ਸੂਬਾ ਸਰਕਾਰ ਕੇਜਰੀਵਾਲ ਦੀ ਉਹਨੇ ਸਾਥ ਨਹੀਂ ਦਿੱਤਾ, ਕੰਮ ਤਾਂ ਨਹੀਂ ਬਹੁਤੇ ਨਹੀਂ ਹੋਏ। ਠੀਕ ਹੈ, ਹੋਏ ਵੀ ਉਹ ਕਹਿੰਦੇ ਬਹੁਤ ਨੇ, ਪਰ ਜੇ ਕਿਤੇ ਸੂਬੇ ਦੀ ਸਰਕਾਰ ਸਾਥ ਦਿੰਦੀ ਕੰਮ ਬਹੁਤ ਹੋਣੇ ਸੀ। ਮੰਨ ਗਏ, ਸਹਿਮਤੀ। ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਹੈ, ਉਹ ਕਹਿੰਦੇ ਜੀ ਪਿਛਲੇ 5 ਸਾਲਾਂ 'ਚ ਅਸੀਂ 1 ਲੱਖ ਕਰੋੜ ਰੁਪਈਆ ਦਿੱਤਾ ਨਿਗਮਾਂ ਨੂੰ। ਦਿੱਲੀ ਦੀਆਂ 3 ਨਿਗਮਾਂ, ਐਤਕੀ 1 ਰਹਿ ਗਈ। 1 ਲੱਖ ਕਰੋੜ ਰੁਪਈਆ ਦਿੱਤਾ। ਉਹ ਕਹਿੰਦੇ ਜੀ ਦੱਸੋ ਕਿੱਥੇ ਆ, ਕਿੱਥੇ ਖਰਚਿਆ, ਹਿਸਾਬ ਦਿਓ। ਭਾਰਤੀ ਜਨਤਾ ਪਾਰਟੀ ਵਾਲਿਓ, ਤੁਹਾਡਾ ਵੀ ਧੰਨਵਾਦ ਜੇ ਤੁਸੀਂ ਲੋਕਾਂ ਨੂੰ ਇਹ ਦੱਸਿਆ ਕਿ ਦਿੱਲੀ ਸਰਕਾਰ ਕੋਆਪਰੇਟ ਨਹੀਂ ਕਰਦੀ। ਡੀਲ ਕੀ ਸੀ ਪਤਾ ਤਾਂ ਲੱਗੇ ਸੰਧਾਲੀਆ ਸਾਹਿਬ ਕਿ ਡੀਲ ਕੀ ਸੀ, ਕੋਆਪਰੇਟ ਕਿਉਂ ਨਹੀਂ ਕਰਦੀ ਦਿੱਲੀ ਦੀ ਸਰਕਾਰ। ਦੂਸਰੇ ਪਾਸੇ ਜੇ ਅਰਵਿੰਦ ਕੇਜਰੀਵਾਲ ਸਾਹਿਬ ਅੱਜ ਕਹਿ ਰਹੇ ਆ ਕਿ ਅਸੀਂ 1 ਲੱਖ ਕਰੋੜ ਪਿਛਲੇ 5 ਸਾਲਾਂ ਦੇ ਵਿੱਚ ਦਿੱਤਾ, ਲੱਗਾ ਹੀ ਨਹੀਂ ਕਹਿੰਦੇ ਜੀ ਕਿਤੇ, ਕਿੱਥੇ ਆ ਦੱਸੋ। ਕੇਜਰੀਵਾਲ ਸਾਹਿਬ ਏਦਾਂ ਥੋੜੀ,
ਜੇ ਤੁਸੀਂ 1 ਲੱਖ ਕਰੋੜ ਦਿੱਤਾ ਨਾਲੋਂ ਨਾਲ ਹਿਸਾਬ ਲਓ। ਜੇ ਤੁਹਾਨੂੰ ਲੱਗਦਾ ਤੁਸੀਂ 1 ਲੱਖ ਕਰੋੜ ਦਿੱਤਾ, ਉਹਨਾਂ ਨੇ ਨਹੀਂ ਲਾਇਆ, ਤੁਸੀਂ ਅਦਾਲਤ 'ਚ ਜਾਓ, ਉਪ ਰਾਜਪਾਲ ਨੂੰ ਆਖੋ ਕਿ ਭਾਈ ਜਾਂਚ ਕਰਾਓ। ਹੁਣ ਇਲੈਕਸ਼ਨ ਆ ਗਈ ਹੈ ਤਾਂ ਆਪਾਂ ਗੱਲਾਂ ਕਰਦੇ ਹਾਂ। ਤੇ ਭਾਰਤੀ ਜਨਤਾ ਪਾਰਟੀ ਵਾਲਿਓ, ਜੇ ਤੁਹਾਨੂੰ ਉਹ ਪੈਸੇ ਨਹੀਂ ਦਿੰਦੇ, ਉਪ ਰਾਜਪਾਲ ਸਾਹਿਬ ਨੂੰ ਜਾ ਕੇ ਦੱਸੋ। ਕੇਂਦਰ ਦੇ ਵਿੱਚ ਸਰਕਾਰ ਤੁਹਾਡੀ ਹੈ, ਕੇਂਦਰ ਸਰਕਾਰ ਨੇ ਉਪ ਰਾਜਪਾਲ ਸਾਹਿਬ ਲਾਏ ਆ। ਉਪ ਰਾਜਪਾਲ ਸਾਹਿਬ ਇਕੱਲੇ ਫਾਈਲਾਂ ਰੋਕਣ ਨੂੰ ਥੋੜ੍ਹਾ ਲਾਏ ਆ। ਆਪਾਂ ਜੇ ਅੱਜ 25 ਸਾਲੀ ਕਹੀਏ ਕਿ ਭਾਈ ਦਿੱਲੀ ਦੀ ਸਰਕਾਰ ਕੋਆਪਰੇਟ ਨਹੀਂ ਕਰਦੀ, ਫਿਰ ਉਹ ਨਹੀਂ ਚੰਗੀ ਗੱਲ। ਦੋਨੇ ਹੀ ਧਿਰਾਂ ਨੂੰ ਅਸੀਂ ਕਹਿੰਦੇ ਆ ਭਾਈ ਥੋੜੀ ਜਿਹੀ ਭਰਤੀ ਤਾਂ ਪਾਓ। ਹੁਣ ਤਾਂ ਤਕਨੀਕਾਂ ਬਥੇਰੀਆਂ ਆ ਗਈਆਂ। ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਪੋਸਟਰ ਲੱਗੇ ਹੁੰਦੇ ਆ, ਲੈਂਟਰ ਚੁਕਾਉਣ ਲਈ ਮਿਲੋ। ਮਸ਼ੀਨ ਦੇ ਨਾਲ ਲੈਂਟਰ ਅਸੀਂ ਤਾਂ ਚੱਕ ਦਿੰਦੇ ਆ, ਜਾਣੀ ਜਿਹੜਾ ਲੈਂਟਰ ਤੁਸੀਂ ਪਾਇਆ ਉਹਦਾ ਲੈਂਟਰ ਜੇ ਉੱਪਰਲੇ ਪਾਸੇ ਚੁਕਾਉਣਾ, ਉੱਪਰ ਨੂੰ ਕਰਾਉਣਾ 5-4 ਫੁੱਟ ਹੋਰ, ਉਹਦੀ ਵੀ ਤਕਨੀਕ ਹੈਗੀ ਆ। ਸੰਧਾਲੀਆ ਸਾਹਿਬ ਬਣਾ ਮੇਰਾ ਭਾ ਕੋਈ ਮਸ਼ੀਨ ਇਦਾਂ ਦੀ, ਰਾਜਨੀਤੀ ਦਾ ਲੈਂਟਰ ਵੀ ਆਪਾਂ ਤਾਂ ਚੱਕੀਏ ਕਿ ਮੁੜ ਕੇ ਕੰਧਾਂ ਦੇ ਵਿੱਚ ਦਰਾੜਾਂ ਤੇੜੇ ਰਹਿਣੀਆਂ। ਵੇਖੋ ਜੀ, ਜੇ ਮੇਰੇ ਕੋਲੇ ਹੁੰਦਾ ਤੇ ਆਪਾਂ ਤੇ ਸਵੇਰੇ ਚੁੱਕ ਦੇਣਾ ਹੈ, ਪਰ ਮੈਨੂੰ ਆਸ ਘੱਟ ਲੱਗਦੀ ਹੈ। ਹੁਣ ਦਿੱਲੀ ਵਾਲਾ ਤੇ 버ਗਰ ਇਦਾਂ ਦਾ ਬਣਿਆ ਵੀ ਉਤਲੀ ਟਿੱਕੀ ਕਿਸੇ ਦੀ ਆ, ਵਿੱਚ ਖੀਰੇ ਖੂਰੇ ਜੇ ਕਿਸੇ ਹੋਰ ਨੇ ਫਸਾਏ ਆ, ਉਹ ਬੰਦ 버ਗਰ ਜਿਹਾ ਉਹ ਕਿਸੇ ਹੋਰ ਦਾ। ਸੋ ਉਹ ਸਾਰੇ ਕੁਝ ਪੈਸਾ ਇਸ ਵਕਤ ਦਿੱਲੀ ਦੀ ਜਨਤਾ ਰਹੀ ਹੈ। ਹੁਣ ਦੇਖੋ ਕੇਂਦਰ ਦੀ ਜਿਹੜੀ ਸਰਕਾਰ ਉੱਪਰ ਹੈ, ਬਹੁਤ ਸਾਰੀਆਂ ਚੀਜ਼ਾਂ ਦਿੱਲੀ ਦੀਆਂ ਉਹਨਾਂ ਦੇ ਕੋਲ ਨੇ। ਉਪ ਰਾਜਪਾਲ ਸਾਹਿਬ ਕਹਿੰਦੇ ਵੀ ਮੇਰੇ ਕੋਲ ਜਿਹੜੀਆਂ ਚਾਬੀਆਂ ਭਾਈ ਸਾਹਿਬ ਇਹ ਮੈਂ ਦੇਣੀਆਂ ਕਿਸੇ ਨੂੰ ਨਹੀਂ। ਜੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤਾਂ ਉਹ ਕਹਿੰਦੇ ਵੀ ਸਾਡੇ ਕੋਲੇ ਸਰਕਾਰ ਆ, ਮਾਰਿਆ ਦਿੱਲੀ ਦਾ ਅਸੀਂ ਪ੍ਰਬੰਧ ਤੇ ਕਰ ਦਈਏ ਸੈੱਟ, ਬਸ ਉਪ ਰਾਜਪਾਲ ਸਾਹਿਬ ਨਹੀਂ ਕਰ ਦਿੰਦੇ। ਉਦੋਂ ਥੱਲੇ ਨਿਗਮਾਂ ਵਾਲੀ ਸਰਕਾਰ ਆ ਗਈ, ਉਹ ਕਹਿੰਦੇ ਲੈ ਅਸੀਂ ਤਾਂ ਵੱਟ ਕੱਢ ਦੇਣੇ ਸਾਰੇ, ਬਸ ਆ ਕੇਜਰੀਵਾਲ ਸਾਹਿਬ ਨਹੀਂ ਸਾਨੂੰ ਕਰ ਦਿੰਦੇ। ਹੁਣ ਮੈਨੂੰ ਸਮਝ ਨਹੀਂ ਆਈ ਵੀ ਉਹ ਜੇ ਉਹਨਾਂ ਦੇ ਬਿਆਨ ਸੁਣੀਏ ਤਾਂ ਉਹ ਕਹਿੰਦੇ ਅਸੀਂ ਕਰਨਾ ਚਾਹੁੰਦੇ ਹਾਂ, ਤੇ ਜੇ ਉਹਨਾਂ ਨੂੰ ਤਰਤੀਬਵਾਰ ਉਹਨਾਂ ਦੇ ਦੂਜੇ ਰੋਗ ਬਿਆਨ ਸੁਣ ਲਈ ਤਾਂ ਉਹ ਕਹਿੰਦੇ ਸਾਨੂੰ ਕਰ ਨਹੀਂ ਦਿੰਦੇ। ਹੁਣ ਜਿਹੜਾ ਆਮ ਬੰਦਾ ਵਿਚਾਰਾ ਦਿੱਲੀ 'ਚ ਆ, ਉਹ ਵਿਚਾਰਾ ਫਿਰ ਕਿੱਥੇ ਜਾਵੇ? ਸੋ ਇਹੀ ਆਪਾਂ ਵਾਰ-ਵਾਰ ਬੇਨਤੀ ਕਰਦੇ ਵੀ ਜਿਹੜੀ ਨੈਗੇਟਿਵ ਰਾਜਨੀਤੀ ਦੀ ਅਪਰੋਚ ਹੈ ਇਹਨੂੰ ਥੋੜ੍ਹਾ ਜਿਹਾ ਪੋਜ਼ੀਟਿਵ ਵਾਲੇ ਪਾਸੇ ਕਰ ਲਈਏ। ਇਹੋ ਹੀ ਬਿਆਨ ਇਹ ਆਉਣ ਵੀ ਨਿਗਮ ਵਾਲੇ ਆਖਣਾ ਆਹ ਦੇਖੋ ਜੀ ਅਸੀਂ ਇੰਨਾ ਕਰਤਾ, ਇੰਨਾ ਕੁ ਰਹਿ ਗਿਆ ਸੀ, ਆਹ ਇਹਨਾਂ ਦੇ ਹਿੱਸੇ ਦਾ ਇਹ ਆਪੇ ਕਰ ਲੈਣ। ਉਧਰੋਂ ਕੇਜਰੀਵਾਲ ਸਾਹਿਬ ਆਖਣਾ ਆਹ ਅਸੀਂ ਤੇ ਵੱਟ ਕੱਢ ਦਿੱਤੇ, ਆ ਇੰਨਾ ਕੁ ਉਪ ਰਾਜਪਾਲ ਸਾਹਿਬ ਦੇ ਹਿੱਸੇ ਦਾ ਇਹ ਕਰ ਲੈਣ। ਉਪ ਰਾਜਪਾਲ ਸਾਹਿਬ ਆਖਣਾ ਲੈ ਆਹ ਸਾਰਾ ਕੰਮ ਹੀ ਮੈਂ ਫਿੱਟ ਕਰਦਾ, ਹੁਣ ਦਿਓ ਬਾਜ ਕਿਹੜਾ ਰਹਿ ਗਿਆ। ਫਿਰ ਤੇ ਹੋਵੇ ਨਾ ਮਜ਼ਾ। ਤੇ ਜੇ ਇਹੋ ਕੋਈ ਚੱਲੀ ਜਾਣਾ ਤੇ ਫਿਰ ਠੀਕ ਆ ਭਾਈ ਸਾਹਿਬ। ਨਹੀਂ ਫਿਰ ਤਾਂ ਸੰਧਾਲੀਆ ਸਾਹਿਬ ਚੱਲੀ ਜਾਂਦਾ। ਬਾਕੀ ਮੈਂ ਕਹਿੰਦਾ ਕਿ ਸਰਕਾਰਾਂ ਦਾ ਪਤਾ ਨਹੀਂ 25 ਸਾਲੀ ਜਾ ਕੇ ਕਹਿੰਦੀਆਂ ਆਹ ਵੀ ਨਹੀਂ ਕੀਤਾ, ਆਹ ਵੀ ਨਹੀਂ ਕੀਤਾ। ਗੁਰਮੀਤ ਰਾਮ ਰਹੀਮ ਪਰੋਲ ਦੇ ਉੱਤੇ ਆਇਆ ਸੀ 40ਵੇਂ ਦਿਨ ਰਾਤ ਨੂੰ 12 ਵਜੇ ਸੰਧਾਲੀਆ ਸਾਹਿਬ ਤੀਜਾ ਗੀਤ ਚੈਟ ਪੇ ਚੈਟ ਰਿਲੀਜ਼ ਕਰ ਗਿਆ ਕਿ ਭਾਈ ਮੋਬਾਈਲ ਦੇ ਆਹ ਨੁਕਸਾਨ ਆ, ਪਰਿਵਾਰ 'ਚ ਬੈਠ ਕੇ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ। ਐਕਟਿੰਗ ਵੀ ਬਾਬੇ ਨੇ ਆਪ ਹੀ ਕੀਤੀ ਹੈ। ਹੁਣ ਅੰਦਰ ਹੈ, ਨਵੰਬਰ ਮਹੀਨੇ ਦਾ ਆਖਰੀ ਹਫ਼ਤਾ, ਦਸੰਬਰ ਲੰਘ ਗਿਆ, ਅਗਲੇ ਸਾਲ ਤੋਂ ਪੈਰੋਲ ਫੇਰ ਸ਼ੁਰੂ ਹੋ ਜੂ ਜੋ ਆਸਾਂ ਨੇ। ਭਾਈ ਇੰਨੀ ਤੇਜ਼ ਗਤੀ ਦੇ ਨਾਲ ਸਾਡੀਆਂ ਸਰਕਾਰਾਂ ਕੰਮ ਕਰਨ ਤੇ ਅਸੀਂ ਉਮੀਦ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ, ਹਰਿਆਣੇ ਦੇ ਲੋਕਾਂ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਆ ਜਿਹੜਾ ਫਿਰੋਜ਼ਪੁਰ 'ਚ ਕਾਂਡ ਹੋਇਆ, ਜਿਸ ਤਰੀਕੇ ਦੇ ਨਾਲ ਇੱਕ ਵੇਟਰ ਦੇ ਗੋਲੀ ਮਾਰ ਦਿੱਤੀ, ਏਡੀਆਂ ਕਾਨੂੰਨਾਂ ਦੀਆਂ ਉਲੰਘਣਾ ਨਾ ਕਰੋ। ਆ ਫਿਰੋਜ਼ਪੁਰ ਦੇ ਬੱਸ ਅੱਡੇ ਦੇ ਕੋਲੋਂ ਜਿਹੜੇ ਨਸ਼ਾ ਜਾਂ ਟੀਕੇ ਲਾਉਂਦੇ ਦੀਆਂ ਵੀਡੀਓ ਵਾਇਰਲ ਹੋਈਆਂ, ਆਹ ਕੰਮ ਨਾ ਕਰੋ। ਇਹਦੇ ਤੋਂ ਤਾਂ ਬਚ ਲਈਏ ਨਾ ਘੱਟੋ ਘੱਟ। ਇੱਥੇ ਤਾਂ ਸਰਕਾਰ ਦੀ ਗ੍ਰਾਂਟ ਦੀ ਲੋੜ ਨਹੀਂ। ਇੱਥੇ ਤਾਂ ਸਾਨੂੰ ਕਿਸੇ ਕੇਂਦਰ ਸਰਕਾਰ ਨੇ ਨਹੀਂ ਕਿਹਾ ਕੋਈ ਪਾਕਿਸਤਾਨ ਵਾਲੇ ਪਾਸਿਓਂ ਵਿਦੇਸ਼ੀ ਤਾਕਤ ਦਾ ਹੱਥ ਨਹੀਂ। ਇੱਥੇ ਤਾਂ ਸਾਡੀ ਆਪਣੀ ਤਾਕਤ ਹੀ ਆ। ਸੰਧਾਲੀਆ ਸਾਹਿਬ ਇੰਨਾ ਕੁ ਬਚੀਏ। ਨਹੀਂ ਇਹ ਤਾਂ ਗੱਲ ਹੈਗੀ ਆ। ਚਲੋ ਆਪਾਂ ਆਸ ਕਰਦੇ ਹਾਂ ਵੀ ਇਹ ਸਾਰੇ ਕੁਛ ਨੂੰ ਧਿਆਨ 'ਚ ਜ਼ਰੂਰ ਰੱਖਿਆ ਜਾਊਗਾ। ਐਂਡ ਖਾਸ ਕਰਕੇ ਇੱਥੇ ਜਿਹੜੀ ਬੇਨਤੀ ਆ ਉਹ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਆ ਕਿ ਆਪਾਂ ਹਰੇਕ ਚੀਜ਼ ਦੇ ਉੱਪਰ ਸਿਆਸਤ ਕਰੀਏ, ਪਰ ਉੱਥੇ ਕਿ ਜੇ ਨਾ ਕਰੀਏ ਜਿੱਥੇ ਸਿੱਧੀ ਗੱਲ ਆਮ ਲੋਕਾਂ ਨਾਲ, ਆਮ ਲੋਕਾਂ ਦੇ ਨਿੱਕੇ ਨਿਆਣਿਆਂ ਨਾਲ, ਉਹਨਾਂ ਦੇ ਪਰਿਵਾਰਾਂ ਦੇ ਨਾਲ ਜੁੜਦੀ ਹੈ। ਹੁਣ ਜੇ ਤੁਸੀਂ ਇੱਥੇ ਵੀ ਆ ਕੇ ਇਹ ਆਖੋਗੇ ਵੀ ਹਾਂ ਵੀ ਫਲਾਨੀ ਚੀਜ਼ ਨੂੰ ਕਿਉਂ ਰੋਕਿਆ ਜਾ ਰਿਹਾ, ਗਨ ਕਲਚਰ ਕਿਉਂ ਰੋਕਿਆ ਜਾ ਰਿਹਾ, ਗਾਣੇ ਕਿਉਂ ਰੋਕੇ ਜਾ ਰਹੇ, ਨੈੱਟਫਲਿਕਸ 'ਤੇ ਫਿਲਮਾਂ ਕਿਉਂ ਨਹੀਂ ਰੋਕਦੇ। ਹੁਣ ਨੈੱਟਫਲਿਕਸ ਕਿੱਥੋਂ ਲੱਭ ਲਈਏ? ਜਿਹੜੀ ਚੀਜ਼ ਘਰੇ ਦੀ ਇੱਥੇ ਗਵਾਂਢ 'ਚ ਚੱਲਦੀ ਪਹਿਲਾਂ ਉਹ ਤੇ ਰੋਕੀ ਜਾ ਸਕਦੀ। ਹੁਣ ਪੰਜਾਬ ਸਰਕਾਰ ਮੈਨੂੰ ਨਹੀਂ ਲੱਗਦਾ ਵੀ ਮਾਨ ਸਾਹਿਬ ਦੇ ਦਸਤਖਤਾਂ ਦੇ ਵਿੱਚ ਕੋਈ ਨੈੱਟਫਲਿਕਸ ਵਾਲੇ ਵੀ ਆਉਂਦੇ ਆ। ਉਹਨਾਂ ਕੁ ਬਿਆਨ ਦੇ ਲਈਏ ਜਿੱਥੇ ਜਿੰਨਾ ਕੁ ਆਪਾਂ ਨੂੰ ਲੱਗਦਾ ਵੀ ਆਪਾਂ ਰਹਿਣ ਜੋਗਾ ਰੱਖ ਲਈਏ, ਕਿਉਂਕਿ ਜੇ ਸਿਆਸਤ ਤੁਸੀਂ ਕਰਨੀ, ਗਾਂ ਤੁਹਾਡੇ ਨਿਆਣਿਆਂ ਨੇ ਕਰਨੀ ਹੈ, ਪੰਜਾਬ ਬਚੂਗਾ ਤੇ ਤਾਂ ਸਿਆਸਤ ਹੋਣੀ ਹੈ। ਤੇ ਜੇ ਨਹੀਂ ਕਰਨੀ ਤੇ ਫਿਰ ਠੀਕ ਆ, ਫਿਰ ਵੀਰ ਤੁਹਾਡੀ ਮਰਜ਼ੀ, ਫਿਰ ਦਿਓ ਬਿਆਨ ਤਗੜੇ ਹੋ ਗਏ। ਅੱਜ ਇੱਕ ਵੇਟਰ ਦੇ ਵੱਜੀ, ਕੱਲ੍ਹ ਨੂੰ ਕੋਈ ਹੋਰ ਲਾੜੇ ਦੇ ਮਾਰ ਕੇ ਆਖਿਓ ਨਹੀਂ ਅਸੀਂ ਨਹੀਂ ਰੋਕਣ ਦਿਆਂਗੇ ਗਨ ਕਲਚਰ। ਨਹੀਂ ਜ਼ਰੂਰੀ ਹੈ। ਬਾਕੀ ਸੰਧਾਲੀਆ ਸਾਹਿਬ ਸਮਾਂ ਹੋ ਗਿਆ। ਸੋ ਇਸ ਵੇਲੇ ਭਾਈ ਆਪਾਂ ਪੁਲਮਨ ਪਾਰਕ ਟਾਕਾਨੀਨੀ ਆਕਲੈਂਡ ਦੇ ਵਿੱਚ ਆ, ਨਿਊਜ਼ੀਲੈਂਡ ਦੇ ਵਿੱਚ ਆ। ਸਿੱਖ ਖੇਡਾਂ ਦਾ ਦੂਸਰਾ ਦਿਨ ਜਿਹੜਾ ਇੱਕ ਬਾਕੀ ਰਹਿ ਗਿਆ, ਤਾਂ ਫਿਰ ਮੁਲਾਕਾਤਾਂ ਹੁੰਦੀਆਂ ਜੀ। ਤੁਹਾਡਾ ਮੈਂ ਤਾਂ ਕਹਿੰਦਾ ਕਿ ਜਿੱਦਾਂ ਨਿਊਜ਼ੀਲੈਂਡ ਦੇ ਪੰਜਾਬੀਆਂ ਦਾ ਆਪਸ ਵਿੱਚ ਪਿਆਰ ਹੈ, ਜਿਸ ਤਰੀਕੇ ਇਹ ਬਹੁਤ ਚੰਗੇ ਤਰੀਕੇ ਦੇ ਨਾਲ ਮਿਲ ਵਰਤ ਕੇ ਆਪਸ 'ਚ ਰਹਿ ਰਹੇ ਆ, ਬੜੇ ਸੁਚੱਜੇ ਢੰਗ ਦੇ ਨਾਲ ਕਾਨੂੰਨ ਦੀ ਪਾਲਣਾ ਕਰਦੇ ਆ ਸੰਧਾਲੀਆ ਸਾਹਿਬ, ਉੱਦਾਂ ਹੀ ਪੰਜਾਬ ਦੇ ਵਿੱਚ, ਦੁਨੀਆ ਭਰ ਦੇ ਵਿੱਚ ਲੋਕਾਂ ਦਾ ਇਤਫਾਕ ਆਪਸ ਵਿੱਚ ਵਧੇ ਜੀ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਬਹੁਤ ਧੰਨਵਾਦ ਜੀ। ਤੇ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਉਹ ਲਾਈਕ ਵਾਲਾ ਬਟਨ ਦਬਦੇ ਰਿਹਾ ਕਰੋ, ਅੱਗੇ ਸ਼ੇਅਰ ਕਰਦਿਆ ਕਰੋ ਤੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।